ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਇਸ ਦਿਨ ਆਪਣੇ ਨਾਲ ਪਨੂ ਸਾਹਿਬ ਹੁੰਦੇ ਨੇ। ਸੋ ਅੱਜ ਵੀ ਆਪਣੇ ਨਾਲ ਨੇ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪਨੂ ਸਾਹਿਬ। ਬਹੁਤ ਬਹੁਤ ਸਵਾਗਤ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਪਨੂ ਸਾਹਿਬ, ਗੱਲ ਇਹ ਆ ਕਿ ਵੀ ਇਸ ਵਕਤ ਮਾਹੌਲ ਚਾਲ ਜਿਹੜਾ ਉਹ ਸਿਆਸਤ ਵਾਲੇ ਪਾਸਿਓਂ ਵੀ ਭਖਿਆ, ਖੇਡਾਂ ਵਾਲੇ ਪਾਸਿਓਂ ਵੀ ਭਖਿਆ ਤੇ ਜੇ ਆਪਾਂ ਇਹ ਕਹੀਏ ਤੇ ਕਹਿੰਦੇ ਮੀਂਹ ਕਣੀ ਵਾਲੇ ਪਾਸਿਓਂ ਵੀ ਕੰਮ ਭਖਿਆ ਪਿਆ, ਕਿਉਂਕਿ ਹਿਮਾਚਲ 'ਚ ਕੰਮ ਵਾਹਵਾ ਢਿੱਲਾ ਹੋ ਗਿਆ ਜੀ। ਹਿਮਾਚਲ ਦੇ ਵਿੱਚ ਹਮੇਸ਼ਾ ਤੋਂ ਹੀ ਇਹੋ ਜਿਹੇ ਮੌਕੇ ਤੇ ਜਾ ਕੇ ਕੰਮ ਢਿੱਲਾ ਹੁੰਦਾ। ਅੱਗੋਂ ਪਿੱਛੋਂ ਪਹਾੜਾਂ ਦਾ ਵਸਣਾ ਚੰਗਾ ਲੱਗਦਾ, ਪਰ ਜਦੋਂ ਪਹਾੜ ਸਲਾਬੇ ਜਾਂਦੇ ਆ ਫਿਰ ਗਰੰਟੀ ਕੋਈ ਨਹੀਂ ਹੁੰਦੀ। ਕਈ ਪਹਾੜ ਇਹੋ ਜਿਹੇ ਜਿਹੜੇ ਪੱਕੇ ਪਹਾੜ ਗਿਣੇ ਜਾਂਦੇ ਆ, ਪਰ ਉਹਨਾਂ ਪੱਕਿਆਂ ਦੇ ਥੱਲੇ ਵੀ ਬੜਾ ਕੱਚਾ ਮਟੀਰੀਅਲ ਹੁੰਦਾ। ਉਹ ਜੇ ਥੱਲਿਓਂ ਖਿਸਕ ਜਾਵੇ ਤੇ ਉੱਪਰਲੇ ਕੀ ਕਰਨਗੇ। ਤੁਸੀਂ ਕਦੇ ਡਲਹੌਜੀ ਨੂੰ ਜਾਓ, ਕਦੇ ਮਕਲੋਡਗੰਜ ਨੂੰ ਜਾਓ ਜਾਂ ਸ਼ਿਮਲੇ ਨੂੰ, ਜਿੱਥੋਂ ਕਿਤੇੋਂ ਪਹਾੜੀਆਂ ਨੂੰ ਕੱਟ ਕੇ ਤੇ ਸੜਕ ਬਣਾਈ ਹੋਵੇ, ਉੱਥੋਂ 20-25 ਗਜ ਦੂਰ ਖਲੋ ਕੇ ਉਸ ਕੱਟੀ ਹੋਈ ਪਹਾੜੀ ਵੱਲ ਵੇਖੋ, ਤੁਹਾਨੂੰ ਉਹਦੀਆਂ ਤਹਿਆਂ ਦਿਸਣਗੀਆਂ। ਉੱਪਰ ਪੱਕਾ ਪਹਾੜ ਹੈ ਜਿਹਦੇ ਉੱਤੇ ਮਕਾਨ ਨੇ, ਉਹਦੇ 15-20 ਫੁੱਟ ਥੱਲੇ ਜਾ ਕੇ ਤੇ ਫਿਰ ਇੱਕ ਤਹਿ ਇਹੋ ਜਿਹੇ ਮਿਲੇਗੀ ਜਿਹ 'ਚ ਮਿੱਟੀ ਹੈ, ਉਹ 10-15 ਫੁੱਟ ਹੋ ਸਕਦੀ ਹੈ। ਫਿਰ ਅਗਲੇ ਪਾਸੇ ਇੱਕ ਤਹਿ ਆ ਜਾਂਦੀ ਜਿਹ 'ਚ ਬਜਰੀ ਹੈ, ਬਜਰੀ ਦੇ ਥੱਲੇ ਇੱਕ ਤਹਿ ਆ ਜਾਂਦੀ ਨਿਰੀ ਰੇਤ ਦੀ, ਉਹਦੇ ਥੱਲੇ ਫਿਰ ਕੋਈ ਪੱਕਾ ਪਹਾੜ ਆ ਜਾਂਦਾ। ਜੇ ਉੱਪਰਲੀ ਤਹਿ ਵੀ ਪੱਕੇ ਪਹਾੜ ਦੀ, ਹੇਠਲੀ ਵੀ ਪੱਕੇ ਪਹਾੜ ਦੀ, ਵਿਚਾਲੇ ਜਿਹੜੀ ਆ ਮਿੱਟੀ ਰੇਤ ਹੈਗੀ ਆ, ਉਹਨਾਂ ਵਿੱਚ ਜੇ ਕਿਸੇ ਪਾਸੇ ਤੋਂ ਪਾਣੀ ਵੜ ਗਿਆ ਤੇ ਉਹ ਮਿੱਟੀ ਵੀ ਬਹਿ ਜਾਣੀ ਆ ਜਾਂ ਵਗਦੇ ਪਾਣੀ 'ਚ ਬਹਿ ਜਾਣੀ ਆ ਤੇ ਰੇਤ ਵੀ। ਉੱਥੋਂ ਫਿਰ ਉਹ ਜਦੋਂ ਹਿਲਦਾ ਤੇ ਉਹ ਲੈਂਡਸਲਾਈਡ ਇਹੋ ਜਿਹੀ ਹੁੰਦੀ ਆ, ਢਿੱਗਾਂ ਇੱਕ ਦੂਸਰੇ ਪਾਸੇ ਨੂੰ ਖਿਸਕਦੀਆਂ ਸੜਕਾਂ ਤੇ ਵੀ ਜਾ ਡਿੱਗਦੀਆਂ ਨੇ। ਕਦੇ ਕਦਾਈ ਪੂਰਾ ਪਹਾੜ ਹੀ ਕਿਸੇ ਪਾਸੇ ਨੂੰ ਖਿਸਕ ਜਾਂਦਾ। ਇੱਕ ਸਮੱਸਿਆ ਤਾਂ ਇਹ ਹੁੰਦੀ ਹੈ। ਦੂਸਰੀ ਸਮੱਸਿਆ ਇਹ ਹੈ ਕਿ ਇਹੋ ਜਿਹੇ ਮੌਕਿਆਂ ਦੇ ਉੱਤੇ ਬੱਦਲ ਫਟਣ ਦਾ ਡਰ ਬਹੁਤ ਰਹਿੰਦਾ। 2-3 ਪਾਸਿਆਂ ਤੋਂ ਬੱਦਲ ਆ ਗਿਆ, ਅਚਾਨਕ ਇੱਕ ਥਾਂ ਜਾ ਕੇ ਫਟ ਗਿਆ, ਇੱਕ ਦੂਸਰੇ 'ਚ 2 ਬੱਦਲ ਵੱਜੇ, ਸਾਰਾ ਪਾਣੀ ਇੱਕੋ ਥਾਂ ਤੇ ਇਦਾਂ ਡਿੱਗ ਪਿਆ ਜਿਵੇਂ ਝੀਲ ਟੁੱਟ ਗਈ ਹੁੰਦੀ ਹੈ। ਕਦੇ ਕਦੇ ਉਹ 2 ਤੋਂ 3 ਪਿੰਡ ਰੋੜ ਕੇ ਲੈ ਜਾਂਦਾ, ਔਰ 5-7-10 ਗੱਡੀਆਂ ਰੋੜਨਾ ਤਾਂ ਆਮ ਜੀ ਗੱਲ ਹੁੰਦੀ ਹੈ। ਇਸ ਕਰਕੇ ਸਿਆਣੇ ਲੋਕ ਇਹ ਕਹਿੰਦੇ ਆ ਕਿ ਇਹਨਾਂ ਦਿਨਾਂ 'ਚ ਪਹਾੜ ਦੀ ਸੈਰ ਨੂੰ ਕਦੇ ਨਹੀਂ ਜਾਈਦਾ, ਔਰ ਜਿਹੜੇ ਉੱਥੇ ਰਹਿੰਦੇ ਉਹਨਾਂ ਦੀ ਸੁੱਖ ਮੰਗੀ ਦੀ ਆ ਕਿ ਇਹੋ ਜਿਹੇ ਮੌਕੇ ਤੇ ਠੀਕ ਠਾਕ ਰਹਿਣ। ਪਹਾੜਾਂ ਦੀ ਜ਼ਿੰਦਗੀ ਕਿੰਨੀ ਅਨਸਰਟਨ ਹੈ, ਕਿੰਨੀ ਮਤਲਬ ਅਣਕਿਆਸੀ ਆ, ਇਹਦਾ ਅੰਦਾਜ਼ਾ ਇੱਥੋਂ ਲਾਓ ਕਿ ਜਦੋਂ ਕੇਦਾਰਨਾਥ ਦੀ ਟ੍ਰੈਜਡੀ ਹੋਈ ਹੈ, ਅਜੇ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਹੁੰਦਾ ਸੀ, ਔਰ ਇਹ ਕੇਂਦਰ ਸਰਕਾਰ ਨੂੰ ਦੋਸ਼ ਦੇ ਰਿਹਾ ਸੀ, ਮਨਮੋਹਨ ਸਿੰਘ ਵਾਲੀ ਨੂੰ। ਮੈਂ ਉਹ ਸਾਰੀ ਕਹਾਣੀ 'ਚ ਨਹੀਂ ਜਾਣਾ ਚਾਹੁੰਦਾ, ਸਿਰਫ ਇੱਕ ਘਟਨਾ ਦੱਸਣਾ ਚਾਹੁੰਦਾ ਕਿ ਇੱਕ ਪਰਿਵਾਰ ਉੱਥੇ ਸੀ, ਉਹ ਬਾਜ਼ਾਰ ਨੂੰ ਸੈਰ ਕਰਨ ਗਏ, ਉੱਥੇ ਝੱਖੜ 'ਚ ਫਸ ਗਏ, ਵਾਪਸ ਆਏ, ਜਿਹੜੇ ਹੋਟਲ 'ਚ ਸਮਾਨ ਪਿਆ ਸੀ ਉਹਦੇ ਵਿਚਾਲੇ ਦੀ ਸੜਕ ਉਹ ਮੀਂਹ ਨਾਲ ਰੁੜ ਗਈ। ਇਹਨਾਂ ਨੇ ਫਿਰ ਇੱਕ ਹੋਟਲ ਵਾਲੇ ਦਾ ਤਰਲਾ ਮਾਰਿਆ ਕਿ ਤੂੰ ਸਾਨੂੰ ਰਾਤ ਰੱਖ ਲਾ ਤੇ ਸਵੇਰੇ ਅਸੀਂ ਤੈਨੂੰ ਪੈਸੇ ਦੇ ਦਿਆਂਗੇ। ਉਹ ਆਖੇ ਨਾ। ਫਿਰ ਜੇ ਮੰਨਿਆ ਹੀ ਮੰਨਿਆ ਤੇ ਉਹਨੇ ਡਬਲ ਤੋਂ ਵੀ ਵੱਧ ਰੇਟ ਲਾਤਾ, ਇੰਨੇ ਪੈਸੇ ਦੇ ਨਹੀਂ ਸਕਦੇ। ਇਹਨਾਂ ਨੇ ਆਖਿਆ ਕੋਈ ਗੱਲ ਨਹੀਂ, ਉਹ ਪਰੇ ਇੱਕ ਝੁੱਗੀ ਜੀ ਹੈਗੀ, ਉਹਦੇ ਵਿੱਚ ਤੇ ਕੋਈ ਜਾਪਦਾ ਨਹੀਂ, ਔਖੇ ਸੌਖੇ ਅੱਜ ਦੀ ਰਾਤ ਉੱਥੇ ਇੱਕ ਦੂਸਰੇ ਨਾਲ ਚੰਬੜ ਕੇ ਕੱਟ ਲਾਂਗੇ। ਇਹਨਾਂ ਜਾਣ ਲੱਗਿਆ ਵੀ ਉਸ ਬੰਦੇ ਨੇ ਤਰਲੇ ਕੀਤੇ ਕਿ ਮੇਰੇ ਨਾਲ ਬੱਚੇ ਆ, ਕੋਈ ਤਰਸ ਕਰ, ਕਹਿੰਦਾ ਨਹੀਂ ਕਰ ਸਕਦਾ ਮੈਂ। ਇਹ ਜੇ ਉਤੋਂ 5 ਕਰਮਾ ਦੂਰ ਗਏ, ਉਸੇ ਝੁੱਗੀ ਲੱਗੇ, ਉਹਨੇ ਚਿਰ ਨੂੰ ਜਿਹੜਾ ਸੀ ਹੜ, ਉਹਨੇ ਥੱਲਿਓਂ ਜ਼ਮੀਨ ਖੁਰਚ ਲਈ। ਉਹ ਸਾਰੇ ਦਾ ਸਾਰਾ ਹੋਟਲ ਵੀ ਤੇ ਜਿਹੜਾ ਹੋਟਲ ਦਾ ਮਾਲਕ ਦੁੱਗਣੇ ਪੈਸਿਆਂ ਤੋਂ 1 ਪੈਸਾ ਧੇਲਾ ਘੱਟ ਕਰਨ ਨੂੰ ਤਿਆਰ ਨਹੀਂ ਸੀ, ਉਹ ਵੀ ਪਤਾ ਹੀ ਨਹੀਂ ਕਿੰਨੇ ਫੁੱਟ ਥੱਲੇ ਜਾ ਕੇ ਵਿੱਚ ਬਰਫ਼ ਦੇ ਚਿੱਕੜ ਦੇ ਰੁੜ ਰੜ ਗਏ, ਕੱਖ ਨਹੀਂ ਲੱਭਾ। ਤੇ ਇਹ ਪਰਿਵਾਰ ਜਿਹੜਾ ਥੋੜੀ ਦੇਰ ਪਹਿਲਾਂ ਤਰਲੇ ਕਰਦਾ ਸੀ ਸਾਨੂੰ ਰਾਤ ਰਹਿ ਲੈਣ ਦੇ, ਮੁੜ ਕੇ ਇੱਕ ਪਾਸੇ ਤੇ ਸ਼ੁਕਰ ਕਰੇ ਕਿ ਸੱਚੇ ਪਾਤਸ਼ਾਹ ਤੂੰ ਸਾਨੂੰ ਇੱਥੇ ਰੱਖਿਆ ਨਾ, ਸਾਨੂੰ ਪਾਸੇ ਕੱਢ ਦਿੱਤਾ ਤੇ ਸਾਡੀ ਜਾਨ ਬਚ ਗਈ। ਦੂਜੇ ਪਾਸੇ ਇਹ ਸੋਚਣ ਕਿ ਸੱਚੇ ਪਾਤਸ਼ਾਹ ਉਸ ਬੰਦੇ ਨੇ ਕੀ ਵਿਗਾੜਿਆ ਸੀ, ਕਾਰੋਬਾਰ ਹੀ ਆਪਣਾ ਕਰਦਾ ਸੀ, ਬਾਕੀ ਲੋਕ ਵੀ ਹੈ, ਇਹ ਕੀ ਹੋ ਗਿਆ। ਅੱਖਾਂ ਸਾਹਮਣੇ ਪੂਰਾ ਹੋਟਲ ਰੁੜ ਗਿਆ, ਪਤਾ ਨਹੀਂ ਉਹਦੇ ਵਿੱਚ ਹੋਰ ਕਿੰਨੇ ਲੋਕ ਹੋਣਗੇ ਜਿਹੜੇ ਨਾਲ ਰੁੜ ਗਏ। ਇੱਦਾਂ ਦੀਆਂ ਘਟਨਾਵਾਂ ਪਹਾੜਾਂ 'ਚ ਆਮ ਹੋ ਜਾਂਦੀਆਂ ਨੇ। ਤੇ ਅੱਜ ਕੱਲ੍ਹ ਬਰਸਾਤਾਂ ਦਾ ਮੌਸਮ ਹੋਵੇ ਜਾਂ ਜਦੋਂ ਬਹੁਤੀ ਬਰਫ਼ਬਾਰੀ ਹੁੰਦੀ ਆ, ਉਦੋਂ ਇਹ ਦੁਖਾਂਤ ਵਾਪਰਦੇ ਨੇ। ਅਸੀਂ ਦੂਰ ਬੈਠੇ ਉਹਨਾਂ ਦੀ ਸਿਰਫ ਸੁੱਖ ਮੰਗ ਸਕਦੇ ਹਾਂ, ਪਰ ਕਰੋਪੀ ਇਹ ਕੁਦਰਤ ਦੀ ਹੁੰਦੀ ਹੈ, ਜਿਹਦਾ ਮੁਕਾਬਲਾ ਕਰਨ ਲਈ ਬਾਕੀ ਦੇਸ਼ਾਂ 'ਚ ਕਿੰਨੇ ਪ੍ਰਬੰਧ ਮੈਨੂੰ ਪਤਾ ਨਹੀਂ, ਪਰ ਭਾਰਤ ਵਿੱਚ ਤੇ ਅਸੀਂ ਇਹ ਮੰਨ ਕੇ ਚੱਲਦੇ ਹਾਂ
ਕਿ ਮਨੁੱਖ ਅਜੇ ਇੰਨਾ ਮਹਾਬਲੀ ਨਹੀਂ ਹੋਇਆ ਕਿ ਕੁਦਰਤ ਦਾ ਮੁਕਾਬਲਾ ਕਰ ਸਕੇ। ਅਜੇ ਟੱਕਰ ਲੈਣ ਵਾਸਤੇ ਤਿਆਰ ਹੋਣ 'ਚ ਇਹਨੂੰ ਕਾਫੀ ਸਮਾਂ ਲੱਗੇਗਾ। ਬਿਲਕੁਲ ਮਨ ਸਾਹਿਬ, ਖਬਰਾਂ ਸਿਆਸਤ ਵਾਲੀਆਂ ਪਾਸੇ ਆਈਏ ਤੇ ਸਿਆਸਤ ਦੀਆਂ ਖਬਰਾਂ ਜਿਹੜੀਆਂ ਨੇ ਉਹਦੇ 'ਚ ਇਸ ਵਕਤ ਜਿਹੜੇ ਦੋ ਕਿਰਦਾਰ ਨੇ ਪੰਜਾਬ ਦੀ ਰਾਜਨੀਤੀ ਦੇ ਹੈਗੇ ਇੱਕੋ ਪਾਰਟੀ 'ਚ ਨੇ, ਪਰ ਦੋਵਾਂ ਦੇ ਬਾਰੇ 'ਚ ਅਲੱਗ-ਅਲੱਗ ਬਿਆਨ ਰੋਜ਼ ਕੁਛ ਨਾ ਕੁਛ ਬਦਲ ਕੇ ਆਉਂਦਾ ਰਹਿੰਦਾ। ਜਿੱਦਾਂ ਉਹ ਬਰਾਬਰ ਦੇ ਭਲਵਾਨ ਕਿਤੇ ਘੁਲਦੇ ਹੋਣ ਤੇ ਬਾਹਰੋਂ ਖਾੜੇ 'ਚੋਂ ਆਵਾਜ਼ਾਂ ਨਹੀਂ ਆਉਂਦੀਆਂ, ਲੈ ਵੇ ਇਹਨੇ ਮੋਢੇ ਲਾ ਦੇਣੀ, ਦੂਜਾ ਕਹਿੰਦਾ ਨਾ ਇੱਦਾਂ ਕਿੱਦਾਂ ਲੱਗਣ ਦਿੱਤੇ, ਹੁਣ ਤੇ ਇਹਨੇ ਲਾ ਦੇਣੇ ਮੋਢੇ। ਇਹ ਸਾਰਾ ਕੁਝ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਬਾਰੇ ਕਈ ਤਰ੍ਹਾਂ ਦੀ ਚਰਚਾ ਚੱਲੀ। ਹੁਣ ਚਲੋ ਸਿੱਧੂ ਸਾਹਿਬ ਪ੍ਰਧਾਨ ਬਣ ਗਏ, ਉਸ ਤੋਂ ਬਾਅਦ ਉਹਨਾਂ ਨੇ ਜਿਸ ਹਿਸਾਬ ਨਾਲ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਤੇ ਹਰੇਕ ਵਰਕਰ ਨੂੰ ਜਾ ਕੇ ਮਿਲਦੇ ਪਏ, ਹਰੇਕ ਲੀਡਰ ਨੂੰ ਜਾ ਕੇ ਮਿਲਦੇ ਪਏ, ਉਹਦੇ ਤੋਂ ਇੱਦਾਂ ਜਾਪਦਾ ਕਿ ਸ਼ਾਇਦ ਸਿੱਧੂ ਸਾਹਿਬ ਹੁਣ ਕਾਰ ਮੁਖਤਾਰ ਬਣਦੇ ਜਾ ਰਹੇ ਕਾਂਗਰਸ ਪਾਰਟੀ ਦੇ। ਤੇ ਇਸੇ ਦੇ ਤਹਿਤ ਹੀ ਕਹਿੰਦੇ ਕੈਪਟਨ ਸਾਹਿਬ ਨੇ ਕਿਸੇ ਨੂੰ ਪੁੱਛ ਲਿਆ ਵੀ ਹੁਣ ਫਿਰ ਪੰਜਾਬ ਦਾ ਕੈਪਟਨ ਕੌਣ ਆ, ਤੇ ਉੱਤੇ ਕਹਿੰਦੇ ਜਵਾਬ ਬੜਾ ਉਹਨਾਂ ਨੇ ਨਿਰਾਲਾ ਦਿੱਤਾ। ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਨਵਜੋਤ ਸਿੰਘ ਸਿੱਧੂ ਜਦੋਂ ਪ੍ਰਧਾਨ ਬਣਿਆ ਪੰਜਾਬ ਦੀ ਕਾਂਗਰਸ ਦਾ, ਤੇ ਪਹਿਲਾ ਪ੍ਰਭਾਵ ਲੋਕਾਂ 'ਚ ਇਹ ਸੀ ਕਿ ਡੀਫੈਕਟੋ ਮੁੱਖ ਮੰਤਰੀ ਬਣ ਗਿਆ, ਯਾਨੀ ਮੁੱਖ ਮੰਤਰੀ ਦਾ ਅਹੁਦਾ ਇਹਦੇ ਕੋਲ ਨਹੀਂ ਹੈ, ਤਾਂ ਹੁਣ ਮੁੱਖ ਮੰਤਰੀ ਵਾਲਾ ਸਾਰਾ ਚਾਰਜ ਇਹਨੇ ਲੈ ਲਿਆ। ਕਿਉਂਕਿ ਜਿਹੜੇ 57 MLA ਦੇ ਨਾਲ ਆ ਗਏ, ਉਹਨਾਂ 'ਚ 8-10 ਮੰਤਰੀ ਵੀ ਨੇ। ਇਹਦਾ ਮਤਲਬ ਕਿ ਸਰਕਾਰ ਹੁਣ ਇਹਦੀ ਮਰਜ਼ੀ ਮੁਤਾਬਕ ਚੱਲੇਗੀ। ਇਹ ਆਪਣੇ ਨਾਲ ਦੇ 4 ਵਰਕਿੰਗ ਪ੍ਰਧਾਨਾਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲਿਆ, ਇੱਕ ਮੰਗ ਪੱਤਰ ਦੇ ਆਇਆ। ਅਗਲੇ ਦਿਨ ਮੁੱਖ ਮੰਤਰੀ ਨੇ ਉਸ ਮੰਗ ਪੱਤਰ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹਦੇ ਨਾਲ ਹੋਰ ਚੜ੍ਹ ਮੱਚ ਗਈ ਕਿ ਸਿੱਧੂ ਹੋ ਗਈ ਆ। ਉਹਦੇ ਤੋਂ ਬਾਅਦ ਕੁਝ ਇਦਾਂ ਦੀਆਂ ਗੱਲਾਂ ਹੋਈਆਂ ਜਿਨ੍ਹਾਂ ਤੋਂ ਪਤਾ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਜੇ ਵੀ ਸਰਕਾਰ ਦੇ ਉੱਤੇ ਤੇ ਸਰਕਾਰੀ ਮਸ਼ੀਨਰੀ ਦੇ ਉੱਤੇ ਪਕੜ ਇੰਨੀ ਕੁ ਮਜ਼ਬੂਤ ਹੈ ਕਿ ਅਫਸਰਸ਼ਾਹੀ ਨਵਜੋਤ ਸਿੱਧੂ ਵੱਲ ਨਹੀਂ ਵੇਖ ਰਹੀ, ਉਹ ਵੇਖ ਰਹੇ ਨੇ ਮੁੱਖ ਮੰਤਰੀ ਵੱਲ। ਇਹਦੇ 2 ਕਾਰਨ ਹੋ ਸਕਦੇ ਆ। ਇੱਕ ਤਾਂ ਇਹ ਹੈ ਕਿ ਜਿਹੜੇ ਬੰਦੇ ਸਿੱਧੂ ਦੇ ਨਾਲ ਉਹਨਾਂ 'ਚੋਂ ਸ਼ਹਿ ਦਿੰਦੇ ਹੋਣ ਕਿ ਅਸੀਂ ਅੰਦਰੋਂ ਕੈਪਟਨ ਨਾਲ ਹੈ, ਮੈਨੂੰ ਇਹਦੇ ਵਿੱਚ ਬਹੁਤਾ ਵਜਨ ਨਹੀਂ ਜਾਪਦਾ। ਦੂਜੀ ਗੱਲ ਇਹ ਹੋ ਸਕਦੀ ਹੈ ਕਿ ਜੇ ਸਿੱਧੂ ਆ ਗਿਆ ਤੇ ਅਫਸਰਸ਼ਾਹੀ ਉਹ ਤੋਂ ਤੰਗ ਹੋਵੇਗੀ। ਅਫਸਰਸ਼ਾਹੀ ਨਹੀਂ ਚਾਹੁੰਦੀ ਕਿ ਉਹ ਆਵੇ। ਅਫਸਰਸ਼ਾਹੀ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਤਾਲਮੇਲ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਤੇ ਉਹਦੀ ਟੀਮ ਨਾਲ ਚੱਲਦੀ ਰਹੀ ਹੈ, ਉਹ ਉਸੇ ਤਰ੍ਹਾਂ ਚੱਲਣਾ ਚਾਹੁੰਦੀ ਹੋ ਸਕਦੀ ਹੈ। ਪਰ ਅਫਸਰਸ਼ਾਹੀ ਬਾਰੇ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਉਹ ਪੂਰੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਉਹਦੀ ਟੀਮ ਨਾਲ ਮਿਲ ਕੇ ਚੱਲਦੀ ਪਈ ਹੈ। ਨਵਜੋਤ ਸਿੰਘ ਸਿੱਧੂ ਨਾਲ ਮਿਲ ਕੇ ਨਹੀਂ ਉਹ ਚੱਲ ਰਹੇ। ਇਹੋ ਜੀ ਕੋਈ ਗੱਲ ਨਹੀਂ ਕਿ ਸਵੇਰੇ ਉੱਠ ਕੇ ਫੋਨ ਕਰਦੇ ਹੋਣ, ਸਿੱਧੂ ਸਾਹਿਬ ਗੁੱਡ ਮਾਰਨਿੰਗ ਤੇ ਅੱਜ ਸਾਨੂੰ ਸੇਵਾ ਦੱਸੋ ਜੀ, ਹੁਕਮ ਕਰੋ ਅੱਜ ਕੀ ਕਰੀਏ, ਇਹੋ ਜੀ ਕੋਈ ਗੱਲ ਨਹੀਂ ਜਾਪਦੀ। ਅਗਲੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਦਿਨਾਂ 'ਚ ਇਸ ਸਮੱਸਿਆ ਦਾ ਸਾਹਮਣਾ ਕਈ ਵਾਰ ਕਰਨਾ ਪਿਆ। ਸਭ ਤੋਂ ਪਹਿਲਾਂ ਤਾਂ ਜਿਸ ਦਿਨ ਸਿੱਧੂ ਨੇ ਚਾਰਜ ਲੈਣਾ ਸੀ, ਉਸ ਦਿਨ ਹੀ 2 ਦਿਨ ਤੱਕ ਇਹ ਰੇੜਕਾ ਪਿਆ ਰਿਹਾ ਕਿ ਇਹਦੇ ਚਾਰਜ ਲੈਣ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਆਉਣਾ ਕਿ ਨਹੀਂ ਆਉਣਾ। ਇਹ ਵੀ ਬਿਆਨ ਆਉਂਦੇ ਰਹੇ ਕਿ ਜਦ ਤੱਕ ਇਹ ਮਾਫੀ ਨਹੀਂ ਮੰਗਦਾ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਮੈਂ ਨਹੀਂ ਜਾਣਾ। ਫਿਰ ਵਿਚਲਾ ਰਾਹ ਕੱਢਿਆ ਗਿਆ ਕਿ ਇਹਦੇ ਨਾਲ ਦੇ ਜਿਹੜੇ ਵਰਕਿੰਗ ਪ੍ਰਧਾਨ ਸੀ ਉਹਨਾਂ ਨੇ ਜਾ ਕੇ ਤੇ ਸੱਦਾ ਪੱਤਰ ਦਿੱਤਾ, ਜੀ ਤੁਸੀਂ ਆ ਕੇ ਆਸ਼ੀਰਵਾਦ ਦਿਓ। ਉਹਨੇ ਅਗਲੇ ਦਿਨ ਚਾਹ ਰੱਖ ਲਈ ਕਿ ਮੇਰੇ ਕੋਲੋਂ ਚਾਹ ਪੀ ਕੇ ਤੁਸੀਂ ਜਾਇਓ, ਸੁੱਚੇ ਮੂੰਹ ਨਾ ਜਾਇਓ, ਤੇ ਚਾਹ ਪੀਤੀ ਹੋਈ ਤੇ ਫਿਰ ਤੁਸੀਂ ਜਦ ਚੰਗੀ ਤਰ੍ਹਾਂ ਚਾਰਜ ਲੈ ਲਓਗੇ। ਇਹ ਚਾਹ ਪੀਣ ਵਾਸਤੇ ਉੱਥੇ ਗਏ ਤੇ ਉੱਥੇ ਵੀ ਸਿੱਧੂ ਦੀ ਬਾਡੀ ਲੈਂਗੁਏਜ ਇਦਾਂ ਦੀ ਸੀ ਜਿਹਨੂੰ ਬਹੁਤ ਸਾਰੇ ਲੋਕ ਸਮਝਦੇ ਸੀ ਕਿ ਪਤਾ ਨਹੀਂ ਕੈਪਟਨ ਅਮਰਿੰਦਰ ਸਿੰਘ ਕਿੱਦਾਂ ਹਜਮ ਕਰ ਗਿਆ, ਪਰ ਕਰ ਗਿਆ। ਅਖੀਰੇ ਚਲੇ ਗਏ। ਜਦੋਂ ਚਾਰਜ ਲੈਣਾ ਸੀ, ਕੈਪਟਨ ਅਮਰਿੰਦਰ ਸਿੰਘ ਇਹ ਗਣਾਉਂਦਾ ਰਿਹਾ ਕਿ ਮੈਂ ਉੱਥੇ ਬਾਰਡਰ ਤੇ ਸਾਂ ਜਦੋਂ ਨਵਜੋਤ ਸਿੱਧੂ ਦਾ ਜਨਮ ਹੋਇਆ। ਮੇਰੇ ਮਾਤਾ ਜੀ ਲੀਡਰ ਸਨ ਤੇ ਇਹਦੇ ਪਿਤਾ ਜੀ ਉਹਨਾਂ ਦੀ ਮਦਦ ਕਰਦੇ ਹੁੰਦੇ ਸਨ। ਮੈਂ ਵਾਪਸ ਆਇਆ, ਮੈਨੂੰ ਮੇਰੇ ਮਾਤਾ ਜੀ ਨੇ ਆਖਿਆ ਤੂੰ ਰਾਜਨੀਤੀ 'ਚ ਆ, ਤੇ ਇਹਦੇ ਸਿੱਧੂ ਦੇ ਪਿਤਾ ਜੀ ਨੇ ਮੈਨੂੰ ਰਾਜਨੀਤੀ ਸਿਖਾਈ ਸੀ। ਉਹਨੇ ਬੜਾ ਇਹ ਦੱਸਣ ਦਾ ਯਤਨ ਕੀਤਾ ਕਿ ਅਸੀਂ ਦੋਵੇਂ ਪਰਿਵਾਰ ਕਦੋਂ ਤੋਂ ਕਿੱਦਾਂ ਕਿੰਨੇ ਇਕੱਠੇ ਆ। ਜਦੋਂ ਸਿੱਧੂ ਆਇਆ ਤੇ ਇਹਦੀ ਸਾਰੀ ਤਕਰੀਰ ਇਸ ਤਰ੍ਹਾਂ ਦੀ ਸੀ ਜਿਵੇਂ ਉਹ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਨੂੰ ਅੱਖੋਂ ਪਰੋਖਾ ਕਰਕੇ ਬੋਲ ਰਿਹਾ। ਉਹਦਾ ਵੀ ਪ੍ਰਭਾਵ ਦੂਜੇ ਪਾਸੇ ਗਿਆ ਸੀ। ਉਦੋਂ ਬਾਅਦ ਕਈਆਂ ਥਾਵਾਂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਸਿੱਧੂ ਦੀ ਕੀ ਪੋਜੀਸ਼ਨ ਹੋਊ, ਤੁਹਾਡੀ ਕੀ ਪੋਜੀਸ਼ਨ ਹੋਊ, ਸਰਕਾਰ ਕਿਹਦੇ ਕਹਿਣ ਤੇ ਚੱਲੂ, ਇੱਥੇ ਜੀ 2 ਦਰਬਾਰ ਤਾਂ ਨਹੀਂ ਲੱਗਣਗੇ, ਕਾਂਗਰਸ ਦੇ ਵਿੱਚ ਪੰਜਾਬ ਵਿੱਚ 2 ਪਾਵਰ ਸੈਂਟਰ ਤਾਂ ਨਹੀਂ ਬਣ ਗਏ। ਇਹ ਜਿਹੜੇ ਸਵਾਲ ਪੁੱਛੇ ਜਾਣ ਲੱਗ ਪਏ। ਉਹੋ ਜਿਹਾ ਇੱਕ ਸਵਾਲ ਕੱਲ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਗਿਆ ਕਿ ਹੁਣ ਤੁਸੀਂ ਦੱਸੋ ਜੀ ਕਿ ਪੰਜਾਬ ਦਾ ਅਸਲ ਕੈਪਟਨ ਕੌਣ ਹੈ। ਉਹਨੇ ਆਖਿਆ ਅਸਲ ਕੈਪਟਨ ਦਾ ਸਵਾਲ ਮੈਨੂੰ ਪਤਾ ਨਹੀਂ ਕਿੱਥੋਂ ਆ ਜਾਂਦਾ। ਮੇਰੇ ਨਾਲ ਇੰਨੇ ਲੰਮੇ ਸਮੇਂ ਤੋਂ ਕਾਂਗਰਸ ਦੇ ਪ੍ਰਧਾਨ ਦੇ ਤੌਰ ਤੇ ਸੁਨੀਲ ਜਾਖੜ ਸੀ, ਉਦੋਂ ਤੱਕ ਇਹੋ ਜਿਹਾ ਕੋਈ ਸਵਾਲ ਕਦੇ ਕਿਸੇ ਨੇ ਕੀਤਾ ਨਹੀਂ ਸੀ। ਅੱਜ ਇਹ ਸਵਾਲ ਵਾਰ-ਵਾਰ ਕਿਉਂ ਕੀਤਾ ਜਾ ਰਿਹਾ ਮੈਨੂੰ ਪਤਾ ਨਹੀਂ, ਪਰ ਮੈਂ ਨਿੱਜੀ ਤੌਰ ਤੇ ਸਮਝਦਾ ਕਿ ਚੋਣਾਂ ਸਿਰ ਤੇ ਆ ਗਈਆਂ ਨੇ। ਥੋੜਾ ਜਿਹਾ ਸਮਾਂ ਰਹਿ ਗਿਆ, ਦਸੰਬਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਜਾਣਾ, ਜੁਲਾਈ ਲੰਘ ਗਈ ਆ, ਵਿਚਲੇ ਮਹੀਨੇ ਤਾਂ ਇਹ ਰਹਿ ਗਏ ਨੇ। ਸਿਰਫ ਅਗਸਤ, ਸਤੰਬਰ, ਅਕਤੂਬਰ, ਨਵੰਬਰ
ਤੇ ਦਸੰਬਰ, ਇਹਨਾਂ 5 ਮਹੀਨਿਆਂ ਦੇ ਵਿੱਚ ਅਸੀਂ ਕੰਮ ਕਰਨਾ, ਸਾਰੀ ਟੀਮ ਨੂੰ ਮਿਲ ਕੇ ਚੱਲਣਾ ਚਾਹੀਦਾ। ਪਰ ਆ ਜਿਹੜਾ ਸਵਾਲ ਤੁਸੀਂ ਪੁੱਛਦੇ, ਮੈਨੂੰ ਨਹੀਂ ਪਤਾ ਕਿੱਥੋਂ ਆਉਂਦਾ, ਯਾਨੀ ਉਹ ਸਿੱਧਾ ਜਵਾਬ ਨਹੀਂ ਦੇ ਸਕਿਆ। ਤੇ ਮੇਰਾ ਖਿਆਲ ਇਹ ਹੈ ਕਿ ਇਸ ਮੌਕੇ ਤੇ ਜੇ ਨਵਜੋਤ ਸਿੰਘ ਸਿੱਧੂ ਨੂੰ ਇਹੋ ਸਵਾਲ ਪੁੱਛਿਆ ਗਿਆ ਕਿ ਹੁਣ ਤੁਸੀਂ ਦੱਸੋ ਜੀ ਕੈਪਟਨ ਕੌਣ ਹੈ, ਤੇ ਇਹਦਾ ਜਵਾਬ ਜੇ ਕੋਈ ਇਹ ਸਮਝੇ ਕਿ ਸਿੱਧੂ ਫਟਾਫਟ ਦੇ ਦੇਗਾ, ਸਿੱਧਾ ਜਵਾਬ ਸਿੱਧੂ ਤੋਂ ਵੀ ਨਹੀਂ ਦਿੱਤਾ ਜਾ ਸਕਣਾ। ਨਾ ਤਾਂ ਉਹਨੇ ਇਹ ਗੱਲ ਆਖਣੀ ਹੈ ਕਿ ਕੈਪਟਨ ਤਾਂ ਕੈਪਟਨ ਅਮਰਿੰਦਰ ਸਿੰਘ ਜਾਂ ਮੁੱਖ ਮੰਤਰੀ ਹੈ, ਨਾ ਉਹਨੇ ਇਹੀ ਕਹਿਣਾ ਕਿ ਮੈਂ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਹੈ ਇਸ ਕਰਕੇ ਕੈਪਟਨ ਮੈਂ ਆ। ਉਹਨੂੰ ਪਤਾ ਜੇ ਉਹਨੇ ਇਹ ਗੱਲ ਆਖੀ ਤੇ ਕੇਂਦਰ ਤੱਕ ਗੱਲ ਜਾਣੀ ਹੈ ਤੇ ਇਹਦੇ ਨਾਲ ਨਵੇਂ ਪੌੜੇ ਪੈ ਸਕਦੇ ਆ। ਜੇ ਇਹਨਾਂ ਨੇ ਚੋਣਾਂ ਤੱਕ ਬਾਕੀ ਦੇ 5-6 ਮਹੀਨੇ ਇੱਕ ਦੂਸਰੇ ਨਾਲ ਨਿਭਣਾ ਤੇ ਦੋਵਾਂ ਨੂੰ ਇਹਦੇ ਉੱਤੇ ਡਿਪਲੋਮੈਟਿਕ ਜਵਾਬ ਦੇਣੇ ਪੈਣੇ ਆ। ਸਿੱਧਾ ਜਵਾਬ ਦੇਣਾ ਦੋਵਾਂ ਚੋਂ ਕਿਸੇ ਦੇ ਵੀ ਬਸ ਦੀ ਗੱਲ ਨਹੀਂ। ਕੱਲ ਜਿੱਦਾਂ ਅਚਾਨਕ ਇਹ ਸਵਾਲ ਕੀਤਾ ਗਿਆ, ਸਮਝਿਆ ਜਾਂਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਇਸ ਸਵਾਲ ਤੋਂ ਭੜਕ ਸਕਦਾ, ਪਰ ਉਹ ਭੜਕਿਆ ਨਹੀਂ। ਉਹਨੇ ਬਲਕਿ ਇਸ ਤਰ੍ਹਾਂ ਟਾਲਣ ਦਾ ਯਤਨ ਕੀਤਾ। ਅਗਲੀ ਚੋਣ ਲੜਨ ਵਾਸਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪੈਣਾ। ਜੇ ਮਿਲ ਕੇ ਕੰਮ ਨਾ ਕੀਤਾ ਤੇ ਦੋਵਾਂ ਦਾ ਨੁਕਸਾਨ ਵੀ ਹੁੰਦਾ, ਪਾਰਟੀ ਦਾ ਵੀ ਹੁੰਦਾ, ਤੇ ਬਲਕਿ ਉਹਨੇ ਕਹਿਤਾ ਪੰਜਾਬ ਦਾ ਵੀ ਹੁੰਦਾ। ਅਸੀਂ ਵਿਕਾਸ ਦੇ ਬਹੁਤ ਸਾਰੇ ਕੰਮ ਕੀਤੇ ਆ, ਕੁਝ ਕੰਮ ਰਹਿ ਗਏ ਜਿਹੜੇ ਇਸੇ ਸਮੇਂ 'ਚ ਕਰਨੇ ਆ। ਤੇ ਜੇ ਇਸ ਮੌਕੇ ਤੇ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ 'ਚ ਪੈ ਗਏ ਕਿ ਕੈਪਟਨ ਕੌਣ ਹੈ, ਤੇ ਉਹਦੇ ਨਾਲ ਪੰਜਾਬ ਦੇ ਵਿਕਾਸ ਦਾ ਵੀ ਕੰਮ ਰੁਕੇਗਾ। ਇਸ ਕਰਕੇ ਬਿਹਤਰ ਹੈ ਕਿ ਸਵਾਲ ਨਾ ਛਿੜਿਆ ਜਾਵੇ। ਬਿਲਕੁਲ ਸਹੀ। ਮਨ ਸਾਹਿਬ, ਇੱਕ ਜੇ ਮੈਂ ਗਲਤ ਨਹੀਂ ਗਾ ਤੇ ਅੱਜ 2 ਅਗਸਤ ਹੋ ਗਈ ਭਾਰਤ ਦੇ ਹਿਸਾਬ ਨਾਲ ਤੁਹਾਡੀ, ਤੇ ਸੋਮਵਾਰ ਤੋਂ ਜਿੱਦਾਂ ਹੁਣ ਇਹ ਸਾਰੇ ਸਕੂਲ ਖੋਲ੍ਹਣ ਦਾ ਐਲਾਨ ਪੰਜਾਬ ਸਰਕਾਰ ਨੇ ਕੀਤਾ ਸੀ, ਇਹਦੇ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਇਤਰਾਜ਼ ਜਤਾਇਆ ਕਿ ਜਿਹੜੇ ਨਿਆਣੇ ਨੇ ਉਹਨਾਂ ਦੀ ਸਿਹਤ ਦੇ ਬਾਰੇ 'ਚ ਕੋਈ ਪੰਜਾਬ ਸਰਕਾਰ ਨੂੰ ਫਿਕਰ ਹੈਗਾ ਕਿ ਨਹੀਂ ਹੈਗਾ, ਕੋਈ ਪ੍ਰਬੰਧ ਕੀਤੇ ਕਿ ਨਹੀਂ ਕੀਤੇ। ਬਿਨਾਂ ਪ੍ਰਬੰਧ ਕੀਤੇ ਜਿਸ ਤਰ੍ਹਾਂ ਇਹ ਛੋੜ ਦੇ ਦਿੱਤੀ ਗਈ ਵੀ ਹਾਂਜੀ ਠੀਕ ਹੈ ਜੀ ਸਕੂਲ ਖੁੱਲ੍ਹ ਸਕਦੇ, ਨਿਆਣੇ ਆ ਸਕਦੇ ਆ, ਇਹਦੇ ਤੇ ਇਤਰਾਜ਼ ਹੈ। ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਜੀ? ਦੇਖੋ, ਜਿਹੜੀ ਵੀ ਸਰਕਾਰ ਹੁੰਦੀ ਆ ਉਹਦੇ 'ਚ ਇਹਨਾਂ ਮਾਮਲਿਆਂ ਤੇ ਮਤਭੇਦ ਆ ਜਾਂਦੇ ਆ। ਮੰਤਰੀਆਂ ਦੇ ਵਿੱਚੋਂ ਵੀ ਕੁਝ ਮੰਤਰੀਆਂ ਦੀ ਰਾਏ ਹੁੰਦੀ ਆ ਖੋਲ੍ਹ ਦਿਓ, ਕੁਝ ਦੀ ਰਾਏ ਹੁੰਦੀ ਕਿ ਨਾ ਖੋਲ੍ਹੋ। ਇੰਗਲੈਂਡ ਵਰਗੇ ਗ੍ਰੇਟ ਬ੍ਰਿਟਨ ਦੇ ਵਿੱਚ ਵੀ ਇਹ ਸਵਾਲ ਉੱਠਿਆ ਸੀ, ਖੋਲ੍ਹੇ ਜਾਣ ਨਾ ਖੋਲ੍ਹੇ ਜਾਣ। ਫਿਰ ਫੈਸਲਾ ਕੀਤਾ ਗਿਆ ਫਲਾਣੀ ਚੀਜ਼ ਖੋਲ੍ਹ ਦਿਓ, ਫਲਾਣੀ ਨਾ ਖੋਲ੍ਹੋ। ਉਹਦੇ ਉੱਤੇ ਵੀ ਮਤਭੇਦ ਹੈ। ਇਹ ਮਤਭੇਦ ਅਮਰੀਕਾ ਵਿੱਚ ਵੀ ਹੈਗੇ, ਪੰਜਾਬ ਵਿੱਚ ਵੀ ਹੈ। ਆਮ ਆਦਮੀ ਪਾਰਟੀ ਨੇ ਕੀ ਪੁੱਛਣਾ, ਖੁਦ ਕਾਂਗਰਸ ਪਾਰਟੀ ਦੇ ਅੰਦਰ ਔਰ ਪੰਜਾਬ ਦੀ ਸਰਕਾਰ ਦੇ ਅੰਦਰ ਵੀ ਇੱਕ ਰਾਏ ਹੈ ਨਹੀਂ ਕਿ ਖੁੱਲ੍ਹਣੇ ਚਾਹੀਦੇ ਕਿ ਨਹੀਂ ਖੁੱਲ੍ਹਣੇ ਚਾਹੀਦੇ। ਪਰ ਰੋਕਿਆ ਕਿੰਨੀ ਕੁ ਦੇਰ ਤੱਕ ਜਾਊਗਾ? ਗੁਰਪ੍ਰੀਤ ਜੀ, ਕਿਤੇ ਨਾ ਕਿਤੇ ਤਾਂ ਖੁੱਲ੍ਹਣੇ ਪੈਣੇ ਆ, ਇਹ ਰਿਸਕ ਵੀ ਲੈਣਾ ਪੈਣਾ। ਕੈਨੇਡਾ ਦੇ ਵਿੱਚੋਂ ਵੀ ਮੈਨੂੰ ਪਤਾ ਲੱਗਾ ਕੁਝ ਇਲਾਕਿਆਂ 'ਚ ਸਕੂਲ ਖੋਲ੍ਹੇ ਜਾ ਰਹੇ ਨੇ, ਕੁਝ ਰਾਜਾਂ ਦੇ ਵਿੱਚ ਅਜੇ ਜੱਕੋ ਤੱਕਾ। ਇੱਥੇ ਵੀ ਆ ਆਮ ਆਦਮੀ ਪਾਰਟੀ ਕਿਉਂਕਿ ਬਾਹਰ ਬੈਠੀ ਆ, ਸਰਕਾਰ ਚਲਾਉਣ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਅਜੇ ਉਹਨਾਂ ਦੇ ਕੋਲ ਆਈ ਨਹੀਂ। ਅਜੇ ਤਾਂ ਸੁਪਨਾ ਹੈ ਨਾ, ਹੋ ਸਕਦਾ ਕੱਲ ਨੂੰ ਆ ਵੀ ਜਾਵੇ। ਪਰ ਜਿਹੜਾ ਪਾਸੇ ਬੈਠਾ ਹੁੰਦਾ ਉਹ ਇਹ ਕਹਿ ਸਕਦਾ ਹੁੰਦਾ ਆਹ ਕਿਉਂ ਨਹੀਂ ਕੀਤਾ ਤੇ ਆਹ ਕਿਉਂ ਕੀਤਾ, ਦੋਵੇਂ ਗੱਲਾਂ ਕਹਿ ਸਕਦਾ ਹੁੰਦਾ। ਜਿਹੜਾ ਸਰਕਾਰ ਚਲਾ ਰਿਹਾ ਉਹਨੂੰ ਪਹਿਲਾਂ ਤੇ ਅਫਸਰਾਂ ਦੀ ਸੁਣਨੀ ਪੈਣੀ ਆ, ਫਿਰ ਉਹਨੂੰ ਸਕੂਲਾਂ ਦੇ ਮਾਲਕਾਂ ਦੀ ਤੇ ਪ੍ਰਬੰਧਕਾਂ ਦੀ ਸੁਣਨੀ ਪੈਣੀ ਹੈ, ਟੀਚਰਾਂ ਦੀ ਸੁਣਨੀ ਪੈਣੀ ਹੈ, ਫਿਰ ਬੱਚਿਆਂ ਦੇ ਮਾਪਿਆਂ ਦੀ ਸੁਣਨੀ ਪੈਣੀ ਹੈ, ਉਹਦੇ ਬਾਅਦ ਮਾਹਿਰਾਂ ਨਾਲ ਸਲਾਹ ਕਰਨੀ ਪੈਣੀ ਹੈ, ਫਿਰ ਆਪਣੀ ਪਾਰਟੀ ਦੇ ਅੰਦਰ ਤੇ ਆਪਣੀ ਸਰਕਾਰ ਦੇ ਅੰਦਰ ਇੱਕ ਰਾਏ ਬਣਾਉਣੀ ਪੈਣੀ ਹੈ। ਉਹ ਰਾਏ ਪ੍ਰਵਾਨ ਚੜ੍ਹਦੀ ਕਿ ਨਹੀਂ ਚੜ੍ਹਦੀ। ਕਈ ਵਾਰੀ ਇਹੋ ਜਿਹਾ ਰਿਸਕ ਹੁੰਦਾ ਕਿ ਇਹ ਜੇ 50-50 ਹੈ ਜੀ, ਬਹੁਤੇ ਲੋਕੀ ਕਹਿਣ ਵੇਖ ਲਓ ਜੀ ਨੁਕਸਾਨ ਵੀ ਹੋ ਸਕਦਾ ਜੀ, ਵੈਸੇ ਚਲਾਉਣੇ ਵੀ ਪੈਣੇ ਜੀ। ਜਿਹੜਾ ਉਹ ਅੱਗੇ ਖਲੋਤਾ ਉਹ ਬਾਕੀਆਂ ਵਾਂਗ ਜੀ ਨਹੀਂ ਕਰ ਸਕਦਾ, ਉਹਨੂੰ ਇੱਧਰ ਜਾਂ ਉੱਧਰ ਇੱਕ ਫੈਸਲਾ ਕਰਨਾ ਹੀ ਪੈਣਾ। ਉਹ ਜਦੋਂ ਵੀ ਕਰੇਗਾ ਉਹਦੇ ਵਿੱਚ ਕੋਈ ਨਾ ਕੋਈ ਤਾਂ 19-21 ਨੁਕਸ ਕੱਲ ਨੂੰ ਕੱਢਿਆ ਹੀ ਜਾਣਾ। ਇਸ ਕਰਕੇ ਕੋਈ ਫੈਸਲਾ ਕਰਨਾ ਹੀ ਪੈਣਾ। ਠੀਕ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਹ ਫੈਸਲਾ ਕਰਨ ਲੱਗੀ ਹੈ, ਪਰ ਇਹ ਤਿਆਰੀ ਰੱਖਣੀ ਚਾਹੀਦੀ ਹੈ ਕਿ ਜੇ ਮਾੜਾ ਜਿਹਾ ਵੀ ਕੋਈ ਖਤਰਾ ਕਿਸੇ ਪਾਸੋਂ ਦਿਸੇ, ਕੋਈ ਸੰਕੇਤ ਵੀ ਮਿਲੇ, ਕੋਈ ਮਾੜਾ ਜਿਹਾ ਸਿਗਨਲ ਮਿਲੇ ਤੇ ਉਸੇ ਦਿਨ ਸਕੂਲ ਫਿਰ ਬੰਦ ਕੀਤੇ ਜਾ ਸਕਣ। ਇਹਨੂੰ ਕੋਈ ਪੱਕਾ ਸਮਝ ਕੇ ਨਹੀਂ ਫੈਸਲਾ ਕਰਨਾ ਚਾਹੀਦਾ। ਇਹ ਸੋਚ ਲੈਣਾ ਚਾਹੀਦਾ ਕਿ ਖੜੇ ਪੈਰ ਬਦਲਣਾ ਵੀ ਪੈ ਸਕਦਾ। ਬਿਲਕੁਲ ਸਹੀ। ਵਰ ਸਾਹਿਬ, ਇੱਕ ਸੰਤ ਬਲਜੀਤ ਸਿੰਘ ਦਾਦੂਵਾਲ ਹੋਰੀਆਂ ਅੱਜ ਕੱਲ੍ਹ ਬੜੇ ਚਰਚਾ 'ਚ ਆ, ਕਿਉਂਕਿ ਪਹਿਲਾਂ ਉਹ ਸ਼ਖਸ ਮੋਰਚੇ ਦਾ ਕਰਕੇ ਚਰਚਾ ਸੀ, ਫਿਰ ਮੋਰਚਾ ਨਾ ਲਾਉਣ ਕਰਕੇ ਚਰਚਾ ਸੀ, ਫਿਰ ਅਚਾਨਕ ਬਿਆਨ ਆਇਆ ਕਿ ਮੈਂ ਹੁਣ ਕਿਸਾਨਾਂ ਦਾ ਵਿਚੋਲੀਆ ਬਣ ਕੇ ਤੇ ਮਸਲਾ ਹੱਲ ਕਰਾ ਦੇਣਾ। ਫਿਰ ਉਧਰੋਂ ਕਿਸਾਨਾਂ ਨੇ ਕਿਹਾ ਕਿ ਵੀ ਬਾਬਾ ਜੀ ਪਹਿਲਾਂ ਸਾਡੇ ਲਈ ਤੁਸੀਂ ਕੀ ਕੀਤਾ ਜਿਹੜਾ ਹੁਣ ਵਿਚੋਲੀਏ ਬਣਨ ਨੂੰ ਫਿਰਦੇ ਹੋ। ਉਹ ਅਜੇ ਰੇੜਕਾ ਜਿਹਾ ਚੱਲਦਾ ਹੀ ਸੀਗਾ ਕਿ ਵੀ ਹੁਣ ਪਤਾ ਲੱਗਾ ਸ਼ਾਇਦ ਦਾਦੂਵਾਲ ਸਾਹਿਬ ਹਰਿਆਣੇ ਜਿੱਥੇ ਰਹਿੰਦੇ ਜਿਹੜੇ ਪਿੰਡ 'ਚ, ਉਸ ਪਿੰਡ ਵਾਲਿਆਂ ਨੇ ਵੀ ਬਾਈਕਾਟ ਕਰਤਾ ਵੀ ਭਾਈ ਸਾਹਿਬ ਤੁਸੀਂ ਸਾਡੇ ਪਿੰਡ 'ਚੋਂ ਵਿਜੇ ਸਾਂਪਲਾ ਨੂੰ ਕਿਉਂ ਸੱਦਿਆ। ਇਹ ਸੰਤ ਦਾਦੂਵਾਲ ਦੀ ਬੀਜੇਪੀ ਨਾਲ ਨੇੜਤਾ ਤੇ ਉਸ ਤੋਂ ਬਾਅਦ ਵਿਰੋਧ ਦਾ ਹੋਣਾ ਜਾਂ ਇਵਨ ਬਾਈਕਾਟ ਦਾ ਹੋਣਾ, ਇਹ ਕੀ ਚੀਜ਼ ਦਿਖਾਉਂਦੀ ਹੈ ਜੀ? ਇਹ ਸੰਤ ਬਲਜੀਤ ਸਿੰਘ ਦਾਦੂਵਾਲ ਅੱਜ ਕੱਲ੍ਹ ਹਰਿਆਣੇ 'ਚ ਜਿੱਥੇ ਹਿੰਦੇ ਚੱਲਦੀ ਹੈ ਉੱਥੇ ਜਾ ਕੇ ਤਾਂ ਹੀ ਵਿਚੋਲੀਆ ਬਣਦਾ ਪਿਆ। ਪੰਜਾਬ 'ਚ ਹੁੰਦਾ ਤੇ ਉਹਨੇ ਵਿਚੋਲਾ ਬਣਨ ਦਾ ਯਤਨ ਕਰਨਾ ਸੀ, ਉੱਥੇ ਜਾ ਕੇ ਉਹ ਕੋਸ਼ਿਸ਼ਾਂ ਕਰਦਾ ਪਿਆ। ਉਹ ਨਾ ਵਿਚੋਲੀਆ ਬਣੇਗਾ ਨਾ ਵਿਚੋਲਾ ਬਣੇਗਾ, ਕਿਉਂਕਿ ਬਣਨ ਵਾਸਤੇ ਦੋਵਾਂ ਧਿਰਾਂ ਦੀ ਸਹਿਮਤੀ ਚਾਹੀਦੀ ਹੁੰਦੀ ਹੈ।
ਉਹ ਸਹਿਮਤੀ ਇਸ ਵੇਲੇ ਨਹੀਂ ਬਣਦੀ ਪਈ। ਸਮੱਸਿਆ ਇਹ ਹੈ ਕਿ ਇੱਕ ਦਿਨ ਉਹ ਜਾ ਕੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲਿਆ, ਉਸੇ ਦਿਨ ਹੀ ਕਿਸਾਨਾਂ ਨੇ ਰੌਲਾ ਪਾ ਦਿੱਤਾ ਕਿ ਸਾਡੀ ਐਜੀਟੇਸ਼ਨ ਚੱਲਦੀ ਦੇ ਦੌਰਾਨ ਇਹ ਬੰਦਾ ਮਿਲਣ ਵਾਸਤੇ ਕਿਉਂ ਗਿਆ, ਇਹਨੂੰ ਕਿਹਨੇ ਆਖਿਆ ਸੀ। ਔਰ ਕਿਸਾਨਾਂ ਦੀਆਂ ਕੁਝ ਜਥੇਬੰਦੀਆਂ ਨੇ ਇਹ ਵੀ ਆਖਿਆ ਕਿ ਇਸ ਬੰਦੇ ਨੂੰ ਤੇ ਇਹ ਅੱਜ ਤੱਕ ਕਦੇ ਆਪਣੇ ਕਿਸੇ ਕਮੇਟੀ ਵਿੱਚ ਪਾਇਆ ਨਹੀਂ, ਇਹਦੇ ਨਾਲ ਤੇ ਅਸੀਂ ਕਦੇ ਕੋਈ ਸਲਾਹ ਨਹੀਂ ਕੀਤੀ, ਇਹ ਸਾਡਾ ਕੁਝ ਲੱਗਦਾ ਨਹੀਂ, ਇਹਦਾ ਸਾਡੇ ਸਾਰੇ ਸੰਘਰਸ਼ ਦੇ ਵਿੱਚ ਕੋਈ ਯੋਗਦਾਨ ਨਹੀਂ। ਇੰਨੇ ਸਾਧਾਂ ਸੰਤਾਂ ਨੇ ਲੰਗਰ ਲਾਏ ਸੀ, ਇਹਨਾਂ ਤੇ ਕਦੇ ਕੋਈ ਲੰਗਰ ਵੀ ਨਹੀਂ ਲਾਇਆ। ਇਹ ਬੜੇ ਉਹਨਾਂ ਨੇ ਪੁਰਾਣੇ ਜਿਹੜੇ ਪੁੱਟੇ ਦੱਬੇ ਮੁਰਦੇ ਸੀ ਉਹ ਪੁੱਟੇ, ਉਹ ਬੜੇ ਕਿਸਮ ਦੇ ਮਿਹਣੇ ਦਿੱਤੇ। ਇਹਨੂੰ ਉਦੋਂ ਸਮਝਣਾ ਚਾਹੀਦਾ ਸੀ। ਫਿਰ ਇਹਨੇ ਵਿਜੇ ਸਾਂਪਲਾ ਜਿਹੜਾ ਭਾਜਪਾ ਦਾ ਲੀਡਰ ਹੈ, ਇਸ ਵੇਲੇ ਭਾਜਪਾ ਦੇ ਲੀਡਰ ਦੇ ਤੌਰ ਤੇ ਨਹੀਂ, ਭਾਰਤ ਸਰਕਾਰ ਦੇ ਇੱਕ ਕਮਿਸ਼ਨ ਦਾ ਚੇਅਰਮੈਨ ਹੈ, ਉਸ ਚੇਅਰਮੈਨ ਦੇ ਤੌਰ ਤੇ ਆਉਣਾ ਸੀ। ਪਰ ਇਹਨੂੰ ਇਹ ਪਤਾ ਕਿ ਲੋਕ ਉਹਨੂੰ ਅਜੇ ਵੀ ਉਸ ਕਮਿਸ਼ਨ ਦਾ ਚੇਅਰਮੈਨ ਘੱਟ ਤੇ ਭਾਜਪਾ ਦਾ ਉਹ ਲੀਡਰ ਵੱਧ ਮੰਨਦੇ ਆ ਜਿਹੜਾ ਪਹਿਲਾਂ ਪਿੰਡਾਂ ਦੇ ਵਿੱਚ ਭਾਜਪਾ ਦੀ ਲੀਡਰੀ ਕਰਦਾ ਸੀ, ਫਿਰ ਪਾਰਲੀਮੈਂਟ ਮੈਂਬਰ ਬਣਿਆ ਹੁਸ਼ਿਆਰਪੁਰ ਹਲਕੇ ਤੋਂ, ਫਿਰ ਕੇਂਦਰ ਸਰਕਾਰ 'ਚ ਨਰਿੰਦਰ ਮੋਦੀ ਨਾਲ ਮੰਤਰੀ ਬਣਿਆ। ਉਹ ਜਿਹੜਾ ਸੀ ਉਹ ਅਜੇ ਤੱਕ ਸਾਂਪਲਾ ਲੋਕਾਂ ਦੀ ਨਜ਼ਰ 'ਚ ਆ। ਉਹ ਪੰਜਾਬ ਵਿੱਚ ਆਪਣੇ ਪੁਰਾਣੇ ਇਲਾਕੇ 'ਚ, ਆਪਣੇ ਪਿੰਡ ਵਿੱਚ, ਆਪਣੇ ਸ਼ਹਿਰ ਵਿੱਚ ਜਾਂਦਾ, ਇੱਥੇ ਵੀ ਉਹਦਾ ਘਰਾਓ ਹੁੰਦਾ। ਇਹ ਗੱਲ ਸੰਤ ਦਾਦੂਵਾਲ ਨੂੰ ਧਿਆਨ 'ਚ ਰੱਖਣੀ ਚਾਹੀਦੀ ਸੀ, ਜਿਹੜੀ ਉਹ ਰੱਖ ਨਹੀਂ ਸਕਿਆ। ਪਹਿਲਾਂ ਮਨੋਹਰ ਲਾਲ ਖੱਟਰ ਨੂੰ ਮਿਲਣ ਜਾਣਾ, ਫਿਰ ਵਿਜੇ ਸਾਂਪਲਾ ਨੂੰ ਆਪਣੇ ਕੋਲ ਆਉਣ ਵਾਸਤੇ ਕਹਿ ਦੇਣਾ ਔਰ ਉਹਦੀ ਤਿਆਰੀ ਰੱਖਣੀ। ਜਦੋਂ ਪਤਾ ਲੱਗਾ ਵਿਜੇ ਸਾਂਪਲਾ ਆ ਰਿਹਾ ਤੇ ਜਿਹੜੇ ਉਸ ਇਲਾਕੇ ਦੇ ਕਿਸਾਨਾਂ ਨੇ ਅੱਜ ਤੱਕ ਕਦੇ ਦੁਸ਼ਯੰਤ ਚੌਟਾਲੇ ਨੂੰ ਆਪਣੇ ਘਰ ਆਏ ਤੇ ਸੁੱਕਾ ਨਹੀਂ ਜਾਣ ਦਿੱਤਾ, ਉਹ ਵਿਜੇ ਸਾਂਪਲਾ ਦੇ ਸਵਾਲ ਤੇ ਕਿਹੜਾ ਚੁੱਪ ਕਰਨ ਲੱਗੇ ਸਨ। ਅਸੀਂ ਇਸ ਗੱਲ ਵਿੱਚ ਨਹੀਂ ਜਾਂਦੇ ਕਿ ਕਿਸਾਨਾਂ ਨੇ ਠੀਕ ਕੀਤਾ ਕਿ ਗਲਤ ਕੀਤਾ, ਉਹਨਾਂ ਦੀ ਇੱਕ ਐਜੀਟੇਸ਼ਨ ਹੈ, ਉਹ ਜਾਣਨ ਤੇ ਸਰਕਾਰ ਜਾਣੇ। ਪਰ ਇਹ ਗੱਲ ਤੇ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਪਤਾ ਸੀ ਕਿ ਉਹਦੇ ਖਿਲਾਫ ਰੋਸ ਹੁੰਦਾ ਤੇ ਰੋਸ ਕਰ ਸਕਦੇ ਨੇ ਬੰਦੇ, ਜੇ ਕਰ ਸਕਦੇ ਨੇ ਤੇ ਇਸ ਗੱਲ ਦਾ ਧਿਆਨ ਰੱਖ ਕੇ ਉਹਨੂੰ ਚੱਲਣਾ ਚਾਹੀਦਾ ਸੀ। ਉਹ ਇਹ ਧਿਆਨ ਰੱਖ ਕੇ ਨਹੀਂ ਚੱਲ ਸਕਿਆ, ਉੱਥੇ ਸੱਦ ਲਿਆ ਤੇ ਉਹਦਾ ਵਿਰੋਧ ਹੋਇਆ। ਇੱਕ ਤਾਂ ਇਹ ਹੈ ਕਿ ਉੱਥੇ ਉਹਦਾ ਵਿਜੇ ਸਾਂਪਲਾ ਦਾ ਵਿਰੋਧ ਹੋਇਆ, ਦੂਸਰਾ ਜਿਹੜਾ ਪਿੰਡ ਹੈ ਦਾਦੂ, ਇਹਦਾ ਸੰਤ ਬਲਜੀਤ ਸਿੰਘ ਦਾ ਆਪਣਾ ਪਿੰਡ ਨਹੀਂ ਗਾ, ਉਸ ਦਾਦੂ ਪਿੰਡ ਦੇ ਵਿੱਚ ਗੁਰਦੁਆਰਾ ਇੱਕ ਡੇਰਾ ਹੈ ਜਿੱਥੋਂ ਇਹ ਸਾਰੀ ਰਾਜਨੀਤੀ ਵੀ ਕਰਦਾ ਤੇ ਧਰਮ ਪ੍ਰਚਾਰ ਵੀ ਕਰਦਾ ਤੇ ਹੋਰ ਮੁੱਦੇ ਵੀ ਚੁੱਕਦਾ। ਇਹ ਉਸ ਪਿੰਡ ਦੇ ਵਿੱਚ ਜਿੱਥੇ ਰਹਿੰਦਾ ਦਾਦੂ 'ਚ, ਉਸ ਦਾਦੂ ਪਿੰਡ ਦੀ ਪੰਚਾਇਤ ਨੇ ਨਹੀਂ, ਉੱਥੋਂ ਦੇ ਆਮ ਲੋਕਾਂ ਨੇ ਸਾਰਿਆਂ ਨੇ ਰਲ ਕੇ ਫੈਸਲਾ ਕਰਤਾ ਔਰ ਇਹ ਆਖਿਆ ਕਿ ਅਸੀਂ ਇਹਦਾ ਬਾਈਕਾਟ ਕਰਦੇ ਹਾਂ, ਕਿਉਂਕਿ ਅਸੀਂ ਬੀਜੇਪੀ ਦਾ ਬਾਈਕਾਟ ਕੀਤਾ ਸੀ। ਪਤਾ ਹੋਣ ਦੇ ਬਾਵਜੂਦ ਇਹਨੇ ਬੀਜੇਪੀ ਦੇ ਲੀਡਰਾਂ ਨੂੰ ਸੱਦਿਆ ਔਰ ਸੱਦ ਕੇ ਸਾਡੇ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲਾਉਣ ਦਾ ਯਤਨ ਕੀਤਾ, ਜਿਹੜੀ ਗੱਲ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਇਸ ਕਰਕੇ ਅਸੀਂ ਬਲਜੀਤ ਸਿੰਘ ਦਾਦੂਵਾਲ ਦਾ ਬਾਈਕਾਟ ਕਰਦੇ ਹਾਂ ਤੇ ਜਿਹੜਾ ਇਹਦੇ ਨਾਲ ਮਿਲੇਗਾ, ਉਹਨਾਂ ਨੇ ਬਹੁਤ ਸਾਰੇ ਹੋਰ ਵੀ ਕੀਤੇ ਨੇ। ਮੇਰੇ ਕੋਲ ਉਸ ਪ੍ਰੈਸ ਨੋਟ ਦੀ ਕਾਪੀ ਆ ਗਈ ਆ, ਉਸ ਮਤੇ ਦੀ ਕਾਪੀ ਆ ਗਈ ਆ, ਜਿਹਦੇ ਵਿੱਚ ਇਹ ਸਾਰੀਆਂ ਗੱਲਾਂ ਲਿਖ ਕੇ ਤੇ ਲਿਖਣ ਤੋਂ ਬਾਅਦ ਸਰਪੰਚ, ਪੰਚਾਇਤ, ਉੱਥੋਂ ਦੇ ਪਿੰਡ ਦੇ ਸਾਰੇ ਲੋਕਾਂ ਦੇ ਦਸਤਖਤ ਤੇ ਅੰਗੂਠੇ ਲੱਗੇ ਨੇ। ਉਹ 4-5 ਸਫ਼ਿਆਂ ਦਾ ਮਤਾ ਹੈ ਜਿਹੜਾ ਮੇਰੇ ਕੋਲ ਵੀ ਆਇਆ ਤੇ ਬਾਕੀਆਂ ਕੋਲ ਵੀ ਚੱਲ ਜਾਵੇਗਾ। ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਇਸ ਮਾਮਲੇ 'ਚ ਸੰਭਲ ਕੇ ਚੱਲਣਾ ਚਾਹੀਦਾ ਸੀ। ਦੂਸਰੀ ਗੱਲ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਪਹਿਲਾਂ ਵੀ ਕਈ ਕਿਸਮ ਦੇ ਵਾਦ-ਵਿਵਾਦ ਵਿੱਚ ਰਿਹਾ ਹੈ। ਜਦੋਂ ਅਕਾਲੀ ਭਾਜਪਾ ਸਰਕਾਰ ਹੁੰਦੀ ਸੀ ਪੰਜਾਬ 'ਚ, ਇਹ ਪਹਿਲਾਂ ਅਕਾਲੀ ਭਾਜਪਾ ਸਰਕਾਰ ਦੇ ਨੇੜੇ ਆਇਆ। 2007 ਦੇ ਵਿੱਚ ਜਦੋਂ ਅਕਾਲੀ ਭਾਜਪਾ ਵਾਲਿਆਂ ਨੇ ਸੱਚੇ ਸੌਦੇ ਵਾਲੇ ਦੇ ਖਿਲਾਫ ਇਹ ਸਾਰੀ ਮੁਹਿੰਮ ਆਪ ਚਲਵਾਈ ਸੀ, ਉਦੋਂ ਹੀ ਉਹਨਾਂ ਨਾਲ ਰਲ ਕੇ ਤੇ ਸੱਚੇ ਸੌਦੇ ਵਾਲੇ ਰਾਮ ਰਹੀਮ ਦਾ ਰਾਹ ਰੋਕਦਾ ਰਿਹਾ। ਇੱਕ ਵਾਰੀ ਉੱਤੇ ਪੱਥਰਬਾਜ਼ੀ ਕੀਤੀ ਤੇ ਪੱਥਰਬਾਜ਼ੀ ਕਰ ਜੇ ਆਪ ਸ਼ਾਮਲ ਸੀ। ਜਦੋਂ ਮੁੜ ਕੇ ਉਹਨਾਂ ਦੀ ਅੰਦਰ ਖਾਤੇ ਗਿੱਟਮਿੱਟ ਹੋ ਗਈ, ਇਹਨੂੰ ਆਖਿਆ ਪਿੱਛੇ ਹਟ ਜਾ, ਇਹ ਆਪਣੀ ਥਾਂ ਤੇ ਅੜ ਗਿਆ, ਮੈਂ ਪਿੱਛੇ ਨਹੀਂ ਹਟਦਾ। ਉਹਨਾਂ ਨੇ ਮੁੜ ਕੇ ਉੱਤੇ ਡੇਰੇ ਤੇ ਕਬਜ਼ਾ ਕਰਾ ਲਿਆ। ਇਹਦੇ ਡੇਰੇ ਦੇ ਉੱਤੇ, ਡੇਰਾ ਦਾ ਪੰਜਾਬ ਵਿੱਚ ਵੀ ਇੱਕ ਹੈਗਾ, ਉਸ ਡੇਰੇ ਤੇ ਕਬਜ਼ਾ ਕਰ ਲਿਆ, ਇਹ ਤੇ ਕੇਸ ਬਣਾ ਕੇ ਸੁਖਬੀਰ ਸਿੰਘ ਰਾਣੇ ਨੂੰ ਜੇਲ੍ਹ 'ਚ ਸੁੱਟ ਦਿੱਤਾ। ਫਿਰ ਸਮਝੌਤੇ ਦੀਆਂ ਅੰਦਰ ਖੱਤੇ ਗੱਲਾਂ ਚੱਲੀਆਂ। ਇੱਕ ਵਾਰੀ ਇਹ ਹੋਇਆ ਕਿ ਅਦਾਲਤ ਵਿੱਚ ਉਹਦੀ ਜ਼ਮਾਨਤ ਹੋ ਗਈ। ਸਮਝਿਆ ਜਾਂਦਾ ਸੀ ਕਿ ਅੱਜ ਸੰਤ ਦਾਦੂਵਾਲ ਨੂੰ ਛੱਡ ਦਿੱਤਾ ਜਾਊਗਾ, ਜੇਲ੍ਹ ਵਿੱਚੋਂ ਉਹਨੂੰ ਛੱਡਿਆ ਗਿਆ। ਇਹਨੂੰ ਇਹ ਖੁਸ਼ ਸੀ ਕਿ ਹੁਣ ਤਾਂ ਮੈਂ ਅਦਾਲਤ ਤੋਂ ਜ਼ਮਾਨਤ ਲੈ ਲਈ, ਹੁਣ ਮੈਂ ਸੁਖਬੀਰ ਨੂੰ ਕੀ ਸਮਝਦਾ। ਜਦੋਂ ਅੱਗੇ ਜਾ ਕੇ ਗੱਡੀ 'ਚ ਬਹਿਣ ਲੱਗਾ, ਇੱਕ ਸਿਪਾਹੀ ਨੇ ਆ ਕੇ ਆਖਿਆ, ਬਾਬਾ ਜੀ ਉਹ ਇਸ ਤਰ੍ਹਾਂ ਕਿ ਉਹ ਤੁਹਾਡੇ ਇੱਕ ਕਾਗਜ਼ ਤੇ ਦਸਤਖਤ ਹੋਣ ਵਾਲੇ ਰਹਿ ਗਏ ਜ਼ਮਾਨਤ ਵਾਲੇ ਤੇ। ਇਹ ਅੰਦਰ ਗਿਆ ਜ਼ਮਾਨਤ ਵਾਲੇ ਕਾਗਜ਼ ਤੇ ਦਸਤਖਤ ਕਰਨ। ਜਦੋਂ ਇਹਨੇ ਦਸਤਖਤ ਕੀਤੇ, ਉਹਨਾਂ ਨੇ ਆਖਿਆ, ਬਾਬਾ ਜੀ ਇਹ ਨਵਾਂ ਕਲੰਦਰਾ, ਤੁਸੀਂ ਜੇਲ੍ਹ ਤੋਂ ਨਿਕਲਦੇ ਸਾਰੀ ਬਾਹਰ ਆਪਣੇ ਸਮਰਥਕਾਂ ਨੂੰ ਫਿਰ ਸਰਕਾਰ ਦੇ ਖਿਲਾਫ ਭੜਕਾਇਆ, ਕੇਸ ਬਣ ਗਿਆ ਤੇ ਐਸਡੀਐਮ ਸਾਹਿਬ ਨੇ ਕਿਹਾ ਇਹਨੂੰ ਜੇਲ੍ਹ 'ਚ ਹੀ ਰੱਖੋ। ਇਹਨੂੰ ਫਿਰ ਅੰਦਰ ਦੇ ਦਿੱਤਾ ਗਿਆ। ਫਿਰ ਇਹਨੇ ਸੁਖਬੀਰ ਸਿੰਘ ਬਾਦਲ ਨਾਲ ਅੰਦਰ ਖਾਤੇ ਕੋ ਬੰਦਿਆਂ ਨਾਲ ਸਮਝੌਤਾ ਕੀਤਾ। ਸਮਝੌਤਾ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਇਹਦਾ ਡੇਰਾ ਛਡਵਾ ਦਿੱਤਾ। ਸਾਰੇ ਲੋਕੀ ਕਹਿਣ ਵੀ ਹੁਣ ਇਹਦਾ ਡੇਰਾ ਕਿੱਦਾਂ ਛੱਡਿਆ ਗਿਆ, ਚਰਚਾ ਉਦੋਂ ਵੀ ਚੱਲੀ। ਫਿਰ ਇੱਕ ਵਾਰੀ ਰਾਧਾ ਸੁਆਮੀ ਵਾਲੇ ਬਾਬਾ ਜੀ ਉਹ ਚੇਚਾ ਮਿਲਣੇ ਨੂੰ ਉੱਥੇ ਦੇ ਘਰ ਤੱਕ ਪਹੁੰਚ ਗਏ। ਇਦਾਂ ਦੀਆਂ ਬਹੁਤ ਗੱਲਾਂ ਨੇ ਜਿਨ੍ਹਾਂ ਦੇ ਵਿੱਚ ਇਹ ਸੰਤ ਅੱਗੇ ਵੀ ਕਈ ਵਾਰੀ ਦਾਦੂਵਾਲ ਦਾ ਜਿਹੜਾ ਹੈਗਾ ਬਲਜੀਤ ਸਿੰਘ ਚਰਚਾ ਦੇ ਵਿੱਚ ਰਿਹਾ। ਜਦੋਂ ਆ ਬਰਗਾੜੀ ਵਾਲਾ ਮੋਰਚਾ ਲੱਗਾ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ, ਕਹਿੰਦੇ ਸੀ ਬੇਅਦਬੀ ਕਾਂਡ ਦਾ ਅਸੀਂ ਇਨਸਾਫ ਲੈਣਾ,
ਉਹ ਮੋਰਚਾ ਲਾਉਣ ਵਾਲਿਆਂ 'ਚ ਇਹ ਵੀ ਸੀ, ਭਾਈ ਧਿਆਨ ਸਿੰਘ ਮੰਡ ਵੀ ਸੀ, ਹੋਰ ਲੋਕ ਵੀ ਸਨ। ਮੋਰਚਾ ਲੱਗ ਗਿਆ, ਬਹੁਤ ਚੜ ਗਿਆ। ਉਸ ਚੜੇ ਹੋਏ ਮੋਰਚੇ ਦੇ ਉੱਤੇ ਬਾਅਦ ਵਿੱਚ ਮੰਤਰੀ ਆਉਣ ਲੱਗ ਪਏ, MLA ਆਉਣ ਲੱਗ ਪਏ, ਇੱਕ ਸਮਝੌਤੇ ਦਾ ਰਾਹ ਨਿਕਲਿਆ। ਜਦੋਂ ਸਮਝੌਤੇ ਦਾ ਰਾਹ ਨਿਕਲਿਆ ਤੇ ਉਸ ਮੌਕੇ ਇਹਨੇ ਫਿਰ ਉਹਦੇ ਤੇ ਦੋਸ਼ ਲਾਤਾ ਕਿ ਮਿਲ ਮਿਲਾ ਕੇ ਸਰਕਾਰ ਨਾਲ ਸਮਝੌਤਾ ਕੀਤਾ ਗਿਆ, ਤੁਸੀਂ ਆਹ ਕਰਦੇ, ਗਲਤ ਕਰਦੇ ਆ। ਖੜੇ ਪੈਰ ਇਹਦੇ ਤੇ ਭਾਈ ਧਿਆਨ ਸਿੰਘ ਮੰਡ ਦੇ ਵਿਚਾਲੇ ਦੋਵਾਂ ਤੇ ਸਟੇਜ ਦੇ ਉੱਤੇ ਥੋੜੀ ਜਿਹੀ ਤੂੰ ਮੈਂ ਵੀ ਵੇਖਣ ਨੂੰ ਮਿਲੀ ਸੀ। ਉਦੋਂ ਬਾਅਦ ਫਿਰ ਇਹ ਚੁੱਪ ਵੱਟ ਗਿਆ। ਆ ਹੁਣ ਪਿਛਲੇ ਦਿਨਾਂ 'ਚ ਕੁੰਵਰ ਵਿਜੇ ਪ੍ਰਤਾਪ ਦੇ ਅਸਤੀਫੇ ਤੋਂ ਬਾਅਦ ਇੱਕ ਵਾਰੀ ਇਹ ਫਿਰ ਸਰਗਰਮ ਹੋ ਗਿਆ। ਯਾਨੀ ਇਹ ਕਦੇ ਸਰਗਰਮ ਹੋ ਗਿਆ, ਕਦੇ ਪਿੱਛੇ ਹਟ ਗਿਆ। ਇਹ ਸੰਤ ਬਲਜੀਤ ਸਿੰਘ ਦਾਦੂਵਾਲ ਤੱਤਾ ਠੰਡਾ ਠੰਡਾ ਤੱਤਾ ਤੱਤਾ ਠੰਡਾ ਠੰਡਾ ਤੱਤਾ, ਬਸ ਇਸ ਤਰ੍ਹਾਂ ਹੀ ਚੱਲਦਾ। ਜਿਵੇਂ ਇਹਦਾ ਇਹ ਕੋਈ ਪਤਾ ਨਹੀਂ ਕਿ ਅੱਜ ਕਿੱਥੇ ਆ ਤੇ ਭਲਕੇ ਕਿੱਥੇ ਆ। ਜੇ ਇਹਦਾ ਇਸ ਤਰ੍ਹਾਂ ਦਾ ਸਟੈਂਡ ਚੱਲਦਾ ਰਹੇ ਤੇ ਹੁਣ ਜਿਸ ਤਰ੍ਹਾਂ ਨੇ ਹਰਿਆਣੇ 'ਚ ਜਾ ਕੇ ਭਾਜਪਾ ਦੇ ਲੀਡਰਾਂ ਨਾਲ, ਮੁੱਖ ਮੰਤਰੀ ਨਾਲ, ਵਿਜੇ ਸਾਂਪਲਾ ਨਾਲ ਗੱਲਾਂ ਦਾ ਸਿਲਸਿਲਾ ਚਲਾਇਆ, ਉਹਦੇ ਵਿੱਚ ਇਹਦੀ ਪੋਜੀਸ਼ਨ ਹੋਰ ਖਰਾਬ ਹੋਊਗੀ। ਸੰਤ ਆ ਤੇ ਸੰਤ ਨੂੰ ਸੰਤ ਰਹਿਣਾ ਚਾਹੀਦਾ, ਹੋਰ ਕੁਝ ਬਣਨ ਦਾ ਯਤਨ ਨਹੀਂ ਕਰਨਾ ਚਾਹੀਦਾ। ਪਰ ਇਹਦੇ ਪਿੱਛੇ ਜਿਹੜੀ ਪਨੂ ਸਾਹਿਬ ਇਹ ਚਰਚਾ ਕਿ ਸ਼ਾਇਦ ਭਾਜਪਾ ਦੀ ਜਿਹੜੀ ਸਰਕਾਰ ਆ ਉਹਨੇ ਲਾਰਾ ਲਾਇਆ ਵੀ ਹਰਿਆਣੇ ਦੀ ਵੱਖਰੀ ਜਿਹੜੀ ਕਮੇਟੀ ਆ ਉਹਦੀ ਵਾਗਡੋਰ ਦਾਦੂਵਾਲ ਨੂੰ ਸੌਂਪ ਦੇਣੀ ਆ ਤੇ ਤੁਸੀਂ ਚਿੰਤਾ ਨਾ ਕਰੋ, ਇੱਕ ਨਾਲ ਤਗੜੇ ਹੋ ਕੇ ਸਾਡਾ ਸਾਥ ਦਿਓ, ਤੁਸੀਂ ਇਧਰੋਂ ਸਾਨੂੰ ਕਿਸਾਨਾਂ ਵਾਲੇ ਮਾਮਲੇ ਚੋਂ ਕਢਾ ਦਿਓ, ਅਸੀਂ ਤੁਹਾਨੂੰ ਉਧਰ SGPC ਵਾਲੇ ਮਾਮਲੇ ਚੋਂ ਕਰਾ ਕੇ ਤੇ ਇਧਰ ਹਰਿਆਣੇ ਦੀ ਵੱਖਰੀ ਕਮੇਟੀ ਦੇ ਦਿਆਂਗੇ। ਇਹ ਵੀ ਚਰਚਾ ਹੈ ਕਿ ਨਹੀਂ ਹੈ ਜੀ? ਇਹ ਹੋ ਸਕਦਾ। ਪਹਿਲਾਂ ਜਿਹੜਾ ਹੈਗਾ ਸੀ ਕਾਂਗਰਸੀਆਂ ਦਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਉਹਨੇ ਵੀ ਤੇ 10 ਸਾਲ ਦੇ ਰਾਜ ਵਿੱਚ ਇਦਾਂ ਦੇ ਡਰਾਮੇ ਬਹੁਤ ਕੀਤੇ ਸੀ। ਸਿੱਖਾਂ ਨੂੰ, ਉੱਥੋਂ ਵਾਲਿਆਂ ਨੂੰ, ਹਰਿਆਣੇ ਵਾਲਿਆਂ ਨੂੰ ਕਹਿ ਦਿੰਦਾ ਸੀ ਤੁਸੀਂ ਕਾਇਮ ਹੋ ਜਾਓ, ਮੈਂ ਤੁਹਾਡੀ ਮਦਦ ਕਰਦਾ। ਮੁੜ ਕੇ ਲੋਕੀ ਕਹਿੰਦੇ ਸੀ ਅੰਦਰ ਖਾਤੇ ਅਕਾਲੀਆਂ ਨਾਲ ਗੱਲ ਹੋ ਜਾਂਦੀ ਹੈ ਵੀ ਕੁਛ ਨਾ ਕਰ। ਭਾਜਪਾ ਵੀ ਇਧਰੋਂ ਇਹਨਾਂ ਨਾਲ ਗੱਲ ਕਰਦੀ, ਉਧਰੋਂ ਅਕਾਲੀਆਂ ਨਾਲ ਕਰਦੀ ਸੀ, ਦੋਵੇਂ ਪਾਸੇ। ਹੁਣ ਬਹੁਤੇ ਲੋਕਾਂ ਦੀ ਇਹ ਰਾਏ ਹੈ ਕਿ ਪਿਛਲੇ ਸਾਲ ਦਾ ਸੁਖਬੀਰ ਸਿੰਘ ਬਾਦਲ ਦਾ ਤੇ ਅਕਾਲੀ ਦਲ ਦਾ ਜਿਹੜਾ ਭਾਜਪਾ ਨਾਲ ਸਮਝੌਤਾ ਟੁੱਟ ਚੁੱਕਾ। ਜਿਹੜਾ ਬਾਪੂ ਬਾਦਲ ਇੰਨੇ ਸਾਲਾਂ ਤੋਂ ਮੁੜ ਕੇ ਇੱਕੋ ਗੱਲ ਕਹਿੰਦਾ ਰਿਹਾ ਕਿ ਮੇਰੇ ਜੀਂਦੇ ਜੀ ਦੇ ਸਮਝੌਤਾ ਟੁੱਟ ਨਹੀਂ ਸਕਦਾ। ਇਹ ਸਵਾਲ ਉਹਦੇ ਸਾਹਮਣੇ ਵੀ ਜਾਂਦਾ ਕਿ ਤੁਸੀਂ ਤਾਂ ਕਹਿੰਦੇ ਸੀ ਮੇਰੇ ਜਿਉਂਦੇ ਜੀ ਸਮਝੌਤਾ ਟੁੱਟ ਨਹੀਂ ਜਾਂਦਾ, ਤੇ ਹੁਣ ਇਹਨਾਂ ਮੁੰਡਿਆਂ ਨੇ ਤੋੜ ਕਿੱਦਾਂ ਦਿੱਤਾ ਤੁਹਾਡੇ ਜਿਉਂਦੇ ਜੀ। ਇਸ ਮੁੱਦੇ ਦੇ ਉੱਤੇ ਆ ਕੇ ਜਦੋਂ ਗੱਲ ਚੱਲਦੀ ਹੈ ਤੇ ਉਹਦੇ 'ਚ ਕਈ ਲੋਕ ਇਹ ਕਹਿੰਦੇ ਆ ਵੀ ਤੁਸੀਂ ਧਿਆਨ ਰੱਖਦੇ ਰਹੋ, ਜਿੰਨਾ ਮਰਜ਼ੀ ਜ਼ੋਰ ਲਾ ਲਿਓ, ਅਗਲੀਆਂ ਚੋਣਾਂ 'ਚ ਇਹ ਦੋਵੇਂ ਪਾਰਟੀਆਂ ਸਾਰਿਆਂ ਨੂੰ ਬੇਵਕੂਫ ਬਣਾ ਕੇ ਅਚਾਨਕ ਇਕੱਠੀਆਂ ਹੋ ਸਕਦੀਆਂ। ਕੁਝ ਲੋਕ ਇਹ ਕਹਿੰਦੇ ਜੀ BSP ਨਾਲ ਤੇ ਹੁਣ ਸਮਝੌਤਾ ਹੋ ਗਿਆ, ਗੱਲ ਬਹੁਤ ਅੱਗੇ ਤੁਰ ਗਈ। ਜਿਹੜੇ ਲੋਕ ਇਹ ਕਹਿੰਦੇ ਆ ਉਹਨਾਂ ਨੂੰ 1996 ਦਾ ਤਜਰਬਾ ਭੁੱਲ ਜਾਂਦਾ। 1996 ਦੇ ਵਿੱਚ ਹਰਚਰਨ ਸਿੰਘ ਬਰਾੜ ਪੰਜਾਬ ਦਾ ਮੁੱਖ ਮੰਤਰੀ ਸੀ। ਉਹਦੇ ਹੁੰਦਿਆਂ ਬਾਦਲ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਕਰਕੇ ਚੋਣ ਲੜੀ, 2 ਸੀਟਾਂ ਉਹ ਜਿੱਤ ਗਏ, ਇਹ ਵੀ ਵਾਵਾ ਸਾਰੀਆਂ ਜਿੱਤ ਗਏ, ਹੁੰਜਾ ਫਿਰ ਗਏ, 13 ਚੋਂ 11 ਸੀਟਾਂ ਇਹਨਾਂ ਦਾ ਗੱਠਜੋੜ ਲਿਆ ਗਿਆ। ਸਮਝਿਆ ਜਾਂਦਾ ਸੀ ਕਿ ਹੁਣ ਬਾਦਲ ਅਕਾਲੀ ਦਲ ਤੇ ਜਿਹੜੀ ਬਹੁਜਨ ਸਮਾਜ ਪਾਰਟੀ ਰਲ ਕੇ ਚੱਲਣਗੇ। ਸਿਰਫ 3 ਮਹੀਨੇ ਲੰਘੇ ਸੀ, BSP ਵਾਲੇ ਵੇਖਦੇ ਰਹਿ ਗਏ। ਬਾਦਲ ਸਾਹਿਬ ਦਿੱਲੀ ਗਿਆ ਸੀ, ਉੱਥੇ ਅਕਾਲੀ ਦਲ ਦੀ ਮੀਟਿੰਗ ਸੀ, ਸਾਰਿਆਂ 'ਚ ਉੱਠ ਕੇ ਗਿਆ ਤੇ ਕਹਿੰਦੇ ਮੈਂ ਥੋੜੀ ਦੇਰ ਤੱਕ ਕੰਮ ਹੈ, ਮੈਂ ਆਇਆ, ਮੀਟਿੰਗ ਥੋੜੀ ਜਿਹੀ ਲੇਟ ਕਰ ਲਿਓ। ਤੇ ਆ ਕੇ ਤੇ ਉੱਥੇ ਸੁਨੇਹਾ ਦੇ ਦਿੱਤਾ ਕਿ ਮੈਂ ਗਿਆ ਸਾਂ ਤੇ ਵਾਜਪਾਈ ਸਾਹਿਬ ਤੇ ਅਡਵਾਨੀ ਸਾਹਿਬ ਮਿਲੇ ਸੀ ਤੇ ਮੈਂ ਸਮਝੌਤੇ ਦੀ ਹਾਂ ਕਰ ਰਿਹਾ, ਅਸੀਂ ਉਹਨਾਂ ਨਾਲ ਸਮਝੌਤਾ ਕਰਨਾ। ਉਹ ਸਮਝੌਤਾ ਅਕਾਲੀ ਦਲ ਦੀ ਕਿਸੇ ਕਮੇਟੀ ਨੇ ਥੋੜਾ ਕੀਤਾ ਸੀ, ਬਾਪੂ ਬਾਦਲ ਇਕੱਲੇ ਨੇ ਕਰਤਾ ਤੇ ਬਾਕੀ ਸਾਰੇ ਅਕਾਲੀ ਦਲ ਨੂੰ ਮੰਨਣਾ ਪੈ ਗਿਆ ਸੀ। ਹੁਣ ਵੀ ਉਹ ਜਿਹੜੇ ਪੁਰਾਣਾ ਇਤਿਹਾਸ ਜਾਣਦੇ ਆ ਉਹਨਾਂ 'ਚੋਂ ਬਹੁਤ ਸਾਰਿਆਂ ਦੀ ਰਾਏ ਆ ਕਿ ਅੰਦਰ ਖਾਤੇ ਦੀ ਤਾਰ ਕੁਝ ਨਾ ਕੁਝ ਅੱਜ ਵੀ ਜੁੜੀ ਹੋ ਸਕਦੀ ਹੈ, ਤੇ ਜੇ ਜੁੜੀ ਹੋਈ ਤੇ ਤੁਸੀਂ ਸਮਝੋ ਕਿ ਰਾਜਨੀਤੀ ਦੇ ਵਿੱਚ ਬਹੁਤ ਤਿੱਖੀ ਚਾਲ ਜਿਹੜੀ ਆ ਬਾਦਲ ਅਕਾਲੀ ਦਲ ਖੇਡ ਜਾਵੇਗਾ। ਉਹਦੇ ਵਾਸਤੇ ਕੋਈ ਰਾਹ ਇਹੋ ਜਿਹਾ ਰੱਖਿਆ ਜਾ ਸਕਦਾ ਕਿ ਅੰਦਰ ਖਾਤੇ ਮਨੋਹਰ ਲਾਲ ਖੱਟਰ ਨੂੰ ਆਖਿਆ ਜਾਵੇ, ਵਿਜੇ ਸਾਂਪਲਾ ਨੂੰ ਆਖਿਆ ਜਾਵੇ, ਉਹਨਾਂ ਸਾਰਿਆਂ ਦੇ ਰਾਹੀਂ ਕੋਈ ਇਹੋ ਜਿਹੀ ਪਹੁੰਚ ਕੀਤੀ ਜਾਵੇ ਕਿ ਕਿਸਾਨਾਂ ਦੀ ਕਿਸੇ ਇੱਕ ਧਿਰ ਨੂੰ ਜਾਂ 2 ਧਿਰਾਂ ਨੂੰ ਨਾਲ ਜੋੜ ਕੇ ਸਮਝੌਤਾ ਕਰ ਲਿਆ ਜਾਵੇ। ਭਾਜਪਾ ਵਾਲੇ ਤਾਂ ਕਹਿੰਦੇ ਆ ਕਿ ਅਗਸਤ ਲੰਘਣ ਦਿਓ, ਸਤੰਬਰ ਤੱਕ ਅਸੀਂ ਕੋਈ ਨਾ ਕੋਈ ਰਾਹ ਕੱਢ ਲੈਣਾ, ਫਿਰ 117 ਸੀਟਾਂ ਪੂਰੀਆਂ ਲੜਾਂਗੇ। ਬਿਲਕੁਲ ਸਹੀ। ਅੱਛਾ ਪਨੂ ਸਾਹਿਬ, ਆਪਾਂ ਜੇ SGPC ਦੀ ਚਰਚਾ ਚਲਾ ਹੀ ਲਈ ਆ, ਚਲੋ ਹਰਿਆਣੇ ਵਾਲੀ ਕਮੇਟੀ ਨੇ, ਆਪਾਂ ਪੰਜਾਬ ਵਾਲੀ ਕਮੇਟੀ ਦੀ ਗੱਲ ਕਰਦੇ ਆ। ਇੱਥੇ ਪਿਛਲੇ ਦਿਨੀ ਇੱਕ ਉਹ ਜਿਹੜੇ ਪੁਰਾਣੇ ਵਿਸ਼ੇਸ਼ ਮਿਲੇ ਸੀਗੇ ਉਹਦੇ ਬਾਰੇ ਚਲੋ ਆਰਕੋਲੋਜੀਕਲ ਡਿਪਾਰਟਮੈਂਟ ਨੇ ਕਹਿਤਾ ਕਿ ਇਤਿਹਾਸਕ ਸਥਾਨ ਹੈ ਜੀ, ਇਹਨੂੰ ਸੰਭਾਲਣਾ ਚਾਹੀਦਾ। ਪਰ SGPC ਵੱਲੋਂ ਜਿਹੜੇ ਇਤਿਹਾਸਕ ਸਥਾਨ ਨੇ ਉਹਨਾਂ ਦੀ ਵਾਰ-ਵਾਰ ਕਾਰ ਸੇਵਾ ਦੇ ਨਾਂ ਦੇ ਉੱਪਰ ਸ਼ਕਲੋ ਸੂਰਤ ਬਦਲ ਕੇ ਤੇ ਸੰਗਮਰਮਰ ਮੜਨ ਦੀ ਜਿਹੜੀ ਆਦਤ ਆ ਉਹ ਜਾਂਦੀ ਨਹੀਂ ਪਈ। ਹੁਣ ਵੀ ਇੱਕ ਜਿਹੜਾ ਰੇੜਕਾ ਉਹ ਪੈ ਗਿਆ ਲੱਗਦਾ, ਕਿਉਂਕਿ ਜਿਹੜੀ ਉਹ ਇਤਿਹਾਸਕ ਗੁਰੂ ਰਾਮਦਾਸ ਸਰਾਂ ਆ ਉਹਨੂੰ ਕਹਿੰਦੇ ਢਾਹ ਕੇ ਤੇ ਨਵਾਂ ਰੂਪ ਦੇਣਾ, ਸ਼ਾਇਦ ਕਮਰੇ ਕੁਮਰੇ ਵਧਾਉਣੇ ਆ। ਉਹ ਕੀ ਰੇੜਕਾ ਜੀ? ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਕਰਾਏ ਜਦੋਂ ਦਰਬਾਰ ਸਾਹਿਬ ਦਾ ਪ੍ਰਬੰਧ ਲਿਆ ਗਿਆ ਜੀ, ਉਹਦੇ ਤੋਂ ਬਾਅਦ ਜਿਹੜੀ ਸ਼੍ਰੋਮਣੀ ਕਮੇਟੀ 5-6 ਵਾਰ ਬਣੀ, ਉਹਦੇ 'ਚ ਪੁਰਾਣੇ ਗਦਰ ਪਾਰਟੀ ਵਾਲੇ ਬਹੁਤ ਕੁਰਬਾਨੀ ਵਾਲੇ ਬਾਬੇ ਜਿਹੜੇ ਉਹ ਭਾਰੂ ਹੁੰਦੇ ਸੀ।
ਉਹਨਾਂ ਬਾਬਿਆਂ ਦੇ ਵਿੱਚ ਹਰ ਕੋਈ ਇਹ ਸਮਝਦਾ ਸੀ ਕਿ ਇਹ ਉੱਥੇ ਲੱਖਾਂ ਨਹੀਂ ਕਰੋੜਾਂ ਦੀਆਂ ਆਪਣੀਆਂ ਜਾਇਦਾਦਾਂ ਨੂੰ ਲੱਤ ਮਾਰ ਕੇ ਆਏ ਆ, ਦੇਸ਼ ਖਾਤਰ ਕੁਰਬਾਨੀ ਕੀਤੀ, ਇਹਨਾਂ ਕਿਹੜਾ ਉੱਥੇ ਕੋਈ ਦੀਵਾਨੀ ਖਾਣੀ ਆ ਜੀ। ਉਹਨਾਂ ਦੀ ਅਗਵਾਈ ਵਿੱਚ ਜਿਹੜਾ ਮੁੱਢਲਾ ਪ੍ਰਬੰਧ ਚੱਲਿਆ, ਉਦੋਂ ਗੁਰੂ ਰਾਮਦਾਸ ਦੀ ਸਰਾਂ ਬਣਾਈ ਗਈ ਸੀ ਔਰ ਇਹ ਸਰਾਂ ਬਣਾਉਣ ਦੇ ਵਾਸਤੇ ਅਗਵਾਈ ਦੀ ਜ਼ਿੰਮੇਵਾਰੀ ਬਾਬਾ ਈਸ਼ਰ ਸਿੰਘ ਮਰਾਣਾ ਉਹਨਾਂ ਨੂੰ ਦਿੱਤੀ ਗਈ ਸੀ। ਉਹ ਵਿਦੇਸ਼ ਵਿੱਚੋਂ ਸਾਰਾ ਕੁਝ ਛੱਡ ਕੇ ਆਏ ਸੀ, ਆ ਕੇ ਗਦਰ ਪਾਰਟੀ ਨਾਲ ਰਹੇ। ਲਾਹੌਰ ਸਾਜ਼ਿਸ਼ ਕੇਸ ਵਿੱਚ ਜਿੰਨੀ ਕੁ ਮੈਨੂੰ ਯਾਦ ਆਉਂਦੀ ਆ, ਉਹਨਾਂ ਨੂੰ ਸਜ਼ਾ ਵੀ ਹੋਈ ਸੀ ਕੈਦ ਦੀ। ਉਹ ਬਹੁਤ ਇਮਾਨਦਾਰ ਆਦਮੀ ਗਣੇ ਜਾਂਦੇ ਸਨ। ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੇ ਤੌਰ ਤੇ ਇਸ ਸਰਾਂ ਬਣਦੀ ਦੀ ਬਾਬਾ ਜੀ ਤੁਸੀਂ ਅਗਵਾਈ ਕਰਨੀ ਹੈ। ਹਰੀਕੇ ਪੱਤਣ ਦੇ ਨੇੜੇ ਪਿੰਡ ਮਰਾਣਾ, ਹਰੀਕੇ ਪੱਤਣ ਤੇ ਸਰਿਆੜੀ ਦੇ ਵਿਚਾਲੇ ਬਾਬਾ ਜੀ ਉੱਥੋਂ ਰੋਜ਼ ਸਵੇਰੇ ਸਾਈਕਲ ਤੇ ਆਉਂਦੇ ਸੀ। ਇੱਕ ਖੱਦਰ ਦੇ ਪੌਣੇ ਦੇ ਵਿੱਚ 2 ਰੋਟੀਆਂ ਤੇ ਵਿੱਚ ਅਚਾਰ ਦੀ ਫਾੜੀ ਅੰਬ ਦੇ ਦੀ ਰੱਖ ਲੈਣੀ, ਉਹ ਬੰਨ ਲੈਣੀ। ਸਵੇਰੇ ਸਾਈਕਲ ਤੇ ਚੜ੍ਹਨਾ, ਅੰਮ੍ਰਿਤਸਰ ਜਾਣਾ। ਸਾਰਾ ਦਿਨ ਮਿਸਤਰੀਆਂ ਤੇ ਮਜ਼ਦੂਰਾਂ ਕੋਲ ਖਲੋ ਕੇ ਜਿਹੜੀ ਉਹ ਸਰਾਂ ਸੀਗੀ ਉਹ ਬਣਵਾਉਣੀ। ਰੋਟੀ ਆਪਣੀ ਪਰੇ ਰੁੱਖ ਥੱਲੇ ਬਹਿ ਕੇ ਖਾਣੀ, ਰਾਤ ਨੂੰ ਫਿਰ ਘਰ ਆ ਕੇ ਖਾਣੀ। ਸਾਰਿਆਂ ਨੇ ਆਖਣਾ ਬਾਬਾ ਜੀ ਲੰਗਰ ਤਾਂ ਇੱਥੇ 24 ਘੰਟੇ ਚੱਲਦਾ, ਅਤੁੱਟ ਵਰਤਦਾ, ਤੁਸੀਂ ਲੰਗਰ ਚੋਂ ਪ੍ਰਸ਼ਾਦਾ ਛਕੋ। ਕਹਿੰਦੇ ਸੀ ਨਾ, ਇੱਥੋਂ ਮੁਫਤ ਦੀਆਂ ਖਾਣ ਦੀ ਫਿਰ ਆਦਤ ਪੈ ਜਾਂਦੀ ਆ। ਮੈਂ ਲੰਗਰ ਦਾ ਪ੍ਰਸ਼ਾਦਾ ਸਿਰਫ ਗੁਰਪੁਰਬ ਵਾਲੇ ਦਿਨ ਜਦੋਂ ਸੰਗਤ ਆਈ ਹੋ, ਸੰਗਤ ਨਾਲ ਬੈਠ ਕੇ ਪੰਗਤ ਵਿੱਚ ਛਕੂੰਗਾ, ਅੱਗੋਂ ਪਿੱਛੋਂ ਮੈਂ ਲੰਗਰ ਦਾ ਪ੍ਰਸ਼ਾਦਾ ਨਹੀਂ ਛਕਣਾ। ਉਹ ਲੰਗਰ ਦੇ ਪ੍ਰਸ਼ਾਦੇ ਦੇ ਬਜਾਏ ਰੋਟੀ ਵੀ ਘਰ ਦੀ ਖਾਂਦੇ ਰਹੇ, ਸਾਈਕਲ ਤੇ ਆ ਕੇ ਤੇ ਸਾਈਕਲ ਤੇ ਘਰ ਰੋਜ਼ ਜਾਂਦੇ ਰਹੇ। ਇਹ ਸਰਾਂ ਉਹਨਾਂ ਨੇ ਬਣਵਾਈ ਸੀ। ਉਹ ਸਰਾਂ ਦੇ ਵਿੱਚ ਗੁਰਪ੍ਰੀਤ ਜੀ ਮੈਂ ਤੁਹਾਨੂੰ ਦੱਸਾਂ, ਉਦੋਂ ਦੇ ਹਿਸਾਬ ਨਾਲ ਸੋਚੋ 228 ਕਮਰੇ ਸਨ ਤੇ 15 ਵੱਡੇ ਹਾਲ ਸਨ। ਇਹ 228 ਕਮਰੇ ਬਣਾਉਣੇ, 15 ਵੱਡੇ ਹਾਲ ਬਣਾਉਣੇ, ਇਹ ਛੋਟਾ ਜਿਹਾ ਕੰਮ ਸੀ, ਇਹ ਬਹੁਤ ਵੱਡਾ ਸੀ। ਤੇ ਹੁਣ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਜੀ ਉਹ ਤਾਂ ਸਰਾਂ ਐਵੇਂ ਹੀ ਆ, ਉਹਦੇ ਵਿੱਚੋਂ ਤਾਂ ਇਸ ਵੇਲੇ 125 ਕਮਰੇ ਕੰਮ ਦੇ ਆ ਜਿਹੜੇ ਅਸੀਂ ਸੰਗਤਾਂ ਨੂੰ ਆਈਆਂ ਗਈਆਂ ਨੂੰ ਮਾੜਾ ਮੋਟਾ ਦੇ ਦਿੰਨੇ ਆ। 103 ਕਮਰੇ ਜਿਹੜੇ ਉਹ ਤਾਂ ਕੰਮ ਦੇ ਨਹੀਂ, ਅਸੀਂ ਸੰਗਤ ਨੂੰ ਦੇ ਨਹੀਂ ਸਕਦੇ। ਇਹ ਕੋਰਾ ਝੂਠ ਆ। ਅੱਜ ਦੇ ਅਖਬਾਰਾਂ 'ਚ ਰਿਪੋਰਟ ਆ ਗਈ ਆ ਕਿ ਜਿਹੜੇ 103 ਕਮਰਿਆਂ ਨੂੰ ਇਹ ਰਿਜੈਕਟ ਕਰਦੇ ਆ ਕਿ ਕੰਮ ਦੇ ਨਹੀਂ, ਉਹਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਸਟਾਫ ਨੂੰ ਬਿਠਾਇਆ ਪ੍ਰਬੰਧਕੀ ਅਮਲਾ ਬਹਿੰਦਾ, ਉਹਨੂੰ ਐਡਮਿਨਿਸਟ੍ਰੇਸ਼ਨ ਵਾਸਤੇ ਵਰਤਦੇ ਆ। ਇਹ ਸਾਰਾ ਕੁਝ ਕਰ ਕਰਾ ਕੇ ਅਸਲ 'ਚ ਉੱਥੇ ਐਡਾ ਵੱਡਾ ਬਾਥਰੂਮ ਹੈ ਜਿਹਦੇ ਵਿੱਚ ਰੋਜ਼ ਅਜੇ ਤੱਕ ਘੱਟੋ ਘੱਟ 10,000 ਲੋਕ ਇੰਨੀ ਸੰਗਤ ਆ ਕੇ ਇਸ਼ਨਾਨ ਕਰਦੇ ਆ। ਉਹ ਸਾਰਾ ਕੁਝ ਰਿਜੈਕਟ ਕਰਕੇ ਉਹਦੀ ਥਾਂ ਦੇ ਉੱਤੇ ਇੱਕ ਨਵੀਂ ਸਰਾਂ ਬਣਾਉਣ ਦਾ ਇਰਾਦਾ। ਔਰ ਅੰਮ੍ਰਿਤਸਰ ਦਰਬਾਰ ਸਾਹਿਬ ਚਲ ਜਾਓ ਤੇ ਉੱਥੇ ਲੋਕੀ ਮੂੰਹ ਦੱਸੀ ਜਾਂਦੇ ਨੇ ਕਿ ਫਲਾਣੇ ਸੰਤ ਨੂੰ ਫਲਾਣੇ ਥਾਂ ਦੀ ਕਾਰ ਸੇਵਾ ਦਿੱਤੀ ਸੀ ਤੇ ਆਹ ਸਮਝੌਤਾ ਹੋਇਆ ਸੀ, ਆਹ ਸੌਦਾ ਹੋਇਆ ਸੀ। ਇਸ ਵੇਲੇ ਵੀ ਚਰਚਾ ਇਹ ਆ ਕਿ ਇਹਦੇ ਨਾਂ ਦੇ ਉੱਤੇ ਫਿਰ ਇੱਕ ਸੌਦਾ ਕੀਤਾ ਜਾ ਰਿਹਾ। ਇੱਥੇ ਜਿੱਥੇ ਪਹਿਲਾਂ ਫੁਹਾਰਾ ਚੌਂਕ ਹੁੰਦਾ ਸੀ, ਜਿੱਥੇ ਪੁਰਾਣੀ ਕੋਤਵਾਲੀ ਸੀ, ਉਹਦੇ ਨਾਲ ਸਾਰਾਗੜ੍ਹੀ ਦੀ ਸਰਾਂ ਹੈ। ਸਾਰਾਗੜ੍ਹੀ ਦੀ ਸਰਾਂ ਸ਼੍ਰੋਮਣੀ ਕਮੇਟੀ ਨੇ ਬਣਾਈ ਹੈ। ਉਹਦੀ ਸਫਾਈ ਦਾ ਠੇਕਾ ਜਿਹੜਾ ਦਿੱਤਾ ਗਿਆ ਸੀ, ਪਹਿਲਾਂ ਜਿੰਨਾ ਠੇਕਾ ਸੀ, ਹੁਣ ਜਦੋਂ ਸੰਗਤਾਂ ਨੇ ਰੌਲਾ ਪਾਇਆ ਕਿ ਇੰਨਾ ਠੇਕਾ ਤਾਂ 5 ਸਟਾਰ ਹੋਟਲਾਂ 'ਚ ਨਹੀਂ ਕਿਸੇ ਦਾ ਸਫਾਈ ਦਾ ਦਿੱਤਾ ਜਾਂਦਾ, ਤੁਸੀਂ 5 ਸਟਾਰ ਹੋਟਲਾਂ ਨਾਲੋਂ ਵੀ ਵੱਧ ਇੱਥੇ ਸਫਾਈ ਕਰਾਉਂਦੇ ਹੋ। ਨਵੇਂ ਟੈਂਡਰ ਭਰੇ ਦੇ ਘਟਿਆ, ਫਿਰ ਟੈਂਡਰ ਭਰੇ ਦੇ ਘਟਿਆ, ਇਸ ਵੇਲੇ ਉੱਥੇ ਅੱਧੇ ਤੋਂ ਵੀ ਘੱਟ ਦੇ ਉੱਤੇ ਠੇਕਾ ਆ ਗਿਆ। ਤੇ ਜਿਹੜਾ ਪਹਿਲਾ ਠੇਕਾ ਦਿੱਤਾ ਗਿਆ ਸੀ ਬਹੁਤ ਵੱਡੀ ਸਰਾਂ ਦਾ, ਉਹਦੇ ਚੋਂ ਜੇ ਡੇਲੀ ਦਾ ਮਤਲਬ ਇੱਕ ਕਮਰੇ ਚੋਂ 300 ਰੁਪਇਆ ਬਚਦਾ ਹੋਵੇ ਤੇ ਸਾਰੇ ਕਮਰਿਆਂ ਦੇ ਰਲਾ ਕੇ ਬਚਦੇ ਹੋਣ, ਤੇ ਤੁਸੀਂ ਸਮਝੋ ਕਿੰਨੇ ਕਰੋੜਾਂ ਦਾ ਗੋਲਮਾਲ ਉਸ ਸਰਾਂ ਦੇ ਵਿੱਚੋਂ ਇੰਨੇ ਚਿਰ 'ਚ ਹੋ ਗਿਆ ਪਿਛਲੇ ਸਾਲਾਂ ਦੇ ਵਿੱਚ। ਉਹ ਸਾਰੀ ਜਿਹੜੀ ਇਸ ਤਰ੍ਹਾਂ ਦੀ ਗੁਰੂ ਘਰ ਦੇ ਵਿੱਚ ਲੁੱਟ ਮੱਚੀ ਪਈ ਆ, ਉਸ ਲੁੱਟ ਨੂੰ ਜੇ ਅਸੀਂ ਵੇਖੀਏ ਫਿਰ ਇਹ ਜਾਪਦਾ ਕਿ ਇਸ ਵੇਲੇ ਗੁਰੂ ਘਰ ਦੇ ਵਿੱਚ ਨਵੀਂ ਸਰਾਂ ਬਣਾਉਣ ਦੀ ਲੋੜ ਹੋਵੇ ਜਾਂ ਨਾ ਲੋੜ ਹੋਵੇ। ਉੱਥੇ ਅਸਲ ਵਿੱਚ ਨਵੀਂ ਸਰਾਂ ਇਸ ਕਰਕੇ ਬਣਾਈ ਜਾ ਰਹੀ ਆ ਕਿ ਗੁਰੂ ਘਰ ਨੂੰ ਜਾਂ ਸੰਗਤ ਨੂੰ ਭਾਵੇਂ ਨਾ ਲੋੜ ਹੋਵੇ, ਜਿਹੜੇ ਉੱਥੇ ਪ੍ਰਬੰਧਕ ਆ ਉਹਨਾਂ ਵਿੱਚੋਂ ਕੁਝ ਲੋਕਾਂ ਦੀ ਲੋੜ ਇਹੋ ਜਿਹੀ ਹੈਗੀ ਆ ਕਿ ਇਸ ਵੇਲੇ ਕੋਈ ਨਾ ਕੋਈ ਕਾਰੋਬਾਰ ਕਰਨਾ ਚਾਹੀਦਾ, ਉਹ ਕਰਵਾਉਣ ਦਾ ਯਤਨ ਕਰ ਸਕਦੇ ਆ। ਉੱਥੇ ਕਿਹੜਾ ਕੰਮ ਹੈ ਜਿਹਦੇ ਵਿੱਚ ਅੱਗੇ ਇਸ ਤਰ੍ਹਾਂ ਨਹੀਂ ਹੋਇਆ? ਬਹੁਤ ਸਾਰੀਆਂ ਗੱਲਾਂ ਦੇ ਵਿੱਚ ਪਹਿਲਾਂ ਵੀ ਚਰਚਾ ਤਾਂ ਚੱਲਦੀ ਰਹੀ ਹੈ ਕਿ ਜਦੋਂ ਵੀ ਉੱਥੇ ਸ਼੍ਰੋਮਣੀ ਕਮੇਟੀ ਕੁਝ ਕਰਦੀ ਹੈ, ਜਦੋਂ ਵੀ ਕੁਝ ਬਣਾਉਂਦੀ ਆ, ਉਹਦੇ ਵਿੱਚੋਂ ਹੇਰਾਫੇਰੀ ਹੁੰਦੀ ਆ। ਸੰਗਮਰਮਰ ਚੋਂ ਵੀ ਜੇ ਹੁਣ ਤੱਕ ਕਈ ਵਾਰੀ ਇਹ ਚਰਚਾ ਚੱਲ ਚੁੱਕੀ ਹੈ ਕਿ ਗੁਰੂ ਕੇ ਲੰਗਰ ਦੇ ਵਿੱਚ ਆਉਂਦੀ ਰਸਦ ਵਿੱਚੋਂ ਜਾਲਸਾਜੀ ਹੁੰਦੀ ਫੜੀ ਗਈ ਆ। ਉੱਥੇ ਜਿਹੜੀਆਂ ਕੜਾਹ ਪ੍ਰਸ਼ਾਦ ਦੀਆਂ ਪਰਚੀਆਂ, ਉਹ ਕਈ ਵਾਰ ਫੜਿਆ ਗਿਆ ਕਿ ਲੋਕੀ ਬੜੀ ਸ਼ਰਧਾ ਨਾਲ ਪੈਸੇ ਦੇ ਕੇ ਕੜਾਹ ਪ੍ਰਸ਼ਾਦ ਕਰਵਾਉਂਦੇ ਆ ਤੇ ਉੱਥੋਂ ਜਿਹੜੀ ਪਰਚੀ ਦਿੱਤੀ ਜਾਂਦੀ ਆ, ਬਾਅਦ 'ਚ ਪਤਾ ਲੱਗਦਾ ਕਿ ਉਹ ਪਰਚੀਆਂ ਉੱਥੇ 2 ਰਸੀਦ ਬੁੱਕਾਂ ਰੱਖੀਆਂ ਨੇ, ਇੱਕ ਪਰਚੀ ਅਸਲੀ ਚੋਂ ਕੱਟੀ ਜਾਂਦੀ, ਇੱਕ ਨਕਲੀ ਚੋਂ। ਰਸੀਦਾਂ ਨਕਲੀ ਉੱਥੇ ਕੱਟ ਕੇ ਲੋਕਾਂ ਤੋਂ ਪੈਸੇ ਲੈ ਜਾਂਦੇ ਆ। ਇੱਕ ਵਾਰੀ ਇਹ ਵੀ ਸਕੈਂਡਲ ਫੜਿਆ ਗਿਆ ਸੀ ਕਿ ਅਖੰਡ ਪਾਠਾਂ ਦੀ ਬੁਕਿੰਗ ਲੋਕ ਕਰਾ ਜਾਂਦੇ ਆ, ਆਪ ਕੋਈ ਅਮਰੀਕਾ ਚਲ ਜਾਂਦਾ, ਕੋਈ ਕੈਨੇਡਾ ਚਲ ਜਾਂਦਾ, ਤੇ ਉਹਨਾਂ ਦੇ ਨਾਂ ਦੇ ਉੱਤੇ ਅਖੰਡ ਪਾਠ ਕੀਤੇ ਨਹੀਂ ਜਾਂਦੇ।
ਕੀਤੇ ਕਰਾਏ ਅਖੰਡ ਪਾਠ ਦਾ ਉਦਾਂ ਹੀ ਹੁਕਮਨਾਮਾ ਭੇਜ ਕੇ ਆਖਿਆ ਜਾਂਦਾ ਜੀ ਤੁਹਾਡਾ ਅਖੰਡ ਪਾਠ ਕਰਤਾ, ਅਰਦਾਸ ਕਰ ਦਿੱਤੀ। ਜੇ ਅਖੰਡ ਪਾਠਾਂ ਦੀ ਬੁਕਿੰਗ ਵੀ ਜਾਲੀ ਹੋ ਸਕਦੀ ਹੈ ਸ਼੍ਰੋਮਣੀ ਕਮੇਟੀ 'ਚ, ਤੇ ਕਿਹੜਾ ਕੰਮ ਨਹੀਂ ਫਿਰ ਹੋ ਸਕਦਾ? ਇਹ ਸਾਰੇ ਕੰਮ ਉੱਥੇ ਹੁੰਦੇ ਪਏ ਆ। ਇਸ ਕਰਕੇ ਬਹੁਤ ਸਾਰੇ ਲੋਕਾਂ ਦੀ, ਸਿੱਖ ਸੰਗਤ ਦੀ ਇਹ ਰਾਏ ਆ ਕਿ ਇਸ ਵੇਲੇ ਇਸ ਤਰ੍ਹਾਂ ਦੇ ਨਾਂ ਦੇ ਉੱਤੇ ਵੀ ਕੋਈ ਨਵਾਂ ਕਾਲਾ ਮੜਾ ਹੁੰਦਾ ਪਿਆ, ਜਿਹੜਾ ਰੋਕਣ ਦੀ ਲੋੜ ਹੈ। ਜੀ ਪੰਜ ਸਾਹਿਬ, ਇੱਕ ਮਸਲਾ 2015 ਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ, ਤੇ ਉਹ ਬਰਗਾੜੀ ਵਾਲੇ ਕੇਸ ਦੇ ਵਿੱਚ ਉਸ ਮਾਮਲੇ 'ਚ ਬੜੀ ਦੇਰ ਤੋਂ ਸੰਗਤਾਂ ਇਨਸਾਫ ਉਡੀਕਦੀਆਂ ਵੀ ਚਲੋ ਕੁਛ ਨਾ ਕੁਛ ਪਤਾ ਲੱਗੇ ਜੀ, ਸਾਹਮਣੇ ਆਵੇ ਗੱਲ ਕਿ ਕੌਣ ਕਿੰਨਾ ਕਸੂਰਵਾਰ ਆ। ਤੇ ਹੁਣੇ ਪਤਾ ਲੱਗਿਆ ਵੀ ਸ਼ਾਇਦ ਹੋਮ ਸੈਕਟਰੀ ਸਾਹਿਬ ਨੇ ਇਜਾਜ਼ਤ ਦੇ ਦਿੱਤੀ ਹੈ ਉਹ ਟਰਾਇਲ ਚਲਾਉਣ ਦੀ। ਇਹ ਹੋਮ ਸੈਕਟਰੀ ਸਾਹਿਬ ਵੱਲੋਂ ਇਜਾਜ਼ਤ ਦਿੱਤੇ ਜਾਣਾ ਹੁਣ ਇਹ ਕੀ ਚੀਜ਼ ਸ਼ੋਅ ਕਰਦੀ ਹੈ ਵੀ ਹੁਣ ਤੱਕ ਇਜਾਜ਼ਤ ਹੀ ਹੈ ਨਹੀਂ ਸੀ ਟਰਾਇਲ ਚਲਾਉਣ ਦੀ, ਜਾਂ ਫਿਰ ਕੋਈ ਹੋਰ ਕਾਰਨ ਹੈ ਜੀ? ਪਿਛਲੇ 15-16 ਦਿਨਾਂ ਦੇ ਵਿੱਚ ਗੁਰਪ੍ਰੀਤ ਜੀ ਕਈ ਕਿਸਮ ਦਾ ਧੁੰਦ ਦਾ ਜਾਲਾ ਲੱਥਾ ਹੈ। ਪਹਿਲੀ ਗੱਲ ਤਾਂ ਇਹ ਕਿ ਅਕਾਲੀਆਂ ਨੇ ਆਖਿਆ ਕਿ ਰਾਮ ਰਹੀਮ ਦਾ ਨਾਂ ਅਸੀਂ ਪਾਇਆ ਸੀ ਉਹਦੇ 'ਚ, ਉਸ ਪਹਿਲੀ ਸ਼ਿਕਾਇਤ 'ਚ ਹੈਗਾ ਸੀ। ਹੁਣ ਵਾਲੀ ਜਾਂਚ ਟੀਮ ਨੇ, SIT ਨੇ, ਉਹ ਕੱਢਤਾ ਜੀ। ਇਹ ਗੱਲ ਜਿਹੜਾ ਉਸ ਵਕਤ ਦਾ ਜਾਂਚ ਟੀਮ ਦਾ ਮੁਖੀ ਸੀ ਰਣਵੀਰ ਸਿੰਘ ਖੱਟਰਾ, ਉਹ ਵੀ ਕਹਿੰਦਾ ਜੀ ਉਹ ਤਾਂ ਵਿੱਚ ਸੀਗਾ। ਜੇ ਵਿੱਚ ਸੀ ਤੇ ਸਵਾਲ ਇਹ ਪੁੱਛਿਆ ਜਾਂਦਾ ਕਿ 2 ਸਾਲ ਅਕਾਲੀ ਭਾਜਪਾ ਰਾਜ ਦੇ ਵੇਲੇ ਵੀ ਰਣਵੀਰ ਸਿੰਘ ਖੱਟਰਾ ਉਹ ਜਾਂਚ ਟੀਮ ਵਿੱਚ ਸੀ, ਉਹਦੇ ਤੋਂ ਬਾਅਦ ਵੀ 4 ਸਾਲਾਂ ਤੋਂ ਬਾਅਦ 4.25 ਸਾਲ ਉਸ ਜਾਂਚ ਟੀਮ ਵਿੱਚ ਸੀ, ਜਿਹਦੇ ਤੋਂ 3.5 ਸਾਲ ਤੱਕ ਜਾਂਚ ਟੀਮ ਦਾ ਮੁਖੀ ਸੀ। ਜੇ ਰਾਮ ਰਹੀਮ ਦਾ ਨਾਂ ਇਹਦੇ ਵਿੱਚ ਹੈਗਾ ਸੀ ਤੇ ਉਹਨੇ ਜਾ ਕੇ ਰਾਮ ਰਹੀਮ ਨੂੰ ਫਿਰ ਫੜ ਕੇ ਕਿਉਂ ਨਹੀਂ ਲਿਆਂਦਾ? ਉਹ ਲਿਆ ਕੇ ਗ੍ਰਿਫਤਾਰ ਕਰਕੇ ਇੱਥੇ ਬਿਠਾਇਆ ਕਿਉਂ ਨਹੀਂ? ਇਹਦਾ ਮਤਲਬ ਜਾਂ ਤਾਂ ਨਾਂ ਨਹੀਂ ਸੀ, ਜਾਂ ਨਾ ਸੀ ਤੇ ਇਹੋ ਜਿਹੇ ਥਾਂ ਤੇ ਸੀਗਾ ਜਿੱਥੋਂ ਉਹਨੂੰ ਫੜਿਆ ਨਹੀਂ ਜਾ ਸਕਦਾ, ਹੱਥ ਨਹੀਂ ਪਾਇਆ ਜਾ ਸਕਦਾ। ਇੱਕ ਤੇ ਇਹ ਗੱਲ ਜਿਹੜੀ ਆ ਬਹੁਤ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਆ ਕਿ ਜਿਹੜੇ ਕਹਿੰਦੇ ਉਹਦਾ ਨਾਂ ਸੀ ਪਾਇਆ ਸੀ, ਉਹਨਾਂ ਨਾਂ ਕਿੱਥੇ ਪਾਇਆ ਸੀ? ਤੇ ਜੇ ਪਾਇਆ ਸੀ ਤੇ ਇੰਨੇ ਚਿਰ ਦੀ ਖੇਡ ਉੱਡਣ ਰਹੀ ਆ ਵੀ ਅਕਾਲੀ ਉਹਨੂੰ ਬਚਾਉਂਦੇ ਰਹੇ, ਫਿਰ ਤੁਸੀਂ ਇਹਨਾਂ ਰੌਲਾ ਕਿਉਂ ਪਾਉਂਦੇ ਰਹੇ? ਤੁਹਾਨੂੰ ਹੁਣ ਤੱਕ ਦੱਸ ਦੇਣਾ ਚਾਹੀਦਾ ਸੀ ਕਿ ਅਸੀਂ ਤੇ ਨਾਂ ਪਾਇਆ। ਤੁਸੀਂ ਅੱਜ ਤੱਕ ਇੱਕ ਵਾਰ ਵੀ ਇਹ ਗੱਲ ਨਹੀਂ ਕੀਤੀ। ਦੂਸਰਾ ਮੁੱਦਾ ਇਹ ਆ ਕਿ 2 ਦਿਨ ਪਹਿਲਾਂ ਪੰਜਾਬ ਸਰਕਾਰ ਦੇ ਹੋਮ ਤੇ ਜਸਟਿਸ ਡਿਪਾਰਟਮੈਂਟ ਦਾ ਜਿਹੜਾ ਸੈਕਟਰੀ ਹੈ, ਪ੍ਰਿੰਸੀਪਲ ਸੈਕਟਰੀ, ਉਹਨੇ ਇੱਕ ਆਰਡਰ ਕੀਤਾ ਜਿਹਦੇ 'ਚ ਲਿਖਿਆ ਕਿ ਬਰਗਾੜੀ ਦਾ ਕਾਂਡ, ਉਹ ਜਿਹੜਾ ਬੇਅਦਬੀ ਕਾਂਡ ਸੀ, ਉਹਦਾ ਕੇਸ ਨੰਬਰ ਇੰਨਾ ਥਾਣਾ ਬਾਜਾਖਾਨਾ, ਉਹ 'ਚ ਫਲਾਣੇ ਦੋਸ਼ੀ ਮਿਸਲ ਵੇਖਣ ਤੋਂ ਪਾਇਆ ਗਿਆ ਕਿ ਉਹ ਸੱਚਮੁੱਚ ਦੋਸ਼ੀ ਨੇ, ਉਹਨਾਂ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਦੂਜਾ ਮੁਕੱਦਮਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ, ਜਿੱਥੇ ਗੁਰੂ ਘਰ ਦੇ ਇਤਿਹਾਸ ਲਿਖਿਆ ਬਾਹਰ ਗੇਟ ਦੇ ਲਾਗੇ, ਉੱਥੇ ਪੋਸਟਰ ਚਿਪਕਾਇਆ ਗਿਆ ਜਿਹਦੀ ਬੋਲੀ ਬਹੁਤ ਭੱਦੀ ਸੀ, ਸਿੱਖਾਂ ਦੇ ਖਿਲਾਫ ਸੀ, ਸਿੱਖਾਂ ਦੀਆਂ ਭਾਵਨਾਵਾਂ ਬਲੂੰਦਰਨ ਵਾਲੀ ਸੀ। ਉਹਦੇ ਸਬੰਧ ਵਿੱਚ ਮੁਕੱਦਮਾ ਨੰਬਰ ਇੰਨਾ ਸਨ 2015 ਦਰਜ ਹੈ। ਉਹ ਮੁਕੱਦਮਾ ਅਦਾਲਤ ਵਿੱਚ ਪੇਸ਼ ਕਰਕੇ ਟ੍ਰਾਇਲ ਚਲਾਉਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ। ਇਹਦੇ ਵਿੱਚ ਫਲਾਣੇ ਦੋਸ਼ੀ ਹਨ। ਇਹ ਫਿਰ ਇਸੇ ਤਰ੍ਹਾਂ ਹੀ ਤੀਜਾ, ਇਹਨਾਂ ਸਾਰਿਆਂ ਮੁਕੱਦਮਿਆਂ 'ਚ ਇੱਕ ਗੱਲ ਇਹ ਸਾਫ਼ ਲਿਖੀ ਗਈ ਕਿ ਮੁਕੱਦਮੇ 2015 ਦੇ ਨੇ। ਦੂਜੀ ਗੱਲ ਇਹ ਸਾਫ਼ ਲਿਖੀ ਗਈ ਕਿ ਇਹਨਾਂ ਦਾ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਤੀਜੀ ਗੱਲ ਇਹ ਕਿ ਦੋਸ਼ੀ ਲਗਭਗ ਇਹਨਾਂ ਸਾਰੇ ਮੁਕੱਦਮਿਆਂ 'ਚ 19-21 ਦੇ ਫਰਕ ਨਾਲ ਇੱਕੋ ਨੇ। ਫਿਰ ਜੇ ਇੱਕੋ ਨੇ, ਮੁਕੱਦਮੇ 2015 ਦੇ ਨੇ, ਹੁਣ ਆ ਕੇ 2021 ਦੇ ਵਿੱਚ ਉਹਨਾਂ ਦੇ ਚਲਾਉਣ ਦੀ ਜਿਹੜੀ ਟ੍ਰਾਇਲ ਦੀ ਪ੍ਰਵਾਨਗੀ ਦਿੱਤੀ ਜਾ ਰਹੀ ਹੈ, ਇਹਦਾ ਮਤਲਬ ਤੇ ਸਾਫ਼ ਹੈ ਕਿ 2015 ਤੋਂ ਲੈ ਕੇ 2021 ਤੱਕ ਉਹਦੀ ਪ੍ਰਵਾਨਗੀ ਦਿੱਤੀ ਨਹੀਂ ਗਈ। ਹੁਣ ਇਹ ਦਿੱਤੀ ਨਹੀਂ ਗਈ, ਇੱਥੇ ਆ ਕੇ ਗ੍ਰਾਮਰ ਜਿਹੜੀ ਹੈ ਫਸ ਜਾਂਦੀ ਹੈ ਕਿ ਜਿਹੜੀ ਪ੍ਰਵਾਨਗੀ ਦਿੱਤੀ ਨਹੀਂ ਗਈ, ਜਾਂ ਪ੍ਰਵਾਨਗੀ ਕਿਸੇ ਨੇ ਮੰਗੀ ਨਹੀਂ। ਜੇ ਮੰਗੀ ਹੋਵੇ ਤੇ ਤਾਂ ਵਾ, ਜੇ ਮੰਗੀ ਹੋਵੇ, ਕਿਸੇ ਨੇ ਨਾ ਦਿੱਤੀ ਹੋਵੇ ਜਾਂ ਕਿਸੇ ਨੇ ਰੋਕੀ ਹੋਵੇ ਤੇ ਉਹ ਦੋਸ਼ੀ ਹੈ। ਪਰ ਜੇ ਕਿਸੇ ਨੇ ਮੰਗੀ ਨਾ ਹੋਵੇ ਤੇ ਫਿਰ ਕੀ ਕੀਤਾ ਜਾ ਸਕਦਾ? ਇਹ ਸਵਾਲ ਬਹੁਤ ਵੱਡਾ ਜਿਹਦਾ ਅਜੇ ਤੱਕ ਮੀਡੀਆ 'ਚ ਜਵਾਬ ਨਹੀਂ ਆਇਆ। ਕੱਲ ਨੂੰ ਅਦਾਲਤ ਵਿੱਚ ਵੀ ਜਾ ਸਕਦਾ ਕਿ 2015 ਤੋਂ ਲੈ ਕੇ 2021 ਤੱਕ ਮੁਕੱਦਮੇ ਹੋਏ ਰਹੇ, SIT ਬਣਦੀ ਰਹੀ, ਜਾਂਚ ਚੱਲਦੀ ਰਹੀ, ਧਰਨੇ ਲੱਗਦੇ ਰਹੇ, ਸੰਗਤ ਰੋਸ ਕਰਦੀ ਰਹੀ, ਪਰ ਉਹਦੀ ਮਨਜ਼ੂਰੀ ਹੁਣ ਆ ਕੇ ਦਿੰਦੇ ਪਏ ਹੋ। ਇਹ ਪਹਿਲਾਂ ਕਿਉਂ ਨਾ ਦਿੱਤੀ ਗਈ? ਕਿ ਕਿਸੇ ਨੇ ਮੰਗੀ ਨਹੀਂ, ਜਾਂ ਤੁਸੀਂ ਫਾਈਲ ਰੋਕ ਕੇ ਰੱਖੀ ਸੀ, ਇਹਦੇ ਉੱਤੇ ਪੇਪਰ ਵੇਟ 5 6 7 8 10 ਰੱਖੇ ਸਨ ਜਿਹੜੇ ਇਹਨੂੰ ਹਿਲਣ ਨਹੀਂ ਸੀ ਦਿੰਦੇ, ਜਾਂ ਇਹ ਸਿਉਂਕ ਦੇ ਵਾਲੇ ਕੀਤੀ ਸੀ? ਕਾਰਨ ਕੀ ਸੀ? ਇਹਦਾ ਹੁਣ ਤੱਕ ਕਿਸੇ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ। ਮੈਂ ਨਿੱਜੀ ਤੌਰ ਤੇ ਸਮਝਦਾ ਜੀ ਕਿ ਰਾਜ ਭਾਵੇਂ ਹੋਵੇ ਅਕਾਲੀਆਂ ਦਾ, ਭਾਵੇਂ ਹੋਵੇ ਕਾਂਗਰਸ ਦਾ, ਇਹ ਦੋਵੇਂ ਤਰ੍ਹਾਂ ਵੋਟਾਂ ਦੀ ਝਾਕ ਵਿੱਚ ਉਸ ਸਿਰਸੇ ਸੌਦੇ ਵਾਲੇ, ਜਿਹੜਾ ਸੱਚੇ ਸੌਦੇ ਵਾਲਾ ਬਾਬਾ ਰਾਮ ਰਹੀਮ ਆ, ਉਹਨੂੰ ਵਰਤਣ ਦਾ ਯਤਨ ਕਰਦੇ ਰਹੇ। ਪਹਿਲਾਂ ਅਕਾਲੀਆਂ ਨੇ ਵਰਤਿਆ ਸੀ, ਫਿਰ ਕਾਂਗਰਸੀਆਂ ਨੇ ਵਰਤਿਆ, ਕਿਉਂਕਿ 2007 ਦੀਆਂ ਚੋਣਾਂ 'ਚ ਵਰਤਿਆ ਉਹਨੂੰ ਕਾਂਗਰਸੀਆਂ, ਮਾਲਵੇ ਦੀਆਂ ਸਾਰੀਆਂ ਸੀਟਾਂ ਇਹ ਜਿੱਤ ਗਏ ਤੇ ਸਰਕਾਰ ਬਣ ਗਈ ਅਕਾਲੀਆਂ ਦੀ। ਉਦੋਂ ਫਿਰ ਇੱਕ ਉਚੇਚਾ ਚੋਲਾ ਉਹਨੂੰ ਭੇਜਿਆ ਗਿਆ
ਕਿ ਤੂੰ ਫਲਾਣੇ ਦਿਨ ਤੇ ਸਾਡਾ ਚੋਲਾ ਸਵੀਕਾਰ ਬਾਬਾ ਜੀ ਕਰਿਓ, ਤੁਸੀਂ ਪਾਇਓ। ਉਹ ਰਿਕਾਰਡ ਤੇ ਦਰਜ ਆ ਕਿ ਚੋਲਾ ਕਿਹਨੇ ਭੇਜਿਆ ਸੀ। ਜਦੋਂ ਉਹ ਚੋਲਾ ਉਹਨੇ ਪਾਇਆ, ਉਹਦੀ ਫੋਟੋ ਛਪਣ ਤੋਂ ਬਾਅਦ ਸਾਰੇ ਮਾਲਵੇ 'ਚ, ਸਾਰੇ ਪੰਜਾਬ ਤੇ ਦੁਨੀਆ ਭਰ 'ਚ ਰੌਲਾ ਪਾਤਾ ਕਿ ਉਹਨੇ 10ਵੇਂ ਗੁਰੂ ਸਾਹਿਬ ਦਾ ਜਿਹੜਾ ਇੱਕ ਕਿਸਮ ਦਾ ਸਾਂਗ ਕੀਤਾ, ਉਹ ਸਾਂਗ ਜਿਹੜਾ ਰਚਿਆ ਉਹਦੇ ਉੱਤੇ ਕੇਸ ਬਣਨੇ ਸ਼ੁਰੂ ਹੋ ਗਏ। ਫਿਰ ਪੰਜਾਬ ਵਿੱਚ ਕਰਫਿਊ ਲੱਗੇ, ਦਿੱਲੀ ਤੱਕ ਰੌਲਾ ਪਿਆ, ਇਹਨਾਂ ਕੁਛ ਹੋਇਆ। 2012 ਦੀਆਂ ਚੋਣਾਂ 'ਚ ਉਹਨੇ ਸਾਧ ਨੇ ਕਾਂਗਰਸ ਨੂੰ ਆਖਿਆ ਮੈਂ ਤੁਹਾਡੀ ਮਦਦ ਕਰੂੰਗਾ। ਕਾਂਗਰਸੀਆਂ ਤੋਂ ਗੱਡੀਆਂ ਲਈਆਂ, ਰਾਹ ਦੇ ਵਿੱਚ ਰੋਟੀ ਪਾਣੀ ਖਾਣ ਦਾ ਤੇ ਪੈਟਰੋਲ ਦਾ ਖਰਚਾ ਵੀ ਕਾਂਗਰਸੀਆਂ ਤੋਂ ਲਿਆ ਤੇ ਵੋਟਾਂ ਰਾਤੋਂ ਰਾਤ ਅਕਾਲੀਆਂ ਨੂੰ ਪਾਤੀਆਂ। ਮਗਰੋਂ ਪਤਾ ਲੱਗਾ ਕਿ ਅਕਾਲੀਆਂ ਨਾਲ ਸਮਝੌਤਾ ਹੋ ਗਿਆ ਸੀ ਤੇ ਵੋਟਾਂ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਇੱਕ ASI ਨੇ, ਸਿਰਫ ਇੱਕ ਥਾਣੇਦਾਰ ਨੇ ਜਾ ਕੇ ਅਦਾਲਤ ਵਿੱਚ ਲਿਖ ਕੇ ਦਿੱਤਾ ਕਿ ਸਰਕਾਰ ਨੇ ਬਾਬਾ ਜੀ ਦੇ ਖਿਲਾਫ ਕੇਸ ਵਾਪਸ ਲੈ ਲਿਆ। ਇਹ ਜਦੋਂ ਵੋਟਾਂ ਪੈ ਗਈਆਂ ਉਦੋਂ ਅਗਲੇ ਦਿਨ ਰੌਲਾ ਪੈ ਗਿਆ ਕਿ ਇਹਦਾ ਕੇਸ ਵਾਪਸ ਲੈ ਲਿਆ। ਫਿਰ ਅਕਾਲੀਆਂ ਨੇ ਜਿਹੜਾ ਬੰਦਾ ਮਦਈ ਸੀ, ਰਜਿੰਦਰ ਸਿੰਘ ਨਾਂ ਦਾ ਇਹਨਾਂ ਦਾ ਬੰਦਾ ਸੀ, ਉਹਦੇ ਤੋਂ ਐਫੀਡੇਵਿਟ ਦਵਾਇਆ ਕਿ ਮਦਈ ਤਾਂ ਮੈਂ ਆ ਤੇ ਬਾਹਰੋਂ ਕੋਈ ਇਹਨੂੰ ਵਾਪਸ ਕਿੱਦਾਂ ਲੈ ਸਕਦਾ, ਥਾਣੇਦਾਰ ਨੂੰ ਮੈਂ ਕੋਈ ਹੱਕ ਨਹੀਂ ਦਿੱਤਾ, ਮੇਰੀ ਥਾਂ ਤੇ ਜਾ ਕੇ ਉਹ ਕਿੱਦਾਂ ਵਾਪਸ ਲੈ ਸਕਦਾ। ਮੁਕੱਦਮਾ ਫੇਰ ਚੱਲ ਪਿਆ। ਲੋਕੀ ਕਹਿਣ ਕਿ ਅਕਾਲੀਆਂ ਦੀ ਤੇ ਉਹਦੇ ਨਾਲ ਗੱਲ ਹੋ ਗਈ ਸੀ, ਮੁਕੱਦਮਾ ਦੁਬਾਰਾ ਕਿਉਂ ਚੱਲ ਪਿਆ। ਅਸਲ ਗੱਲ ਇਹ ਸੀ ਕਿ ਇਹਨਾਂ ਨੇ ਮੁਕੱਦਮਾ ਵਾਪਸ ਲੈਣ ਦਾ ਇੱਕ ਐਫੀਡੇਵਿਟ ਦੇ ਕੇ ਉਹ ਤੋਂ ਵੋਟਾਂ ਲੈ ਲਈਆਂ ਸੀ। ਦੁਬਾਰਾ ਇਸ ਕਰਕੇ ਚੱਲਦਾ ਰੱਖਿਆ ਕਿ ਸਾਧ ਨੂੰ ਆਪਣੀ ਲੱਤ ਹੇਠ ਰੱਖੋ, ਜੇ ਇੱਕ ਵਾਰੀ ਨਿਕਲ ਗਿਆ ਤੇ ਅਗਲੀਆਂ ਚੋਣਾਂ 'ਚ ਫਿਰ ਕਾਂਗਰਸ ਦੀ ਮਦਦ ਨਾ ਕਰ ਦੇਵੇ। ਇਹਨੂੰ ਜਿੰਨਾ ਚਿਰ ਥੱਲੇ ਰੱਖਾਂਗੇ, ਆਪਣੇ ਗੋਡੇ ਥੱਲੇ ਹੋਏਗਾ, ਉਹਨਾਂ ਚਿਰ ਤੱਕ ਇਹਨੂੰ ਕੇਸ ਮਾਫ ਕਰਨ ਦਾ ਵਾਅਦਾ ਕਰ ਕਰਕੇ ਇਥੋਂ ਵੋਟਾਂ ਲਈ ਜਾਵਾਂਗੇ। ਇਸੇ ਚੱਕਰ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਉਹਨੂੰ ਬਿਨਾਂ ਮੰਗੀ ਮਾਫੀ ਦਵਾਈ ਗਈ। ਉਹ ਮਾਫੀ ਦਵਾਈ ਗਈ ਜਿਹੜੀ ਚਿੱਠੀ ਦੇ ਵਿੱਚ ਉਹਨੇ ਮਾਫੀ ਦਾ ਲਫ਼ਜ਼ ਵੀ ਨਹੀਂ ਸੀ ਵਰਤਿਆ, ਔਰ ਅਕਾਲ ਤਖਤ ਸਾਹਿਬ ਦੇ ਕੰਪਿਊਟਰ ਦੀ ਦੁਰਵਰਤੋਂ ਕਰਕੇ ਉਹ ਚਿੱਠੀ 'ਚ ਐਡੀਟਿੰਗ ਕਰਕੇ ਮਾਫੀ ਦਾ ਲਫ਼ਜ਼ ਪਾਇਆ ਗਿਆ। ਇਹ ਸਭ ਡਰਾਮੇ ਜਿਹੜੇ ਉਸ ਵਕਤ ਹੋਏ ਸਨ, ਉਹਨਾਂ ਡਰਾਮਿਆਂ ਨੂੰ ਜੇ ਹੁਣ ਵਾਲੀਆਂ ਘਟਨਾਵਾਂ ਨਾਲ ਜੋੜ ਕੇ ਵੇਖੀਏ ਤੇ ਫਿਰ ਤਾਂ ਇਦਾਂ ਲੱਗਦਾ ਕਿ 2015 ਤੋਂ ਹੁਣ ਤੱਕ ਉਹਦੀ ਮਾਫੀ ਮਿਲੀ ਇਸ ਕਰਕੇ ਨਹੀਂ ਕਿਉਂਕਿ ਇਹਦੇ ਪਿੱਛੇ ਕਾਂਗਰਸੀ ਹੋਣ ਅਕਾਲੀ ਹੋਣ, ਇਹ ਦੋਵੇਂ ਤਰ੍ਹਾਂ ਕਿਸੇ ਨਾ ਕਿਸੇ ਕਿਸਮ ਦੀ ਰਾਜਨੀਤੀ ਖੇਡਦੀਆਂ ਸੀ। ਨਹੀਂ ਤੇ ਇਹ ਪਰਮਿਸ਼ਨ ਜਿਹੜੀ ਹੁਣ ਮਿਲੀ ਆਣ ਕੇ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਗਿਆ ਤੇ ਰੌਲਾ ਪੈਣ ਲੱਗ ਪਿਆ ਕਿ ਪੰਜਾਬ 'ਚ ਕੈਪਟਨ ਉਹ ਐਨ ਉਸ ਮੌਕੇ ਆ ਕੇ ਜਿਹੜੀ ਇਹ ਚਿੱਠੀ ਹੁਣ ਜਾਰੀ ਹੋਈ ਆ, ਇਹ ਜਿਹੜੀ ਪ੍ਰਵਾਨਗੀ ਹੁਣ ਮਿਲੀ ਆ, ਇਹ ਪ੍ਰਵਾਨਗੀ 2 ਮਹੀਨੇ ਪਹਿਲਾਂ, ਇਹ ਪ੍ਰਵਾਨਗੀ 2 ਸਾਲ ਪਹਿਲਾਂ, ਜਾਂ ਇਹ ਪ੍ਰਵਾਨਗੀ ਜਿਹੜੀ ਸਰਕਾਰ ਦੇ ਉਦੋਂ 2 ਸਾਲ ਰਹਿੰਦੇ ਸੀ ਉਹਦੇ ਵਕਤ ਵੀ ਮਿਲ ਸਕਦੀ ਸੀ। ਹੁਣ ਜਿਹੜੀ ਪ੍ਰਵਾਨਗੀ ਮਿਲੀ ਆ, ਇਹ ਤੋਂ ਲੋਕਾਂ 'ਚ ਕਈ ਕਿਸਮ ਦੇ ਚਰਚੇ ਫਿਰ ਚੱਲ ਪਏ ਜੀ। ਪਰ ਸਾਹਿਬ ਇਹ ਗੱਲ ਤੁਹਾਡੀ ਠੀਕ ਜਾਪਦੀ ਆ ਕਿਉਂਕਿ ਜਿਸ ਦਿਨ ਸਿੱਧੂ ਸਾਹਿਬ ਜਾਂਦੇ ਆ ਤੇ 5 ਮੰਗਾਂ ਖਾਸ ਕਰਕੇ ਕਹਿੰਦੇ ਆ ਕਿ ਵੀ ਆਹ ਜਿਹੜੀਆਂ ਚੀਜ਼ਾਂ ਜੀ ਇਹ ਪੂਰੀਆਂ ਕਰਨੀਆਂ ਬਹੁਤ ਜ਼ਰੂਰੀ ਆ। ਉਹਦੇ 'ਚ ਬਰਗਾੜੀ ਵਾਲਾ ਇਨਸਾਫ ਵੀ ਸੀਗਾ, ਪਰ ਉਹਦੇ ਵਿੱਚ ਹੀ ਇੱਕ ਨਸ਼ਿਆਂ ਨਾਲ ਰਿਲੇਟਡ STF ਦੀ ਰਿਪੋਰਟ ਦੀ ਚਰਚਾ ਵੀ ਸੀਗੀ ਕਿ ਮਹਾਰਾਜ ਉਹ ਉੱਥੇ ਪਈ ਆ ਰਿਪੋਰਟ ਤੇ ਉਹਦੇ ਬਾਰੇ ਵੀ ਕੁਛ ਨਾ ਕੁਛ ਕਰੋ ਕਿਉਂਕਿ ਉਹਦੇ ਵਿੱਚ ਵੀ ਕੁਛ ਵੱਡੇ ਬੰਦਿਆਂ ਦੇ ਨਾਂ ਆ। ਹੁਣ ਉਹਦੇ ਬਾਰੇ ਸਰਕਾਰ ਵਾਲੇ ਪਾਸਿਓਂ ਤਾਂ ਜੇ ਕੁਛ ਹੋਇਆ ਨਹੀਂ, ਪਰ ਇਹ ਸੁਣਨ 'ਚ ਆਇਆ ਕਿ ਸ਼ਾਇਦ ਹਾਈ ਕੋਰਟ 'ਚ ਕੋਈ ਕਿਸੇ ਵਕੀਲ ਨੇ ਕੋਈ ਇਹ ਪਟੀਸ਼ਨ ਪਾਈ ਸੀ ਕਿ ਜੀ ਉਹ ਜਿਹੜੀ STF ਦੀ ਰਿਪੋਰਟ ਆ ਉਹ ਰੱਖ ਕੇ ਕਿਉਂ ਬੈਠੇ ਆਪਾਂ ਜੀ, ਉਹਦੇ 'ਤੇ ਕੁਛ ਨਾ ਕੁਛ ਕਾਰਵਾਈ ਹੋਵੇ, ਤੇ ਉਹਦੇ 'ਤੇ ਅਦਾਲਤ ਨੇ ਫਿਰ ਕੋਈ ਲੰਮੀ ਤਰੀਕ ਪਾ ਦਿੱਤੀ ਹੈ ਜੀ। ਇਹਦਾ ਮਤਲਬ ਫਿਰ ਉਹ ਗੱਲ ਘਿੰਗੇ ਪੈ ਗਈ ਹੈ ਜੀ। ਇਹ ਗੱਲ ਤੁਹਾਡੀ ਠੀਕ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਉਹਦੇ ਨਾਲ ਦੇ ਜਿਹੜੇ 4 ਵਰਕਿੰਗ ਪ੍ਰੈਜ਼ੀਡੈਂਟ ਨੇ, ਇਹਨਾਂ 5 ਨੇ ਦਸਤਖਤ ਕਰਕੇ ਜਿਹੜਾ 5 ਨਿਕਾਤੀ ਮੰਗ ਪੱਤਰ ਦਿੱਤਾ ਸੀ, ਉਹਦੇ ਵਿੱਚ ਇਹ ਮੰਗ ਰੱਖੀ ਗਈ ਸੀ ਔਰ ਨਾਲ ਇਹ ਲਿਖਿਆ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਜੀ, ਪਿਛਲੀਆਂ ਚੋਣਾਂ ਦੇ ਵਿੱਚ ਇਹ ਵਾਅਦਾ ਤੁਸੀਂ ਕੀਤਾ ਸੀ ਲੋਕਾਂ ਦੇ ਨਾਲ ਕਿ ਮੈਂ ਪੰਜਾਬ 'ਚ ਨਸ਼ਿਆਂ ਦਾ ਵਹਿਣ ਵਗਦਾ ਜਿਹੜਾ ਇਹਨੂੰ ਰੋਕਾਂਗਾ, ਤੁਸੀਂ ਰੋਕਿਆ ਨਹੀਂ। ਹੁਣ ਤੱਕ ਇਹ ਰੋਕਿਆ ਨਹੀਂ ਜਾ ਸਕਿਆ। ਇਹ ਲਫ਼ਜ਼ ਨਹੀਂ ਲਿਖਿਆ ਕਿ ਤੁਸੀਂ ਰੋਕਿਆ ਨਹੀਂ, ਇਹ ਲਿਖਿਆ ਕਿ ਹੁਣ ਤੱਕ ਰੋਕਿਆ ਨਹੀਂ ਜਾ ਸਕਿਆ, ਇਹਦੇ ਉੱਤੇ ਫੌਰੀ ਤੌਰ ਤੇ ਕਾਰਵਾਈ ਕੀਤੀ ਜਾਵੇ, SIT ਦੀਆਂ ਰਿਪੋਰਟਾਂ ਖੋਲੀਆਂ ਜਾਣ। ਹੁਣ ਇਧਰੋਂ ਸਰਕਾਰ ਵਾਲੇ ਪਾਸਿਓਂ ਤਾਂ ਇਹੋ ਜਿਹਾ ਕੁਝ ਹੋਇਆ ਨਹੀਂ। ਇੱਕ ਵਕੀਲ ਨੇ ਜਾ ਕੇ ਹਾਈ ਕੋਰਟ 'ਚ ਅਰਜੀ ਦੇ ਦਿੱਤੀ ਹੈ ਕਿ ਇਸ ਮਸਲੇ ਤੇ ਜਾਂਚ ਹੋਈ ਸੀ, ਜਾਂਚ ਹੋਣ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਦੀ ਸਪੈਸ਼ਲ ਟਾਸਕ ਫੋਰਸ ਹੈ, ਇਹਨੇ ਉਹਦੇ ਜਿਹੜੀ ਜਾਂਚ ਰਿਪੋਰਟ ਸੀ ਉਹ ਹਾਈ ਕੋਰਟ ਨੂੰ ਸੀਲਡ ਕਵਰ ਦੇ ਵਿੱਚ ਦਿੱਤੀ ਹੋਈ ਆ, ਸਰਕਾਰ ਨੂੰ ਵੀ ਦਿੱਤੀ ਹੋਈ ਆ। ਹਾਈ ਕੋਰਟ ਨੇ ਇਸ ਮਸਲੇ ਦੇ ਵਿੱਚ ਪੰਜਾਬ ਪੁਲਿਸ ਦੇ ਮੁਖੀ ਤੋਂ, ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਤੇ ਇਹਨਾਂ ਨੇ ਜਵਾਬ ਆਪਣਾ ਦਿੱਤਾ ਹੋਇਆ, ਉਹ ਵੀ ਰਿਕਾਰਡ ਤੇ ਆ। ਇਹਦੇ ਤੋਂ ਅਗਲੀ ਗੱਲ ਇਹ ਆ ਕਿ ਇਸ ਮਸਲੇ ਦੇ ਉੱਤੇ ਦਿੱਲੀ ਤੱਕ ਰੌਲਾ ਪੈ ਚੁੱਕਾ ਔਰ ਉਦੋਂ ਹਾਈ ਕੋਰਟ ਨੇ ਸੱਦਿਆ ਸੀ ਭਾਰਤ ਸਰਕਾਰ ਨੂੰ, ਤੇ ਭਾਰਤ ਸਰਕਾਰ ਵੱਲੋਂ ਉਸ ਵਕਤ ਇੱਕ ਅੰਡਰ ਸੈਕਟਰੀ ਆਇਆ ਸੀ, ਉਹਦਾ ਨਾਂ ਸ਼ਾਇਦ ਰਾਜੀਵ ਰੰਜਨ ਸੀ। ਉਹਨੇ ਆ ਕੇ ਐਫੀਡੇਵਿਟ ਦਿੱਤਾ ਸੀ ਕਿ ਇਹਨਾਂ ਨਸ਼ਿਆਂ ਦੇ ਕੇਸ ਵਿੱਚ 8 ਜਾਂ 9 ਉਹਨੇ ਲਿਖਿਆ ਸੀ NRI ਜਿਹੜੇ ਆ ਉਹਨਾਂ ਦੇ ਨਾਂ ਵਿੱਚ ਆਉਂਦੇ ਨੇ, ਜਿਨ੍ਹਾਂ 'ਚ ਇੱਕ ਸ਼ਾਇਦ ਔਰਤ ਹੈ ਤੇ ਉਹ ਸਾਰੇ ਕੈਨੇਡਾ ਵਿੱਚ ਆ।
ਉਹਨੇ ਰਾਜੀਵ ਰੰਜਨ ਨੇ ਜਿਹੜਾ ਅੰਡਰ ਸੈਕਟਰੀ ਸੀ, ਉਹਨੇ ਆ ਕੇ ਹਾਈ ਕੋਰਟ 'ਚ ਐਫੀਡੇਵਿਟ ਦਿੰਦਿਆਂ ਇਹ ਆਖਿਆ ਸੀ ਕਿ ਕੈਨੇਡਾ ਦੀਆਂ ਅਥਾਰਟੀਜ਼ ਨਾਲ ਸਾਡੀ ਗੱਲ ਚੱਲਦੀ ਹੈ ਕਿ ਇਹਨਾਂ ਲੋਕਾਂ ਨੂੰ ਭਾਰਤ ਮੰਗਵਾਇਆ ਜਾਵੇ। ਭਾਰਤ ਮੰਗਵਾਉਣਾ ਕਿ ਨਹੀਂ ਮੰਗਵਾਉਣਾ ਇਹ ਵੱਖਰਾ ਮਸਲਾ। ਹੁਣ ਅਸੀਂ ਤਾਂ ਇਹਨਾਂ ਗੱਲਾਂ ਬਾਰੇ ਜਾਣਦੇ ਕੁਛ ਨਹੀਂ, ਨਾ ਸਾਨੂੰ ਪਤਾ ਟਾਸਕ ਫੋਰਸ ਦੀ ਰਿਪੋਰਟ ਵਿੱਚ ਕੀ ਆ, ਨਾ ਸਾਨੂੰ ਇਹ ਪਤਾ ਕਿ ਇਸ ਮਸਲੇ ਤੇ ਭਾਰਤ ਦੀ ਸਰਕਾਰ ਨੇ ਕੈਨੇਡਾ ਨੂੰ ਲਿਖਿਆ ਕਿ ਨਹੀਂ ਲਿਖਿਆ। ਅਸੀਂ ਸਿਰਫ ਸਿਆਸੀ ਪੱਖ ਜਾਣਦੇ ਹਾਂ। ਸਿਆਸੀ ਪੱਖ ਇਹ ਕਹਿੰਦਾ ਕਿ ਇਸ ਮਸਲੇ ਤੇ ਕੁਝ ਵੀ ਨਹੀਂ ਹੁਣ ਤੱਕ ਹੋਇਆ, ਉਹ ਫਾਈਲ ਉੱਥੇ ਦੱਬੀ ਪਈ ਰਹੀ ਹੈ। ਵਕੀਲ ਸਾਹਿਬ ਨੇ ਇੱਕ ਅਰਜੀ ਦੇ ਦਿੱਤੀ ਹਾਈ ਕੋਰਟ ਦੇ ਵਿੱਚ ਕਿ ਇਹਦੀ ਸੁਣਵਾਈ ਕੀਤੀ ਜਾਵੇ। ਉਹ ਸੁਣਵਾਈ ਵਾਲੀ ਅਰਜੀ ਜਾਣ ਤੋਂ ਬਾਅਦ ਫਿਰ ਹਾਈ ਕੋਰਟ ਨੇ ਤਰੀਕ ਦੇ ਦਿੱਤੀ ਹੈ ਕਿ ਇਸ ਵੇਲੇ ਜੱਜ ਸਾਹਿਬ ਛੁੱਟੀ ਤੇ ਨੇ, ਆਉਣਗੇ ਤੇ ਇਹਦੀ ਸੁਣਵਾਈ ਹੋਵੇਗੀ। ਉਹਨਾਂ ਨੇ ਆਖਿਆ ਇਹ ਹੈ ਕਿ ਇੱਕ ਪੜਤਾਲ ਕੀਤੀ ਹੈ ਸਪੈਸ਼ਲ ਟਾਸਕ ਫੋਰਸ ਨੇ, ਜਿਹੜੀ ਤੁਹਾਡੇ ਕੋਲ ਰਿਪੋਰਟ ਆ। ਦੂਸਰਾ ਇਸੇ ਮਸਲੇ 'ਚ ਇੱਕ ਪੜਤਾਲ ਕੀਤੀ ਆ ਐਨਫੋਰਸਮੈਂਟ ਡਾਇਰੈਕਟੋਰੇਟ ਨੇ, ਇਹਦੇ ਡਿਪਟੀ ਡਾਇਰੈਕਟਰ ਹੁੰਦੇ ਸੀ ਨਿਰੰਜਨ ਸਿੰਘ, ਹੁਣ ਤਾਂ ਉਹ ਰਿਟਾਇਰ ਹੋ ਗਏ। ਇਹ ਰਿਪੋਰਟ ਉਹਨਾਂ ਦੀ ਵੀ ਆਈ ਆ, ਉਹ ਵੀ ਤੁਹਾਡੇ ਕੋਲ ਆ। ਇਹਨਾਂ ਸਾਰੀਆਂ ਰਿਪੋਰਟਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਇਹ ਪਬਲਿਕ ਕਰ ਦੇਣੀਆਂ ਚਾਹੀਦੀਆਂ। ਜਿਹੜਾ ਇਹ ਚਿੱਠੀ ਇੱਕ ਵਕੀਲ ਨੇ ਜਾਰੀ ਕਰ ਦਿੱਤੀ ਹੈ, ਉੱਥੇ ਜਾ ਕੇ ਅਰਜੀ ਦਾਇਰ ਕਰ ਦਿੱਤੀ ਹੈ, ਉਸ ਅਰਜੀ ਦਾਇਰ ਹੋਣ ਤੋਂ ਬਾਅਦ ਹਾਈ ਕੋਰਟ ਵੀ ਕੱਲ ਨੂੰ ਇਹ ਮਸਲਾ ਖੋਲ੍ਹ ਸਕਦੀ ਹੈ, ਕੋਈ ਵੀ ਕਿਸੇ ਵੀ ਤਰੀਕੇ ਖੁੱਲ੍ਹ ਸਕਦਾ। ਜੇ ਮਸਲਾ ਖੁੱਲ੍ਹ ਜਾਂਦਾ ਤੇ ਬਹੁਤ ਸਾਰੀਆਂ ਗੱਲਾਂ ਹੋਰ ਸਾਹਮਣੇ ਆ ਜਾਣੀਆਂ ਜਿਹੜੀਆਂ ਹੁਣ ਤੱਕ ਆਈਆਂ ਨਹੀਂ। ਇੱਕ ਮੈਂ ਇਹਦੇ 'ਚ ਹੋਰ ਤੁਹਾਨੂੰ ਦੱਸ ਦਿਆਂ ਗੁਰਪ੍ਰੀਤ, ਤੁਹਾਨੂੰ ਯਾਦ ਹੋਵੇਗਾ ਜਦੋਂ ਅਕਾਲੀ ਦਲ ਟਕਸਾਲੀ ਬਣਿਆ, ਜਿਹੜਾ ਰਣਜੀਤ ਸਿੰਘ ਬ੍ਰਹਮਪੁਰੇ ਨੇ ਬਣਾਇਆ ਅਗਵਾਈ ਕਰਕੇ, ਉਹਦੇ 'ਚ ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ, ਇਹ ਸਾਰੇ ਲੋਕ ਇਕੱਠੇ ਸਨ। ਰਤਨ ਸਿੰਘ ਅਜਨਾਲਾ ਸਭ ਤੋਂ ਵੱਧ ਬੜਕਾ ਮਾਰਦਾ ਸੀ। ਉਹ ਆਪ ਪੰਜਾਬ ਦਾ ਮੰਤਰੀ ਰਹਿ ਚੁੱਕਾ, ਪੰਜਾਬ ਦਾ ਪਾਰਲੀਮੈਂਟ ਮੈਂਬਰ ਵੀ ਇੱਥੋਂ ਖਡੂਰ ਸਾਹਿਬ ਸੀਟ ਤੋਂ ਰਹਿ ਚੁੱਕਾ ਸੀ। ਉਹਦਾ ਪੁੱਤਰ ਐਮਐਲਏ ਸੀਗਾ ਤੇ ਪੰਜਾਬ ਦੀ ਜਿਹੜੀ ਅਕਾਲੀਆਂ ਦੀ ਪਿਛਲੀ ਸਰਕਾਰ ਆ ਇਹਦੇ 'ਚ ਚੀਫ ਪਾਰਲੀਮੈਂਟਰੀ ਸੈਕਟਰੀ ਹੁੰਦਾ ਸੀ। ਹੁਣ ਉਹਨੇ ਪੁੱਤਰ ਨੇ ਉਸ ਵਕਤ ਬਿਆਨ ਦਿੱਤੇ ਸਨ। ਉਹਨਾਂ ਬਿਆਨਾਂ ਦੇ ਵਿੱਚ, ਉਹ ਸਾਰਿਆਂ ਕੋਲ ਵੀਡੀਓ ਇੱਥੇ ਮੌਜੂਦ ਨੇ, ਉਹਨਾਂ ਦੇ ਵਿੱਚ ਉਹਨੇ ਬਹੁਤ ਜ਼ਿਆਦਾ ਦੋਸ਼ ਬਿਕਰਮ ਸਿੰਘ ਮਜੀਠੀਆ ਤੇ ਲਾਏ ਸਨ। ਬਿਕਰਮ ਸਿੰਘ ਮਜੀਠੀਆ ਆਹ ਕਰਦਾ, ਉਹ ਕਰਦਾ। ਉਹਨੇ ਇਹ ਵੀ ਆਖਿਆ ਸੀ ਕਿ ਪੰਜਾਬ ਸਰਕਾਰ ਦੀਆਂ ਜਿਹੜੀਆਂ ਮੰਤਰੀਆਂ ਵਾਲੀਆਂ ਝੰਡੀ ਵਾਲੀਆਂ ਕਾਰਾਂ, ਉਹਨਾਂ ਦੇ ਉੱਤੇ ਮਾਲ ਲੱਦ ਕੇ ਫਲਾਣੇ ਥਾਂ ਤੋਂ ਫਲਾਣੇ ਥਾਂ ਜਾਂਦਾ ਰਿਹਾ। ਇਹ ਵੀ ਆਖਿਆ ਸੀ ਕਿ ਇਹੋ ਜਿਹਾ ਮਾਲ ਪਹੁੰਚਾਉਣ ਵਾਸਤੇ ਉੱਥੇ ਪਹਿਲਾਂ ਇੱਕ ਸਮਾਗਮ ਰੱਖਿਆ ਜਾਂਦਾ ਸੀ, ਸਮਾਗਮ ਦੇ ਸੱਦਾ ਪੱਤਰ ਦਿੱਤੇ ਜਾਂਦੇ ਸਨ ਤੇ ਵੀਆਈਪੀ ਜਦੋਂ ਉੱਥੇ ਪਹੁੰਚਦੇ ਸਨ ਤੇ ਪੁਲਿਸ ਉਹਨਾਂ ਦੇ ਵਾਸਤੇ ਅਗਵਾਈ ਕਰਦੀ ਸੀ ਤੇ ਪਤਾ ਨਹੀਂ ਸੀ ਹੁੰਦਾ ਕਿ ਗੱਡੀਆਂ ਦੇ ਵਿੱਚ ਅਸਲ 'ਚ ਆਹ ਮਾਲ ਜਾ ਰਿਹਾ। ਇਹ ਸਾਰੀਆਂ ਜਿਹੜੀਆਂ ਉਹਨੇ ਗੱਲਾਂ ਆਖੀਆਂ ਸਨ, ਉਹਦਾ ਕਰਕੇ ਉਹਦੇ ਉੱਤੇ ਮਜੀਠੀਏ ਦੇ ਮਤਭੇਦ ਬਹੁਤ ਵੱਧ ਗਏ। ਫਿਰ ਇਹ ਚਰਚਾ ਚੱਲੀ ਕਿ ਮਜੀਠੀਏ ਦੇ ਤੇ ਸੁਖਬੀਰ ਸਿੰਘ ਦੇ ਮਤਭੇਦ ਹੋ ਗਏ ਨੇ। ਉਹਨਾਂ ਮਤਭੇਦਾਂ ਦੇ ਦੌਰਾਨ ਅਚਾਨਕ ਸੁਖਬੀਰ ਸਿੰਘ ਨੇ ਮਜੀਠੀਏ ਨੂੰ ਦੱਸੇ ਬਗੈਰ ਅਮਰਪਾਲ ਸਿੰਘ ਬੋਨੀ ਅਜਨਾਲਾ, ਜਿਹੜਾ ਡਾਕਟਰ ਰਤਨ ਸਿੰਘ ਅਜਨਾਲੇ ਦਾ ਪੁੱਤਰ ਹੈ, ਉਹਦੇ ਨਾਲ ਸਮਝੌਤਾ ਕਰ ਲਿਆ। ਸਮਝੌਤਾ ਕਰਨ ਤੋਂ ਬਾਅਦ ਫਿਰ ਸੁਖਬੀਰ ਸਿੰਘ ਨੇ ਉੱਥੇ ਕਾਨਫਰੰਸ ਰੱਖ ਲਈ। ਕਾਨਫਰੰਸ ਵਿੱਚ ਮਨਾ ਕੇ ਮਜੀਠੀਆ ਨੂੰ ਲਿਆਂਦਾ ਗਿਆ। ਇਹ ਸਟੇਜ ਦੇ ਉੱਤੇ ਬੈਠਾ ਸੀ ਅਮਰਪਾਲ ਸਿੰਘ ਬੋਨੀ ਅਜਨਾਲਾ, ਉੱਥੇ ਆਇਆ ਤੇ ਉਹਨੇ ਆ ਕੇ ਸੁਖਬੀਰ ਦੇ ਕਹਿਣ ਤੇ ਬਿਕਰਮ ਸਿੰਘ ਮਜੀਠੀਆ ਦੇ ਗੋਡੀਆਂ ਹੱਥ ਲਾਤੇ, ਪਰ ਇਹਨੇ ਅੱਗੋਂ ਉਹਦੇ ਪਿੱਠ ਤੇ ਥਾਪੜਾ ਨਹੀਂ ਦਿੱਤਾ, ਕਿਉਂਕਿ ਇਹਨੂੰ ਇਸ ਗੱਲ ਦਾ ਰੰਜ ਹੈਗਾ ਕਿ ਇਹਦੇ ਖਿਲਾਫ ਉਸ ਵਕਤ ਬੋਨੀ ਅਜਨਾਲਾ ਨੇ ਕਿੰਨਾ ਕੁਝ ਆਖਿਆ ਸੀ। ਹੁਣ ਆ ਪਿਛਲੇ ਹਫਤੇ ਇੱਥੇ ਜਲੰਧਰ ਦੇ ਵਿੱਚ ਹੀ ਨਵਜੋਤ ਸਿੰਘ ਸਿੱਧੂ ਆਇਆ, ਉਹ ਕਾਂਗਰਸ ਭਵਨ 'ਚ ਗਿਆ। ਉੱਥੇ ਤਕਰੀਰ ਕਰਦਿਆਂ ਉਹਨੇ ਆਖਿਆ, ਤੁਸੀਂ ਚਿੰਤਾ ਨਾ ਕਰੋ, ਮੇਰੇ ਧਿਆਨ ਵਿੱਚ ਆ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਬੰਦਾ 6 ਫੁੱਟ 4 ਇੰਚ ਲੰਮਾ ਹੈ, ਉਹਨੂੰ ਜੇ ਮੈਂ ਜੇਲ੍ਹ ਨਾ ਘੱਲਿਆ ਤੇ ਮੈਂ ਕੌਣ ਹੋਇਆ। ਉਹ 6 ਫੁੱਟ 4 ਇੰਚ ਵਾਲੀ ਗੱਲ ਤੋਂ ਵੀ ਨਿਸ਼ਾਨਾ ਉਸੇ ਪਾਸੇ ਸੀ। ਇਹ ਸਾਰੇ ਨਿਸ਼ਾਨੇ ਕਿਉਂਕਿ ਉਸੇ ਪਾਸੇ ਨੂੰ ਸਿੱਧੇ ਜਾ ਰਹੇ ਆ। ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਾਂ ਕਿ ਇਹ ਜਿੱਧਰ ਨੂੰ ਜਾਂਦੀਆਂ ਪਈਆਂ ਗੁਰਪ੍ਰੀਤ ਜੀ ਗੱਲਾਂ, ਜੇ ਸਾਰਾ ਕੁਝ ਇਹਦਾ ਕੋਗਨੀਜੈਂਸ ਲੈ ਲਿਆ ਹਾਈ ਕੋਰਟ ਨੇ, ਜੇ ਹਾਈ ਕੋਰਟ ਇਸ ਪਾਸੇ ਨੂੰ ਤੁਰ ਪਈ ਤੇ ਤੁਸੀਂ ਇਹ ਸਮਝ ਲਓ ਕਿ ਪੰਜਾਬ ਸਰਕਾਰ ਵਾਸਤੇ ਵੀ ਮੁਸ਼ਕਲਾਂ ਆ ਸਕਦੀਆਂ ਨੇ ਕਿ ਇੰਨਾ ਚਿਰ ਤੱਕ ਇਹ ਕੇਸ ਦੱਬ ਕੇ ਕਿਉਂ ਰੱਖਿਆ ਗਿਆ। ਅਕਾਲੀ ਦਲ ਵਾਸਤੇ ਵੀ ਆ ਸਕਦੀਆਂ ਨੇ ਤੇ ਜਿਹੜੀਆਂ ਚ ਸੰਬੰਧਿਤ ਧਿਰਾਂ ਨੇ, ਸੰਬੰਧਿਤ ਸ਼ਖਸੀਅਤਾਂ ਨੇ ਖਾਸ ਤੌਰ ਤੇ, ਉਹਨਾਂ ਵਾਸਤੇ ਵੀ ਮੁਸ਼ਕਲ ਆ ਸਕਦੀ ਆ। ਅਜੇ ਮਸਲਾ ਤਰੀਕ ਪਈ ਆ, ਸੁਣਵਾਈ ਹੋਣੀ ਆ। ਜਦੋਂ ਸੁਣਵਾਈ ਹੋਈ ਉਹਦੇ ਵੱਲ ਪੰਜਾਬ ਦੇ ਲੋਕਾਂ ਦਾ ਵੀ ਤੇ ਬਾਹਰਲਿਆਂ ਦਾ ਵੀ ਸਾਰਾ ਧਿਆਨ ਲੱਗਾ ਰਹੂਗਾ। ਬਿਲਕੁਲ ਵਨ ਸਾਹਿਬ, ਇੱਥੇ ਇੱਕ ਖਬਰ ਹੋਰ ਤਾਂ ਹੈਗੀ ਆ, ਪਰ ਮੈਂ ਉਹ ਨੈਗੇਟਿਵ ਖਬਰ ਤੋਂ ਪਹਿਲਾਂ ਚਾਹੁੰਦਾ ਕਿ ਆਪਾਂ ਇੱਕ ਪੋਜ਼ਿਟਿਵ ਗੱਲ ਕਰ ਲਈਏ। ਉਹ ਓਲੰਪਿਕਸ ਨਾਲ ਸੰਬੰਧਿਤ ਹੈ। ਓਲੰਪਿਕਸ ਦੇ ਵਿੱਚ ਭਾਰਤ ਵੀ ਆਪਣੀ ਸ਼ਮੂਲੀਅਤ ਦੇ ਵਿੱਚ ਹੈਗਾ। ਬਹੁਤ ਸਾਰੇ ਪਲੇਅਰ ਗਏ ਨੇ, ਬਹੁਤ ਸਾਰੇ ਪਲੇਅਰਾਂ ਤੋਂ ਆਸਾਂ ਉਮੀਦਾਂ ਸੀ, ਕੁਝ ਕੁ ਨੇ ਕਹਿ ਲਓ ਕੁਝ ਕੁ ਪਲੇਅਰ ਉਹਦੇ 'ਤੇ ਨਹੀਂ ਖਰੇ ਉਤਰੇ ਤੇ ਕੁਝ ਕੁ ਜਿਨ੍ਹਾਂ ਤੋਂ ਆਸ ਉਮੀਦ ਨਹੀਂ ਸੀ ਉਹ ਖਰੇ ਉਤਰ ਰਹੇ ਨੇ। ਤੇ ਜੇ ਮੈਂ ਲੇਟੈਸਟ ਗੱਲ ਕਰਾਂ ਤੇ ਜੇ ਆਪਾਂ ਭਾਰਤੀ ਹਾਕੀ ਟੀਮ ਦੀ ਗੱਲ ਕਰੀਏ, ਬੜੇ ਦਹਾਕਿਆਂ ਤੋਂ ਉਡੀਕੀ ਜਾ ਰਹੀ ਸੀ ਉਹ ਪਰਫਾਰਮੈਂਸ ਕਿ ਇੱਕ ਵਾਰਾਂ ਦੁਬਾਰਾ ਪੰਜਾਬ ਦੀ ਜਿਹੜੀ ਖਾਸ ਕਰਕੇ ਭਾਰਤ ਦੀ ਜਿਹੜੀ ਹਾਕੀ ਹੈ ਉਹ ਰਿਵਾਈਵ ਹੋਵੇ। ਐਂਡ ਹੁਣ ਲੱਗ ਰਿਹਾ ਕਿ ਭਾਰਤ ਦੀ ਹਾਕੀ ਰਿਵਾਈਵ ਹੋ ਰਹੀ ਹੈ, ਕਿਉਂਕਿ ਕੁਆਟਰ ਫਾਈਨਲ ਆ ਜਿਹੜਾ ਲੰਘਿਆ
ਗ੍ਰੇਟ ਬ੍ਰਿਟੇਨ ਦੇ ਨਾਲ, ਉਹ ਵੀ ਭਾਰਤ ਨੇ 3-1 ਦੇ ਨਾਲ ਜਿੱਤ ਲਿਆ। ਜੇ ਪੀਵੀ ਸਿੰਧੂ ਦੀ ਗੱਲ ਕਰੀਏ ਤਾਂ ਪੀਵੀ ਸਿੰਧੂ ਨੇ ਵੀ ਬ੍ਰੌਂਜ਼ ਮੈਡਲ ਜਿਹੜਾ ਹੈ ਉਹ ਹਾਸਲ ਕਰ ਲਿਆ। ਓਲੰਪਿਕਸ ਦੇ ਵਿੱਚ ਖਾਸ ਕਰਕੇ ਭਾਰਤੀ ਖਿਡਾਰੀਆਂ ਦੀ ਇਸ ਪਰਫਾਰਮੈਂਸ ਨੂੰ ਕਿੱਦਾਂ ਦੇਖਦੇ ਹੋ ਜੀ? ਦੇਖੋ, ਮੈਂ ਪਹਿਲੀ ਗੱਲ ਤਾਂ ਇਹ ਮਾਣ ਨਾਲ ਕਹਿਣਾ ਚਾਹੁੰਦਾ ਕਿ ਜਿਹੜੇ ਭਾਰਤ ਦੇ ਵਿੱਚ ਅਜੇ ਤੱਕ ਧੀਆਂ ਦਾ ਜਨਮ ਲੈਣਾ ਸੋਗ ਦਾ ਕਾਰਨ ਬਣਦਾ, ਉਸ ਭਾਰਤ ਦੀ ਇੱਜ਼ਤ ਧੀਆਂ ਰੱਖ ਰਹੀਆਂ ਨੇ ਜੀ। ਜੇ ਇਸ ਓਲੰਪਿਕ ਦੇ ਵਿੱਚ ਸਭ ਤੋਂ ਪਹਿਲਾ ਮੈਡਲ ਜਾ ਕੇ ਜਿੱਤਿਆ ਤੇ ਸਿਲਵਰ ਮੈਡਲ ਜਿੱਥੋਂ ਤੱਕ ਅੱਜ ਤੱਕ ਸਾਡੀ ਕੋਈ ਕੁੜੀ ਨਹੀਂ ਸੀ ਗਈ, ਸਾਡਾ ਐਥਲੀਟ ਨਹੀਂ ਸੀ ਗਿਆ, ਉਹ ਮੈਡਲ ਮੀਰਾਬਾਈ ਚਾਨੂ ਨੇ ਜਿੱਤਿਆ ਔਰ ਉਸ ਦਿਨ ਓਲੰਪਿਕ ਸ਼ੁਰੂ ਹੋਈ ਸੀ, ਪਹਿਲਾ ਸੀ। ਜੇ ਦੂਸਰਾ ਮੈਡਲ ਪੱਕਾ ਕੀਤਾ ਲਵਲੀਨਾ ਨੇ ਔਰ ਉਹ ਮੈਡਲ ਪੱਕਾ ਕੀਤਾ, ਇਹਦਾ ਮਤਲਬ ਇਹ ਨਹੀਂ ਕਿ ਉਹ ਬ੍ਰੌਂਜ਼ ਤੱਕ ਸੀਮਤ ਹੈ, ਉਹ ਆਖਰੀ ਚੌਂਚ ਚਲੀ ਗਈ ਆ। ਬ੍ਰੌਂਜ਼ ਤੇ ਉਹਨੂੰ ਮਿਲਣਾ ਹੀ ਮਿਲਣਾ। ਜੇ ਉਹ ਕੱਲ ਦਾ ਮੈਚ ਜਿੱਤ ਜਾਵੇ ਤੇ ਇਹਦੇ ਤੋਂ ਬਾਅਦ ਉਹ ਫਾਈਨਲ ਵਿੱਚ, ਤੇ ਫਾਈਨਲ 'ਚ ਜਾ ਕੇ ਉਹ 골ਡ ਮੈਡਲ ਵੀ ਜਿੱਤ ਸਕਦੀ ਹੈ, ਸਿਲਵਰ ਵੀ ਜਿੱਤ ਸਕਦੀ ਹੈ। ਉਹ ਵੀ ਕੁੜੀ, ਉਹਨੇ ਵੀ ਭਾਰਤ ਦਾ ਨਾਮ ਉੱਚਾ ਕੀਤਾ। ਅੱਜ ਹੁਣ ਪੀਵੀ ਸਿੰਧੂ ਉਹ ਆਪਣਾ ਮੈਚ ਜਿੱਤ ਗਈ ਆ, ਉਹਨੇ ਜਿਹੜਾ ਹੈਗਾ ਬ੍ਰੌਂਜ਼ ਮੈਡਲ ਜਿੱਤ ਲਿਆ, ਉਹਨੇ ਵੀ ਭਾਰਤ ਦਾ ਨਾਮ ਉੱਚਾ ਕੀਤਾ। ਪੀਵੀ ਸਿੰਧੂ ਦੇ ਮਾਮਲੇ 'ਚ ਮੈਂ ਇੱਕ ਖਾਸ ਗੱਲ ਕਹਿਣੀ ਚਾਹੁੰਦਾ ਕਿ ਬੈਡਮਿੰਟਨ ਦੇ ਵਿੱਚੋਂ ਪਹਿਲੀ ਵਾਰੀ ਮੈਡਲ ਜਿੱਤਿਆ ਸੀ 2012 'ਚ ਸਾਇਨਾ ਨੇਹਵਾਲ ਨੇ, ਤੇ ਅਸੀਂ ਬਹੁਤ ਮਾਣ ਮਹਿਸੂਸ ਕੀਤਾ ਸੀ। ਉਹਨੇ ਵੀ ਬ੍ਰੌਂਜ਼ ਮੈਡਲ ਜਿੱਤਿਆ ਸੀ। ਉਹਦੇ ਤੋਂ ਬਾਅਦ 2016 'ਚ ਓਲੰਪਿਕ ਦੇ ਵਿੱਚੋਂ ਪੀਵੀ ਸਿੰਧੂ ਨੇ ਜਿੱਤਿਆ, ਬਰਾਬਰੀ ਹੋ ਗਈ, ਪਰ ਬਰਾਬਰੀ ਹੋਣ ਤੋਂ ਬਾਅਦ ਵੀ ਇਹ ਗਿਣਿਆ ਜਾਂਦਾ ਸੀ ਕਿ ਸਾਇਨਾ ਨੇਹਵਾਲ ਨੇ ਪਹਿਲਾਂ ਜਿੱਤਿਆ ਤੇ ਪੀਵੀ ਸਿੰਧੂ ਨੇ ਬਾਅਦ 'ਚ ਜਿੱਤਿਆ ਜੀ। ਹੁਣ ਪੀਵੀ ਸਿੰਧੂ ਨੇ ਲਗਾਤਾਰ ਅਗਲੇ ਦੂਸਰੇ ਓਲੰਪਿਕ ਦੇ ਵਿੱਚ ਵੀ ਜਿੱਤ ਲਿਆ। ਇਹਦੇ 2 ਹੋ ਗਏ, ਇਹ ਇਸ ਮਾਮਲੇ 'ਚ ਪਹਿਲੇ ਥਾਂ ਚਲੀ ਗਈ। ਦੂਸਰੀ ਗੱਲ ਇਹ ਕਿ ਜਿਹੜੇ ਇੰਡੀਵਿਜੂਅਲ ਇਵੈਂਟਸ ਦੇ ਵਿੱਚ ਹੈ, ਅੱਜ ਤੱਕ ਭਾਰਤੀ ਐਥਲੀਟਾਂ ਦੇ ਵਿੱਚੋਂ ਸਿਰਫ ਪਹਿਲਵਾਨ ਸੁਸ਼ੀਲ ਕੁਮਾਰ ਹੈ ਜਿਹਨੇ 2 ਮੈਡਲ ਜਿੱਤੇ ਸੀ ਜੀ, ਤੇ ਕੁੜੀਆਂ ਦੇ ਵਿੱਚੋਂ ਪੀਵੀ ਸਿੰਧੂ ਇਕੱਲੀ ਹੈ ਜਿਹਨੇ ਅੱਜ ਤੱਕ 2 ਮੈਡਲ ਜਿੱਤੇ ਆ, ਨਹੀਂ ਤੇ ਕਿਸੇ ਨੇ ਇੰਡੀਵਿਜੂਅਲ ਇਵੈਂਟ ਦੇ ਵਿੱਚ ਅੱਜ ਤੱਕ 2 ਮੈਡਲ ਨਹੀਂ ਜਿੱਤੇ। ਇਸ ਕਰਕੇ ਉਹ ਵਧਾਈ ਦੀ ਪਾਤਰ ਹੈ। ਬਹੁਤ ਹੀ ਸੋਹਣਾ, ਬਹੁਤ ਹੀ ਕਮਾਲ ਦਾ ਖੇਡੀ ਹੈ ਔਰ ਜਿੱਥੋਂ ਤੱਕ ਪਹੁੰਚੀ ਹੈ, ਸਾਨੂੰ ਇਹ ਕਾਮਨਾ ਕਰਨੀ ਚਾਹੀਦੀ ਹੈ ਕਿ ਇਹ ਕੁੜੀ ਅਜੇ ਵੀ ਇਹਦੇ 'ਚ ਦਮ ਹੈ, ਇਹ ਅਗਲੇ ਓਲੰਪਿਕ ਤੱਕ ਵੀ ਖੇਡੇ, 2 ਤੋਂ ਬਾਅਦ ਮੁੜ ਕੇ ਤੀਸਰਾ ਮੈਡਲ ਵੀ ਓਲੰਪਿਕ ਦਾ ਜਿੱਤੇ। ਆ ਗਈ ਗੱਲ ਅੱਗੋਂ ਭਾਰਤ ਦੀ ਹਾਕੀ ਦੀ। ਮੈਂ ਫਿਰ ਕਹੂੰਗਾ ਕਿ ਪਨੂ ਸਾਹਿਬ, ਮੈਂ ਇੱਥੇ ਬੇਨਤੀ ਕਰਾਂ, ਇੱਕ ਧੀ ਹੋਰ ਵੀ ਹੈ ਪੰਜਾਬ ਦੀ, ਕਮਲਪ੍ਰੀਤ ਕਬਰ ਵਾਲੇ ਦੀ। ਮੈਂ ਉਧਰ ਵੀ ਆਉਣਾ, ਪਰ ਮੈਂ ਪਹਿਲਾਂ ਹਾਕੀ ਦੀ ਗੱਲ ਕਰ ਲਵਾਂ। ਜੀ 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 ਜੀ। ਦੇਖੋ, ਜਿਹੜੀ ਹਾਕੀ ਦੀ ਗੱਲ ਤੁਹਾਨੂੰ ਮੈਨੂੰ ਪਹਿਲਾਂ ਪੁੱਛੀ ਆ, ਮੈਂ ਤੁਹਾਡਾ ਸਵਾਲ ਪੂਰਾ ਕਰ ਲਵਾਂ। ਹਾਕੀ ਦੇ ਮਾਮਲੇ 'ਚ ਅਸੀਂ ਬੜੇ ਬੇਸਬਰੇ, ਬੇਸਿਦਕੇ ਹਾਂ। ਜਦੋਂ ਸਾਡੀ ਟੀਮ ਪਹਿਲੇ ਦਿਨ ਜਾ ਕੇ ਖੇਡੀ, ਨਿਊਜ਼ੀਲੈਂਡ ਨੂੰ ਹਰਾਤਾ, ਅਸੀਂ ਚੰਬੜ ਕੇ, ਸਾਡੀ ਖੇਡ ਕਮਾਲ, ਇਹ ਉਹ। ਅਗਲੇ ਦਿਨ ਤਗੜੀ ਟੀਮ ਸੀ। ਇੱਕ ਵਾਰੀ 20 ਸਾਲ ਪਹਿਲਾਂ ਪ੍ਰਗਟ ਸਿੰਘ ਨੇ ਆਖਿਆ ਸੀ, ਅਸੀਂ ਜਿੱਤ ਜਾਂਦੇ ਆ ਤੁਹਾਨੂੰ ਚਾਹ ਹੁੰਦਾ, ਚੰਗੀ ਗੱਲ ਹੈ, ਜਦੋਂ ਅਸੀਂ ਹਾਰ ਜਾਂਦੇ ਸਾਨੂੰ ਗਾਲਾਂ ਕਿਉਂ ਕੱਢਦੇ ਜੀ? ਤੁਸੀਂ ਇਹ ਕਿਉਂ ਸੋਚ ਲੈਂਦੇ ਆ ਕਿ ਘੋੜੇ ਸਾਰੇ ਸਾਡੇ ਕੋਲ ਆ ਤੇ ਗਧੇ ਬਾਕੀ ਥਾਵਾਂ ਤੇ ਆ? ਬਾਕੀ ਲੋਕਾਂ ਨੇ ਵੀ ਘੋੜੇ ਭੇਜੇ ਆ ਰੇਸ 'ਚ, ਤੁਸੀਂ ਥੋੜਾ ਸਿਰਕਤਾ ਰੱਖਿਆ ਕਰੋ। ਅਸੀਂ ਅਗਲੇ ਦਿਨ ਆਸਟ੍ਰੇਲੀਆ ਤੋਂ ਮੈਚ ਹਾਰ ਗਏ, ਸਾਰੀ ਦੁਨੀਆ 'ਚੋਂ ਮਿਹਣੇ, ਵੱਡੀ ਟੀਮ ਭੇਜਤੀ ਹੈ, ਕੀ ਕੀਤਾ, ਇਹ ਕੀਤਾ, ਉਹ ਕੀਤਾ। ਫਿਰ ਉਹਦੇ ਬਾਅਦ ਅੱਗੜ ਪਿਛੜ 1 2 3 ਮੈਚ ਸਾਡੀ ਹਾਕੀ ਟੀਮ ਨੇ ਲਗਾਤਾਰ ਜਿੱਤ ਲਏ ਤੇ ਆਪਣੇ ਪੂਲ 'ਚੋਂ ਦੂਸਰੇ ਥਾਂ ਤੇ ਆ ਗਈ। ਹੁਣ ਅਗਲੇ ਪਾਸੇ ਜਾ ਕੇ ਅੱਜ ਕੁਆਟਰ ਫਾਈਨਲ 'ਚੋਂ ਜਿੱਤ ਗਈ। ਚੰਗੀ ਗੱਲ ਹੋਈ। ਇੱਕ ਇਸ ਕਰਕੇ ਚੰਗੀ ਹੋਈ ਕਿ ਇਸ ਟੀਮ ਦੇ ਵਿੱਚ ਬਹੁਤ ਸਾਰੇ ਪੰਜਾਬੀ ਖਿਡਾਰੀ ਨੇ, ਪੰਜਾਬ ਦਾ ਨਾਮ ਉੱਚਾ ਹੋਇਆ। ਦੂਸਰਾ ਇਸ ਕਰਕੇ ਚੰਗੀ ਗੱਲ ਹੈ ਕਿ ਇਹਦਾ ਕਪਤਾਨ ਪ੍ਰਗਟ ਸਿੰਘ ਤੋਂ ਬਾਅਦ ਫਿਰ ਇੱਕ ਪੰਜਾਬੀ ਆ, ਤੇ ਇਹ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹ ਪ੍ਰਗਟ ਸਿੰਘ ਵਾਲੇ ਪਿੰਡ ਮਿੱਠਾਪੁਰ ਦਾ ਹੀ ਆ, ਉਸੇ ਪਿੰਡ ਦਾ ਮੁੰਡਾ। ਤੀਜੀ ਗੱਲ ਇਹ ਕਾਮਨਾ ਕਰਨੀ ਚਾਹੀਦੀ ਆ ਕਿ ਅਗਲੇ 2-3 ਪੜਾਅ ਵੀ ਇਸੇ ਤਰ੍ਹਾਂ ਇਹ ਕਾਮਯਾਬੀ ਨਾਲ ਤੈਅ ਕਰਨ ਤੇ ਉੱਥੋਂ ਵਧੀਆ ਕਾਰਗੁਜ਼ਾਰੀ ਕਰਕੇ ਮੁੜਨ। ਅਸੀਂ ਘਿਓ ਦੇ ਦੀਵੇ ਬਾਲ ਕੇ ਇਹਨਾਂ ਦਾ ਸਵਾਗਤ ਕਰਾਂਗੇ। ਹੁਣ ਆ ਜੋ ਕਮਲਪ੍ਰੀਤ ਦੀ ਗੱਲ, ਉਸ ਕੁੜੀ ਨੇ ਡਿਸਕਸ ਥਰੋ ਦੇ ਵਿੱਚ ਉਹ ਕੁਝ ਕਰ ਵਿਖਾਇਆ ਜੋ ਅੱਜ ਤੱਕ ਸਾਡੀ ਕੋਈ ਕੁੜੀ ਨਹੀਂ ਸੀ ਕਰ ਸਕੀ, ਔਰ ਜਿੱਥੋਂ ਤੱਕ ਉਹ ਚਲੀ ਗਈ ਆ, ਅਜੇ ਉਹ ਖੇਡਾਂ 'ਚ। ਅਸੀਂ ਕਾਮਨਾ ਕਰੀਏ ਉਹ ਵੀ ਭਾਰਤ ਦੀਆਂ ਹੋਰ ਧੀਆਂ ਵੀ, ਪਰ ਕੱਲੀਆਂ ਧੀਆਂ ਨਹੀਂ, ਅਜੇ ਕੁਝ ਪੁੱਤਰ ਵੀ ਮੈਦਾਨ ਵਿੱਚ ਹੈਗੇ ਨੇ, ਹਾਕੀ ਵਾਲੇ ਵੀ ਆ, ਹੋਰ ਵੀ ਆ, ਇਹ ਜਿੰਨੇ ਨੇ ਇਹਨਾਂ ਦੇ ਵਿੱਚੋਂ
ਸਾਰੇ ਪੂਰਾ ਜ਼ੋਰ ਲਾਉਣਗੇ। ਮੈਂ ਇਹ ਗੱਲ ਪਿਛਲੇ 3 ਦਿਨਾਂ 'ਚ 2 ਹੋਰ ਚੈਨਲਾਂ ਉੱਤੇ ਵੀ ਦੁਹਰਾ ਚੁੱਕਾ, ਸਰਕਾਰ ਦੇ ਦੂਰਦਰਸ਼ਨ ਤੇ ਵੀ ਮੈਂ ਇਹ ਗੱਲ ਕਹੀ ਸੀ ਕਿ ਦੇਖੋ ਸਾਡੇ ਪੰਜਾਬ ਦੀ ਰਵਾਇਤ ਆ, ਭਲਵਾਨ ਦੀ ਮਾਂ ਘਿਓ ਦੇ 2 ਕੁੱਜੇ ਰੱਖਦੀ ਹੁੰਦੀ ਸੀ, ਇੱਕ ਆਪਣੇ ਪੁੱਤ ਵਾਸਤੇ, ਇੱਕ ਘਿਓ ਦਾ ਕੁੱਜਾ ਰੱਖਦੀ ਹੁੰਦੀ ਸੀ ਉਸ ਮੁੰਡੇ ਵਾਸਤੇ ਜਿਹੜਾ ਮੇਰੇ ਪੁੱਤ ਨੂੰ ਹਰਾਊਗਾ। ਕਹਿੰਦੇ ਹੁੰਦੇ ਸੀ ਉਹਦੀ ਮਾਂ ਨੂੰ ਵੀ ਕਿੰਨਾ ਚਾਹ ਹੋਊਗਾ, ਔਰ ਘਰ ਜਾਣ ਤੋਂ ਪਹਿਲਾਂ ਉਹਨੂੰ ਘਿਓ ਦਾ ਕੁੱਜਾ ਦੇ ਕੇ ਮੈਂ ਭੇਜੂੰ, ਜਿਉਂਦਾ ਰਹਿ ਪੁੱਤਰਾ, ਤੂੰ ਮੇਰੇ ਪੁੱਤ ਦੇ ਮੁਕਾਬਲੇ ਦਾ। ਅੱਜ ਅਸੀਂ ਸਿਰਫ ਆਪਣਿਆਂ ਬਾਰੇ ਨਾ ਸੋਚੀਏ, ਜਿਹੜੇ ਦੂਸਰੇ ਦੇਸ਼ਾਂ ਤੋਂ ਆਏ ਆ ਉਹਨਾਂ ਖਿਡਾਰੀਆਂ ਬਾਰੇ ਵੀ ਸੋਚੀਏ। ਜੇ ਉਹਨਾਂ 'ਚ ਕੋਈ ਜਿੱਤਦਾ, ਕਿਸੇ ਥਾਂ ਤੇ ਸਾਡੇ ਵਾਲਿਆਂ ਨੂੰ ਕੋਈ ਠੇਡਾ ਲੱਗ ਜਾਂਦਾ ਤੇ ਇਹਦੇ ਉੱਤੇ ਭੜਕੀਏ ਨਾ, ਭੁੜਕੀਏ ਨਾ, ਮਿਹਣੇ ਨਾ ਦਈਏ, ਸੁਣਵਾਤਾ ਨਾ ਸੁਣਾਈਏ। ਉਹ ਦੂਸਰਿਆਂ ਦਾ ਵੀ ਕੋਈ ਜਿੱਤਦਾ ਤੇ ਉਹਨੂੰ ਸ਼ਾਬਾਸ਼ ਦਈਏ। ਖਾਸ ਤੌਰ ਤੇ ਇਸ ਕਰਕੇ ਕਿ ਇਸ ਵੇਲੇ ਕਰੋਨਾ ਦਾ ਦੌਰ ਚੱਲਦਾ ਪਿਆ। ਜਾਪਾਨ ਦੇ ਵਿੱਚ ਕਰੋਨਾ ਦੀ ਐਮਰਜੈਂਸੀ ਲੱਗੀ ਸੀ, ਇਸ ਅਗਸਤ ਦੇ ਵਿੱਚ ਉਹ ਐਮਰਜੈਂਸੀ ਹਟਾਈ ਜਾਣੀ ਸੀ। ਹਟਾਈ ਜਾਣ ਤੋਂ ਪਹਿਲਾਂ ਹਾਲਾਤ ਵਿਗੜਦੇ ਵੇਖ ਕੇ ਉੱਥੋਂ ਦੀ ਜਾਪਾਨ ਦੀ ਜਿਹੜੀ ਰਾਜਧਾਨੀ ਟੋਕੀਓ ਦੀ ਮੈਟਰੋਪੋਲੀਟਨ ਕੌਂਸਲ ਹੈ, ਉਹਨਾਂ ਨੇ ਐਮਰਜੈਂਸੀ ਵਧਾਉਣ ਦਾ ਐਲਾਨ ਕਰ ਦਿੱਤਾ। ਤੇ ਜੇ ਉਹ ਐਲਾਨ ਕਰ ਦਿੱਤਾ, ਜੇ ਇਹ ਦਿਸਦਾ ਕਿ ਉਸ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੀ ਮਾਰ ਵੱਧਦੀ ਪਈ ਆ, ਤੇ ਇਹੋ ਜਿਹੇ ਮੌਕੇ ਤੇ ਸਾਡੇ ਜਿਹੜੇ ਭਾਰਤ ਦੇ ਬੱਚੇ ਗਏ ਨੇ ਉੱਥੇ ਖੇਡਣ, ਬੱਚੀਆਂ ਗਈਆਂ ਨੇ ਖੇਡਣ, ਇਹਨਾਂ ਦੇ ਨਾਲ ਕੁਝ ਨਾ ਕੁਝ ਕੋਚ ਤੇ ਹੋਰ ਲੋਕ ਗਏ ਨੇ। ਅਸੀਂ ਇਹਨਾਂ ਸਾਰਿਆਂ ਦੀ ਸੁੱਖ ਮੰਗੀਏ ਤੇ ਨਾਲ ਦੀ ਨਾਲ ਦੁਨੀਆ ਭਰ ਚੋਂ ਜਿੱਥੋਂ ਵੀ ਖਿਡਾਰੀ ਉੱਥੇ ਪਹੁੰਚੇ ਹੋਏ ਨੇ, ਪ੍ਰਬੰਧਕ ਪਹੁੰਚੇ ਹੋਏ ਨੇ, ਉਹਨਾਂ ਸਾਰਿਆਂ ਦੀ ਵੀ ਸੁੱਖ ਮੰਗੀਏ ਤੇ ਇਹ ਵੀ ਸੁੱਖ ਮੰਗੀਏ ਕਿ ਐਡੇ ਵੱਡੇ ਖੇਡ ਮੇਲੇ ਤੋਂ ਬਾਅਦ ਜਿਹੜੇ ਦੇਸ਼ ਨੇ ਰਿਸਕ ਲੈ ਕੇ ਇਹ ਖੇਡ ਮੇਲਾ ਕਰਾਇਆ ਔਰ ਇਹੋ ਜਿਹੇ ਹਾਲਾਤ ਵਿੱਚ ਕਰਾਇਆ, ਉਸ ਦੇਸ਼ ਦੇ ਵਿੱਚ ਵੀ ਸੁੱਖ ਸ਼ਾਂਤੀ ਰਹੂਗੀ। ਜਾਪਾਨ ਨੇ ਪਹਿਲਾਂ ਬਹੁਤ ਕਹਿਰ ਝੱਲੇ ਹੋਏ ਨੇ, ਬੜੇ ਕਹਿਰ ਹੰਢਾਏ ਨੇ। ਹੀਰੋਸ਼ੀਮਾ ਨਾਗਾਸਾਕੀ ਤੋਂ ਲੈ ਕੇ ਹੁਣ ਤੱਕ ਸੁਨਾਮੀ ਵੀ ਆਈ ਸੀ, ਬਹੁਤ ਨੁਕਸਾਨ ਕਰਾ ਚੁੱਕਾ। ਅਸੀਂ ਸਾਰੇ ਇਹ ਸੁੱਖ ਮੰਗੀਏ ਕਿ ਇਸ ਮੁਸ਼ਕਲ ਦੇ ਦੌਰ ਵਿੱਚੋਂ ਵੀ ਜਾਪਾਨ ਸੁਰਖਰੂ ਹੋ ਕੇ ਨਿਕਲੇਗਾ, ਇਸ ਖੇਡ ਮੇਲੇ ਦੀ ਕਾਮਯਾਬੀ ਦਾ ਸਿਹਰਾ ਉਹਨੂੰ ਮਿਲੂਗਾ। ਸਾਡੇ ਬੱਚਿਆਂ ਵਾਸਤੇ ਇੱਕ ਵਾਰੀ ਫੇਰ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਜੀ। ਉਹਨਾਂ ਸਾਹਿਬ ਜਾਂਦੇ ਜਾਂਦੇ 30 ਸਕਿੰਟ 'ਚ ਆਪਾਂ ਇਹ ਸੱਚ ਝੂਠ ਦੀ ਗੱਲ ਕਰ ਲਈਏ ਕਿ ਕਰੋਨਾ ਜਿਹੜਾ ਦੁਬਾਰਾ ਕਹਿੰਦੇ ਇੰਡੀਆ 'ਚ ਰਿਵਾਈਵ ਹੋ ਰਿਹਾ ਕਿ ਨਹੀਂ ਹੋ ਰਿਹਾ, ਕਿਉਂਕਿ ਕੇਰਲਾ 'ਚ ਕੁਝ ਕੇਸ ਦੁਬਾਰਾ ਆਏ ਨੇ ਸ਼ਾਇਦ ਕਿ ਨਹੀਂ? ਨਹੀਂ, ਕੇਰਲਾ 'ਚ ਵੀ ਆਏ, 5 ਰਾਜਾਂ 'ਚ ਆਏ ਨੇ, ਕੇਰਲਾ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕਾ ਤੇ ਤਾਮਿਲਨਾਡੂ। ਕੇਰਲਾ ਦਾ ਰੌਲਾ ਜ਼ਿਆਦਾ ਪਾਉਂਦੇ ਆ। ਇਹ ਜਦੋਂ ਬੋਲਦੇ ਕੇਸਾਂ ਦੀ ਗਿਣਤੀ ਕਰਦੇ, ਮੈਂ ਕੇਸਾਂ ਦੀ ਗਿਣਤੀ ਬਿਲਕੁਲ ਨਹੀਂ ਕਰਦਾ, ਮੈਂ ਮੌਤਾਂ ਦੀ ਗਿਣਤੀ ਕਰਦਾ। ਜੇ ਕੇਰਲਾ 'ਚ ਕੇਸ ਵੱਧ ਵੀ ਆ ਜਾਂਦੇ ਆ ਪਰ ਉਹ ਕਾਮਯਾਬੀ ਨਾਲ ਮੌਤਾਂ ਘਟਾ ਲੈਂਦੇ ਨੇ, ਉਹ ਵੇਖਣੀਆਂ ਚਾਹੀਦੀਆਂ। ਇਸ ਵੇਲੇ ਦੀ ਸਥਿਤੀ ਇਹ ਆ ਕਿ ਕੇਰਲਾ ਦੇ ਵਿੱਚ ਹੁਣ ਤੱਕ 30,91,000 ਕੇਸ ਆਏ ਨੇ, ਮੌਤਾਂ 16,781 ਨੇ ਤੇ ਇਹ 0.5% ਬਣਦੀਆਂ ਨੇ। ਮਹਾਰਾਸ਼ਟਰ ਦੇ ਵਿੱਚ 63 ਲੱਖ ਤੋਂ ਵੱਧ ਕੇਸ ਆਏ ਤੇ ਮੌਤਾਂ 1,32,000 ਤੋਂ ਟੱਪ ਗਈਆਂ ਨੇ, ਉੱਥੇ 2% ਬਣਦੇ ਆ। ਮਹਾਰਾਸ਼ਟਰ 'ਚ 2% ਮੌਤਾਂ ਹੋਈਆਂ ਹੋਣ, ਕੇਰਲਾ 'ਚ 0.5% ਹੋਈਆਂ ਹੋਣ, ਕੇਰਲਾ ਦੇ ਖਿਲਾਫ ਰੌਲਾ ਪਾਓ। ਕਰਨਾਟਕਾ ਦੇ ਵਿੱਚ 1.25% ਮੌਤਾਂ ਹੋਈਆਂ ਨੇ, ਕਰਨਾਟਕਾ 'ਚ 1.25%, ਕੇਰਲਾ 'ਚ 0.5%, ਪਰ ਬਦਨਾਮੀ ਕੇਰਲਾ ਦੀ ਆ, ਕਰਨਾਟਕਾ ਦੀ ਨਹੀਂ। ਯੂਪੀ ਦੇ ਵਿੱਚ 1.33%, ਮਨੀਪੁਰ 'ਚ 1.58%, ਦਿੱਲੀ ਦੇ ਵਿੱਚ 1.74 ਯਾਨੀ 0.25%, ਤੇ ਫਿਰ ਮੈਂ ਦੱਸੂਗਾ ਮਹਾਰਾਸ਼ਟਰ 'ਚ 2.1%। ਕੇਰਲਾ 'ਚ ਕੇਸ ਵੱਧ ਵੀ ਜਾਣ, ਜੇ ਉਹ ਮੌਤਾਂ ਨਹੀਂ ਹੋਣ ਦੇ ਰਹੇ, ਇਹਦਾ ਮਤਲਬ ਇਸ ਗੱਲ ਦੀ ਦਾਤ ਦੇਣੀ ਚਾਹੀਦੀ ਆ ਕਿ ਸਮੁੰਦਰ ਦਾ ਕੰਢਾ ਪਤਾ ਨਹੀਂ ਕਿੱਥੋਂ ਸ਼ਿਪ ਆਉਂਦੇ ਆ, ਆਉਂਦਿਆਂ ਜਾਂਦੇ ਬਿਮਾਰੀ ਆਉਣ ਦੇ ਬਾਵਜੂਦ ਉਹ ਸਟੇਟ ਜੇ ਮੌਤਾਂ ਕੰਟਰੋਲ ਕਰ ਰਹੀ ਆ ਤੇ ਉਹਨਾਂ ਨੂੰ ਇਸ ਗੱਲ ਦੇ ਕਾਮਯਾਬੀ ਵਾਸਤੇ ਸ਼ਲਾਘਾ ਕਰਨੀ ਚਾਹੀਦੀ ਆ, ਉਹ ਤੋਂ ਸਿੱਖਣਾ ਚਾਹੀਦਾ। ਵਨੂ ਸਾਹਿਬ ਤੁਸੀਂ ਸਮਾਂ ਕੱਢਿਆ ਜੀ, ਡਿਟੇਲ 'ਚ ਇਹ ਸਾਰੀਆਂ ਗੱਲਾਂ ਸਮਝਾਈਆਂ, ਬਹੁਤ ਧੰਨਵਾਦ ਜੀ ਤੁਹਾਡਾ। ਜੀ ਮਿਹਰਬਾਨੀ। ਸੋ ਇਹ ਸਾਂਝੀ ਜਤਿੰਦਰ ਪੰਨੂ ਸਾਹਿਬ ਤੇ ਅੱਜ ਦੇ ਇਸ ਪ੍ਰੋਗਰਾਮ ਪ੍ਰਾਈਮ ਫੋਕਸ ਨੂੰ ਇੱਥੇ ਹੀ ਹੁਣ ਸਮਾਪਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਵੀ ਓਲੰਪਿਕਸ ਦੇ ਵਿੱਚ ਗਏ ਹੋਏ ਜਿਹੜੇ ਪਲੇਅਰ ਨੇ ਉਹ ਕਾਮਯਾਬੀ ਦੇ ਨਾਲ ਵਾਪਸ ਆਉਣ। ਤੁਸੀਂ ਆਪਣਾ ਖਿਆਲ ਰੱਖਣਾ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।